परंपरा ने मुझे ये सिखाया है कि आदमी धर्म ग्रंथों की मेरिट लिस्ट नहीं बनाया करता। धर्म ग्रंथ आदमी की मेरिट बनाएगा। ये अच्छा है, ये बुरा है, ये भला है, ये बद है, ये बातें धर्म ग्रंथ हमें टेस्ट करेगा, ना कि हम कहेंगे ये ग्रंथ बढ़िया है और ये ग्रंथ इससे नीचा है। आपको ये प्रश्न नहीं करना। ਅੱਜ ਅਸੀਂ ਡਿਸਕਸ ਕਰਾਂਗੇ ਕਿ ਕਿਸੇ ਵੀ ਛੋਟੀ ਜੀ ਐਕਟੀਵਿਟੀ ਨੂੰ ਸਾਡੀ ਆਦਤ ਬਣਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ ਅਤੇ ਉਸ ਦਾ ਪ੍ਰੋਸੈਸ ਕੀ ਹੁੰਦਾ ਹੈ। ਅਕਸਰ ਅਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਮੈਂ ਆਪਣੀ ਆਦਤ ਨਹੀਂ ਬਦਲ ਸਕਦਾ ਜਾਂ ਆਦਤਾਂ ਕਿੱਥੇ ਛੁੱਟਦੀਆਂ ਹਨ। ਲੇਕਿਨ ਕੋਈ ਵੀ ਐਕਟੀਵਿਟੀ ਜਦੋਂ ਸਾਡੀ ਹੈਬਿਟ ਬਣਦੀ ਹੈ ਉਹ ਇੱਕ ਪ੍ਰੋਸੈਸ ਤੋਂ ਗੁਜ਼ਰਦੀ ਹੈ। ਯੂਨੀਵਰਸਿਟੀ ਕਾਲਜ ਆਫ ਲੰਡਨ ਨੇ ਇੱਕ ਰਿਸਰਚ ਕੀਤੀ ਜਿਹਦੇ ਵਿੱਚ ਉਹਨਾਂ ਨੇ ਐਨਾਲਾਈਜ਼ ਕੀਤਾ ਕੋਈ ਵੀ ਐਕਟੀਵਿਟੀ ਸਾਡੀ ਆਦਤ ਬਣਨ ਤੱਕ ਕਿਸ ਪ੍ਰੋਸੈਸ ਤੋਂ ਗੁਜ਼ਰਦੀ ਹੈ। ਆਪਣੇ ਇਸ ਟੌਪਿਕ ਦੇ ਵਿੱਚ ਅਸੀਂ ਇਹੀ ਡਿਸਕਸ ਕਰਾਂਗੇ ਕਿਉਂਕਿ ਉਸ ਰਿਸਰਚ ਦੇ ਮੁਤਾਬਿਕ ਲਗਭਗ 66 ਡੇਜ਼ ਲੱਗਦੇ ਹਨ ਕਿਸੇ ਵੀ ਐਕਟੀਵਿਟੀ ਨੂੰ ਸਾਡੀ ਆਦਤ ਬਣਨ ਦੇ ਵਿੱਚ which is equal to 9 weeks। ਇਹਨਾਂ 9 weeks ਨੂੰ 3 stages ਦੇ ਵਿੱਚ ਡਿਸਟ੍ਰੀਬਿਊਟ ਕੀਤਾ ਗਿਆ ਹੈ which is stage 1, stage 2 and stage 3। stage 1 कहलाती है डिस्ट्रक्शन फेज जो कि ਵੀਕ 1 ਤੋਂ ਵੀਕ 3 ਤੱਕ ਚੱਲਦੀ ਹੈ। ਇਸ ਨੂੰ ਡਿਸਟਰਕਸ਼ਨ ਫੇਜ਼ ਇਸ ਲਈ ਕਿਹਾ ਜਾਂਦਾ ਹੈ ਜੇਕਰ ਅਸੀਂ ਆਪਣੀ ਕੋਈ ਵੀ ਪੁਰਾਣੀ ਆਦਤ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੀ ਉਹ ਪੁਰਾਣੀ ਆਦਤ ਸਾਡੇ ਉੱਪਰ ਕਾਫੀ ਪ੍ਰੈਸ਼ਰ ਪਾਉਂਦੀ ਹੈ। ਇਹ ਸਟੇਜ ਇਸ ਪੂਰੇ ਪ੍ਰੋਸੈਸ ਦੇ ਅੰਦਰ ਸਭ ਤੋਂ ਡਿਫਿਕਲਟ ਸਟੇਜ ਹੈ ਲੇਕਿਨ ਇਸ ਸਟੇਜ ਦੇ ਅੰਦਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਸਾਡੀ ਵਿਲ ਪਾਵਰ, ਸਾਡੀ ਕਮਿਟਮੈਂਟ ਅਤੇ ਸਾਡਾ ਫੋਕਸ। ਸਾਨੂੰ ਕੰਟੀਨਿਊਸਲੀ ਆਪਣੇ ਆਪ ਨੂੰ ਮੋਟੀਵੇਟ ਕਰਨਾ ਪਏਗਾ ਔਰ ਆਪਣੇ ਉਸ ਟਾਰਗੇਟ ਨੂੰ ਅਚੀਵ ਕਰਨ ਦੇ ਲਈ ਕਮਿਟਡ ਰਹਿਣਾ ਪਏਗਾ। ਇਸ ਤੋਂ ਬਾਅਦ ਆਉਂਦੀ ਹੈ ਸਟੇਜ 2 ਜਿਸ ਨੂੰ ਕਹਿੰਦੇ ਨੇ ਇੰਸਟਾਲੇਸ਼ਨ ਫੇਜ਼। ਰੋਬਿਨ ਸ਼ਰਮਾ ਦੇ ਮੁਤਾਬਿਕ ਅਗੇਨ ਇਹ ਸਟੇਜ ਵੀਕ 4 ਤੋਂ ਵੀਕ 6 ਤੱਕ ਚੱਲਦੀ ਹੈ। ਇਹ ਸਟੇਜ ਕਾਫੀ ਫਰਸਟ੍ਰੇਟਿੰਗ ਸਟੇਜ ਹੁੰਦੀ ਹੈ। ਇਨਫੈਕਟ ਇਨਸਾਨ ਦੇ ਦਿਮਾਗ ਦੇ ਅੰਦਰ ਸਭ ਤੋਂ ਜ਼ਿਆਦਾ ਕੁਐਸਚਨ ਇਸੇ ਸਟੇਜ ਦੇ ਅੰਦਰ ਆਉਂਦੇ ਹਨ। ਉਹ ਇਹ ਕਹਿ ਸਕਦਾ ਹੈ ਕਿ ਮੈਂ ਇਹ ਸਭ ਕਿਉਂ ਕਰ ਰਿਹਾ ਹਾਂ, ਇਹ ਸਭ ਕਰਨ ਦਾ ਕਿਆ ਕੁਝ ਫਾਇਦਾ ਵੀ ਹੈ, क्या वाकई कोई बदलाव आएगा और जेकर बदलाव आ भी गया तो मैनू की फर्क पएगा। ये वो सारे क्वेश्चन ने जो सानू इस सैकेंड फेज के अंदर साडे माइंड के अंदर अक्सर आ सकते हैं। इनफैक्ट इस स्टेज के अंदर तुसी क्विट करने का भी प्लान कर सकते हो दैट यू वांट टू क्विट दिस एक्टिविटी एंड यू डोंट वांट टू मूव फॉरवर्ड। बट इस स्टेज के अंदर असी क्विट नहीं करना है, असी कमिटेड रहना है अपनी उस आदत ਨੂੰ ਚੇਂਜ ਕਰਨ ਦੇ ਲਈ। ਅਤੇ ਲਾਸਟ ਸਟੇਜ ਹੁੰਦੀ ਹੈ ਇੰਟੀਗ੍ਰੇਸ਼ਨ ਫੇਜ਼। ਅਗੇਨ ਇਹ ਹੁੰਦੀ ਹੈ ਵੀਕ 7 ਤੋਂ ਲੈ ਕੇ ਵੀਕ 9 ਤੱਕ। ਬਟ ਇਹ ਆਪਣੇ ਆਪ ਦੇ ਨਾਲ ਸੈਂਸ ਆਫ ਅਕੰਪਲਿਸ਼ਮੈਂਟ ਅਤੇ ਅਚੀਵਮੈਂਟ ਲੈ ਕੇ ਆਉਂਦੀ ਹੈ ਬਿਕੋਜ਼ ਤੁਹਾਡੀ ਉਹ ਛੋਟੀ ਜਿਹੀ ਐਕਟੀਵਿਟੀ ਹੁਣ ਇੱਕ ਆਦਤ ਦੇ ਵਿੱਚ ਬਦਲ ਚੁੱਕੀ ਹੁੰਦੀ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਸਵੇਰੇ ਇਨੀਸ਼ੀਅਲੀ ਉੱਠਣਾ ਔਖਾ ਲੱਗਦਾ ਹੈ ਬਟ ਇਸ ਸਟੇਜ ਨੂੰ ਕ੍ਰਾਸ ਕਰਨ ਤੋਂ ਬਾਅਦ ਉਹ ਤੁਹਾਡੀ ਸਿੰਪਲ ਜਿਹੀ ਇੱਕ ਆਦਤ ਬਣ ਜਾਂਦੀ ਹੈ ਔਰ ਤੁਹਾਨੂੰ ਆਪਣੇ ਆਪ ਨੂੰ ਪੁਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਉਹ ਆਟੋਮੈਟਿਕਲੀ ਇੰਸਟਾਲ ਹੋ ਚੁੱਕੀ ਹੁੰਦੀ ਹੈ ਤੁਹਾਡੇ ਅੰਤਸ਼ਕਰਨ ਦੇ ਅੰਦਰ। ਇਨਫੈਕਟ ਇਸ ਸਟੇਜ ਨੂੰ ਇਨਸਾਨ ਸਭ ਤੋਂ ਜ਼ਿਆਦਾ ਇੰਜੋਏ ਕਰਦਾ ਹੈ ਅਤੇ ਗਾਹੇ ਬਗਾਹੇ ਉਹ ਮੈਂਬਰ ਬਣ ਜਾਂਦਾ ਹੈ 5 AM ਕਲੱਬ ਦਾ। ਆਓ ਕੁਇਕਲੀ ਅਸੀਂ ਰੀਕੈਪ ਕਰਦੇ ਹਾਂ। ਸਭ ਤੋਂ ਪਹਿਲਾ ਟੌਪਿਕ ਅਸੀਂ ਡਿਸਕਸ ਕੀਤਾ ਸੀ 20-20-20 ਫਾਰਮੂਲਾ, ਜਿਹਦੇ ਅੰਦਰ ਅਸੀਂ 20-20-20 ਮਿੰਟਸ ਤੇ 3 ਸਲੋਟ ਬਣਾ ਕੇ ਉਹਨਾਂ ਦੇ ਵਿੱਚ ਆਪਣੇ ਟਾਈਮ ਨੂੰ ਇਨਵੈਸਟ ਕਰਨਾ ਸਿੱਖਿਆ ਸੀ। ਸੈਕਿੰਡ ਟੌਪਿਕ ਅਸੀਂ ਡਿਸਕਸ ਕੀਤਾ ਸੀ ਟਵਿਨ ਸਾਈਕਲ ਆਫ ਐਲੀਟ ਪਰਫਾਰਮਰਸ, ਜਿੱਥੇ ਅਸੀਂ ਰੈਸਟ ਅਤੇ ਵਰਕ ਤੇ ਬੈਲੈਂਸ ਦੇ ਬਾਰੇ ਗੱਲ ਕੀਤੀ ਸੀ ਅਤੇ ਅਸੀਂ ਸਮਝਿਆ ਸੀ ਕਿ ਕਿਸ ਤਰੀਕੇ ਨਾਲ ਸਾਡੀ ਸਲੀਪ ਕਿਤਨਾ ਵੱਡਾ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਇੱਕ ਸਾਇੰਟੀਫਿਕ ਨਜ਼ਰੀਏ ਦੇ ਨਾਲ ਵੀ। ਥਰਡ ਟੌਪਿਕ 'ਚ ਅਸੀਂ ਵਿਚਾਰ ਕੀਤੀ ਸੀ 4 ਇੰਟੀਰੀਅਰ ਐਮਪਾਇਰਸ, ਜਿੱਥੇ ਅਸੀਂ ਮਾਈਂਡ ਸੈਟ, ਹਾਰਟ ਸੈਟ, ਹੈਲਥ ਸੈਟ ਅਤੇ ਸੋਲ ਸੈਟ ਨੂੰ ਐਕਸਪਲੋਰ ਕੀਤਾ ਸੀ। ਅਤੇ ਇਸ ਲਾਸਟ ਟੌਪਿਕ ਦੇ ਵਿੱਚ ਅਸੀਂ ਹੈਬਿਟ ਇੰਸਟਾਲੇਸ਼ਨ ਪ੍ਰੋਸੈਸ ਨੂੰ ਸਮਝਿਆ ਹੈ। ਆਈ ਐਮ ਸ਼ੋਰ ਅਗਰ ਇਹਨਾਂ 4 ਪ੍ਰਿੰਸੀਪਲਸ ਨੂੰ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰੇਗਾ ਤੇ ਉਹ ਆਪਣੀ ਲਾਈਫ ਨੂੰ ਇਫੈਕਟਿਵ ਅਤੇ ਐਫੀਸ਼ੀਐਂਟ ਬਣਾ ਸਕਦਾ ਹੈ। ਆਈ ਹੋਪ ਆਪ ਜੀ ਨੂੰ ਮੋਟੀਵੇਸ਼ਨਲ ਅਤੇ ਐਜੂਕੇਸ਼ਨਲ ਟੌਪਿਕਸ ਪਸੰਦ ਆ ਰਹੇ ਹੋਣਗੇ। Please like and share with your family and friends. Thanks for watching. Bye. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਤੁਸੀਂ ਵੀਡੀਓ ਦੇਖੀ ਜਿਸ ਦੇ ਅੰਦਰ ਹੈਬਿਟ ਇੰਸਟਾਲੇਸ਼ਨ ਦੀਆਂ ਸਟੇਜਸ ਸਾਨੂੰ ਦੱਸੀਆਂ ਗਈਆਂ ਔਰ ਇਹ ਜਿਹੜੀ ਨਿਊ ਨਾਰਮਲ ਸਟੇਜ ਸਾਡੀ ਚੱਲ ਰਹੀ ਹੈ ਲੋਕਡਾਊਨ ਦੇ ਦੌਰਾਨ, ਇਹਦੇ ਅੰਦਰ ਬਹੁਤ ਸਾਰੀ ਹੈਬਿਟ ਫਾਰਮੇਸ਼ਨ ਸਾਨੂੰ ਵੀ ਕਰਨੀ ਪੈ ਰਹੀ ਹੈ। ਸੋ ਕਾਫੀ ਫਰੂਟਫੁਲ ਵੀਡੀਓ ਸਾਨੂੰ ਲੱਗੀ ਔਰ ਆਸ ਹੈ ਤੁਹਾਨੂੰ ਸਾਰਿਆਂ ਨੂੰ ਲੱਗੀ ਹੋਏਗੀ। ਅੱਜ ਇਸ ਵੈਬੀਨਾਰ ਦੇ ਅੰਦਰ ਭਾਗ ਲੈਣ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਅਤੇ ਨਿੱਘਾ
ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਨਾਲ ਹੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਅੱਜ ਦੇ ਬੁਲਾਰੇ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੂੰ, ਜਿਨ੍ਹਾਂ ਨੇ ਮਾਈ ਪਾਸਟ ਐਂਡ ਪ੍ਰੈਜ਼ੈਂਟ ਟੌਪਿਕ ਦੇ ਉੱਤੇ ਸਾਡੇ ਨਾਲ ਵਿਚਾਰ ਸਾਂਝੇ ਕਰਨੇ ਹਨ। ਹੁਣ ਸਟਾਰਟ ਕਰਨ ਤੋਂ ਪਹਿਲਾਂ ਮੈਂ ਉਹਨਾਂ ਦੀ ਡੈਜ਼ਿਗਨੇਸ਼ਨ ਯਾਨੀ ਉਹਨਾਂ ਦੀ ਪੋਜੀਸ਼ਨ ਬਾਰੇ ਅਗਰ ਦੱਸਾਂ ਤੇ ਉਹ ਚੇਅਰ ਪ੍ਰੋਫੈਸਰ ਹਨ, ਗੁਰੂ ਗੋਬਿੰਦ ਸਿੰਘ ਚੇਅਰ, ਸੈਂਟਰਲ ਯੂਨੀਵਰਸਿਟੀ ਬਠਿੰਡਾ, ਪੰਜਾਬ ਦੇ। ਅਗਰ ਉਹਨਾਂ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ BA ਆਨਰਸ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ 2 MA ਕੀਤੀਆਂ ਪੰਜਾਬੀ ਲਿਟਰੇਚਰ ਦੇ ਅੰਦਰ ਅਤੇ ਰਿਲੀਜੀਅਸ ਸਟੱਡੀਜ਼ ਦੇ ਅੰਦਰ। MA ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ MPhil ਕੀਤੀ ਰਿਲੀਜੀਅਸ ਸਟੱਡੀਜ਼ ਦੇ ਅੰਦਰ ਅਤੇ ਸਿੱਖ ਸਟੱਡੀਜ਼ ਦੇ ਅੰਦਰ ਫਿਰ ਉਹਨਾਂ ਨੇ PhD ਦੀ ਡਿਗਰੀ ਹਾਸਲ ਕੀਤੀ। ਡੈਜ਼ਿਗਨੇਸ਼ਨ ਅਤੇ ਕੁਆਲੀਫਿਕੇਸ਼ਨ ਤੋਂ ਬਾਅਦ ਮੈਂ ਆਪ ਜੀ ਸਾਰਿਆਂ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਉਹਨਾਂ ਨੂੰ ਕਈ ਅਵਾਰਡਸ ਨਾਲ ਨਿਵਾਜਿਆ ਗਿਆ। MS ਰੰਧਾਵਾ ਗਿਆਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ। ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਅਵਾਰਡ ਅਤੇ ਭਾਈ ਕਾਨ ਸਿੰਘ ਨਾਭਾ ਅਵਾਰਡ ਨਾਲ ਵੀ ਆਪ ਜੀ ਨੂੰ ਨਿਵਾਜਿਆ ਗਿਆ। ਸੋ ਐਸੀ ਇਹਨਾਂ ਦੀ ਬਰੀਫ ਇੰਟਰੋਡਕਸ਼ਨ, ਡੈਜ਼ਿਗਨੇਸ਼ਨ, ਕੁਆਲੀਫਿਕੇਸ਼ਨ ਐਂਡ ਅਵਾਰਡਸ। ਅਗਰ ਬਤੌਰ ਲੇਖਕ ਅਗਰ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਹਾਲਾਂਕਿ ਇਹ ਆਪਣੇ ਆਪ ਨੂੰ ਪਾਠਕ ਅਤੇ ਸਰੋਤਾ ਕਹਿਲਾਣਾ ਜ਼ਿਆਦਾ ਪਸੰਦ ਕਰਨਗੇ ਤੇ ਆਪਣੇ ਥੋੜੇ ਜਿਹੇ ਹਲਕੇ ਪਲਾਂ ਵਿੱਚ ਇਹਨਾਂ ਨੇ ਸਾਡੇ ਨਾਲ ਇਹ ਵੀ ਸ਼ੇਅਰ ਕੀਤਾ ਕਿ ਇਹਨਾਂ ਦੀ ਜਿਹੜੀ ਲਾਈਕਿੰਗ ਹੈ ਉਹ ਸ਼ਾਇਰੀ ਹੈ। ਇਹਨਾਂ ਦੀ ਜਿਹੜੀ ਅਗਰ ਇਹਨਾਂ ਤੋਂ ਪੁੱਛਿਆ ਜਾਏ ਤੇ ਇਹਨਾਂ ਨੂੰ ਸ਼ਾਇਰੀ ਪਸੰਦ ਹੈ ਔਰ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਸ਼ਾਇਰੀ ਲਿਖਣ ਦੀ, ਪਰ ਇਹ ਕਹਿੰਦੇ ਨੇ ਕਿ ਵਾਹਿਗੁਰੂ ਦੀ ਬੜੀ ਮਿਹਰ ਹੋਈ ਜੋ ਇਹਨਾਂ ਨੂੰ ਇਹ ਲੱਗਿਆ ਜਾਂ ਇਹ ਸੋਝੀ ਆਈ ਕਿ ਇਹਨਾਂ ਨੂੰ ਸ਼ਾਇਰੀ ਨਹੀਂ ਲਿਖਣੀ ਚਾਹੀਦੀ, ਬਲਕਿ ਇਹਨਾਂ ਨੂੰ ਇੱਕ ਪਾਠਕ ਔਰ ਸਰੋਤੇ ਦੇ ਤੌਰ ਤੇ ਰੀਡਿੰਗ ਕਰਨੀ ਚਾਹੀਦੀ ਹੈ। ਅਤੇ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ। ਹੁਣ ਇਹਨਾਂ ਨੇ ਬਤੌਰ ਲੇਖਕ ਆਪਣੀ ਸ਼ੁਰੂਆਤ ਲੇਖ ਲਿਖਣ ਤੋਂ ਕੀਤੀ। ਇਹਨਾਂ ਦਾ ਸਭ ਤੋਂ ਪਹਿਲਾ ਲੇਖ ਕੋਹਿਨੂਰ ਦਾ ਪਾਰਖੂ ਰਾਏ ਬੁਲਾਰ ਸਾਹਿਬ, ਇਹ ਪਹਿਲਾ ਲੇਖ ਡਾਕਟਰ ਸਾਹਿਬ ਨੇ ਲਿਖਿਆ ਔਰ ਇਸ ਦੀ ਪ੍ਰੇਰਣਾ ਇਹਨਾਂ ਨੂੰ ਆਪਣੇ ਪਾਕਿਸਤਾਨ ਦੇ ਦੌਰੇ ਤੋਂ ਮਿਲੀ। ਜਦ ਇਹ ਉੱਥੇ ਗਏ ਤਾਂ ਇਹਨਾਂ ਨੂੰ ਜੋ ਉੱਥੋਂ ਦੀ ਮੌਖਿਕ ਜਾਣਕਾਰੀ ਮਿਲੀ ਉੱਥੋਂ ਦੇ ਲੋਕਾਂ ਤੋਂ, ਤਾਂ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਪੁਰਾਤਨ ਜਨਮ ਸਾਖੀ ਦੇ ਅੰਦਰ ਵੀ ਕੁਝ ਐਸੇ ਤੱਥ ਸ਼ਾਮਿਲ ਨਹੀਂ ਹਨ ਜੋ ਇਹਨਾਂ ਨੂੰ ਉੱਥੇ ਮੌਖਿਕ ਤੌਰ ਤੇ ਹਾਸਲ ਹੋਏ। ਸੋ ਉਸ ਪ੍ਰੇਰਣਾ ਨੂੰ ਲੈ ਕੇ ਇਹਨਾਂ ਨੇ ਉਹ ਲੇਖ ਲਿਖਿਆ। ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਕਈ ਲੇਖ ਲਿਖੇ। ਭਾਈ ਮਰਦਾਨਾ ਜੀ ਤੇ ਲੇਖ ਲਿਖਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਲੇਖ ਲਿਖਿਆ, ਮਹਾਰਾਜਾ ਰਣਜੀਤ ਸਿੰਘ ਤੇ ਲਿਖਿਆ। ਔਰ ਇਹੀ ਨਹੀਂ ਸਿਰਫ ਸਿੱਖ ਜਾਂ ਧਾਰਮਿਕ ਸ਼ਖਸੀਅਤਾਂ ਦੇ ਉੱਤੇ ਹੀ ਨਹੀਂ, ਬਲਕਿ ਇਹਨਾਂ ਨੇ ਆਰਟਿਸਟ ਹਰਦੇਵ ਸਿੰਘ ਜੀ, ਕਾਰਲ ਮਾਰਕਸ ਅਤੇ ਆਇਨਸਟਾਈਨ ਵਰਗੀਆਂ ਸ਼ਖਸੀਅਤਾਂ ਤੇ ਵੀ ਲੇਖ ਲਿਖੇ। ਹੁਣ ਕਿਉਂਕਿ ਸਾਡੇ ਨਾਲ ਮੈਂ ਦੇਖ ਸਕ ਰਹੀ ਹਾਂ ਕਿ ਬਹੁਤ ਸਾਰੇ ਬੱਚੇ ਜੁਆਇੰਡ ਨੇ, ਤੇ ਅਗਰ ਅਸੀਂ ਇਹਨਾਂ ਦੇ ਬਚਪਨ ਦੀ ਗੱਲ ਕਰੀਏ ਤੇ ਬੱਚਿਆਂ ਨੂੰ ਖਾਸ ਇੰਟਰਸਟ ਆਏਗਾ। ਛੋਟੇ ਹੁੰਦਿਆਂ ਇਹਨਾਂ ਦੀ ਫੈਮਿਲੀ ਵਿੱਚ ਥੋੜੇ ਆਰਥਿਕ ਪਿਛੋਕੜ ਨਰਮ ਸੀ, ਬਹੁਤ ਜ਼ਿਆਦਾ ਵੈਲ ਆਫ ਨਹੀਂ ਸਨ। ਤੇ ਡਾਕਟਰ ਸਾਹਿਬ, ਮੈਂ ਇੰਟਰਨੈਟ ਤੇ ਹੀ ਦੇਖਿਆ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਖੇਤਾਂ ਵਿੱਚ ਆਪਣੇ ਪਿਤਾ ਜੀ ਨਾਲ ਕੰਮ ਕਰਨ ਜਾਣਾ ਪੈਂਦਾ ਸੀ ਤੇ ਇਹਨਾਂ ਨੂੰ ਬਹੁਤ ਔਖਾ ਲੱਗਦਾ ਸੀ ਮਿਹਨਤ ਕਰਨਾ ਸਾਰਾ ਦਿਨ ਧੁੱਪੇ। ਸੋ ਇਹਨਾਂ ਨੇ ਪੜ੍ਹਾਈ ਦੀ ਰੁਚੀ, ਇਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਕਿ ਇਹਨਾਂ ਨੂੰ ਪੜ੍ਹਾਈ ਦੀ ਰੁਚੀ ਜਿਹੜੀ ਜਾਗਰਿਤ ਹੋਈ ਉਹ ਉਸ ਮਿਹਨਤ ਤੋਂ ਬਚਣ ਲਈ ਹੋਈ। ਲੇਕਿਨ ਫਿਰ ਇੱਕ ਲੱਤ ਜੀ ਲੱਗ ਗਈ। ਇਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਨੂੰ 1 ਸਾਲ ਦੀ ਛੁੱਟੀ ਦਿਓ ਖੇਤਾਂ ਦੇ ਕੰਮ ਤੋਂ, ਤਾਂ ਮੈਂ ਪੜ੍ਹ ਕੇ ਤੁਹਾਨੂੰ ਜਮਾਤ ਵਿੱਚ ਅਵਲ ਨੰਬਰ ਤੇ ਆ ਕੇ ਵਿਖਾਵਾਂਗਾ। ਸੋ ਚਾਚਾ ਜੀ ਨੇ ਸਿਫਾਰਿਸ਼ ਕੀਤੀ ਕਿ ਠੀਕ ਹੈ, ਮੁੰਡਾ ਕਹਿ ਰਿਹਾ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਏ। 1 ਸਾਲ ਇਹਨਾਂ ਨੇ ਡਟ ਕੇ ਮਿਹਨਤ ਕੀਤੀ, ਪੜ੍ਹ ਕੇ ਦਿਖਾਇਆ ਔਰ ਵਾਕਈ ਅਵਲ ਨੰਬਰ। ਸਿਰਫ ਉਹ 5ਵੀਂ ਕਲਾਸ ਦੀ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ ਜੋ ਡਾਕਟਰ ਸਾਹਿਬ ਨੇ ਇੰਟਰਨੈਟ ਦੇ ਉੱਤੇ ਮੈਂ ਸੁਣੀ। ਉਸ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਰ ਚੀਜ਼ ਵਿੱਚ, ਚਾਹੇ ਉਹ ਜੌਬ ਦੀ ਮੈਰਿਟ ਲਿਸਟ ਹੋਏ ਜਾਂ ਆਪਣੀ ਕੋਈ ਵੀ ਡਿਗਰੀ ਦੀ ਮੈਰਿਟ ਲਿਸਟ ਹੋਏ, ਉਸ ਵਿੱਚ ਟੌਪ ਹੀ ਕੀਤਾ। ਸੋ ਐਸੀ ਇਹਨਾਂ ਦੇ ਬਚਪਨ ਦੀ ਗੱਲ ਬੱਚੇ ਸੁਣ ਰਹੇ ਹੋਣਗੇ ਔਰ ਉਹਨਾਂ ਨੂੰ ਲੱਗੇਗਾ ਕਿ ਪੜ੍ਹਾਈ ਦੀ ਵਿੱਚ ਰੁਚੀ ਕਿਸੇ ਵੀ ਕਾਰਨ ਜਾਗਰਿਤ ਹੋ ਸਕਦੀ ਹੈ ਤੇ ਉਹ ਹਮੇਸ਼ਾ ਲਈ ਤੁਹਾਡੇ ਜੀਵਨ ਦਾ ਭਾਗ ਬਣ ਸਕਦੀ ਹੈ। ਇਸ ਗੱਲ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ। ਤੇ ਜੇ ਇਹਨਾਂ ਦੀ ਲਿਖਣ ਸ਼ੈਲੀ ਦੀ ਗੱਲ ਕਰੀਏ ਤੇ ਇਹਨਾਂ ਦੀ ਲਿਖਣ ਸ਼ੈਲੀ ਮੁੱਖ ਤੌਰ ਤੇ ਸਾਖੀ ਹੈ। ਸਾਖੀ ਨਾ ਕਥਾ ਹੁੰਦੀ ਹੈ ਨਾ ਕਹਾਣੀ ਹੁੰਦੀ ਹੈ। ਬੇਸਿਕਲੀ ਉਹ ਮਹਾਪੁਰਖਾਂ ਤੇ ਸੰਤਾਂ ਦੇ ਜੀਵਨ ਦੇ ਵਿੱਚੋਂ ਲਈਆਂ ਹੋਈਆਂ ਘਟਨਾਵਾਂ ਹੁੰਦੀਆਂ। ਸੋ ਇਹਨਾਂ ਦੀ ਸ਼ੈਲੀ ਮੁੱਖ ਤੌਰ ਤੇ
ਸਾਖੀ ਹੈ। ਵੈਸੇ ਤਾਂ ਪ੍ਰੋਫੈਸਰ ਸਾਹਿਬ ਬਾਰੇ ਜਿੰਨੀ ਵੀ ਗੱਲ ਕਰੋ ਉਹ ਥੋੜੀ ਹੈ, ਤੇ ਮੈਂ ਬਹੁਤਾ ਸਮਾਂ ਨਾ ਲੈਂਦੇ ਹੋਏ ਡਾਕਟਰ ਹਰਪਾਲ ਸਿੰਘ ਪੁੰਨੂ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਕਰਦੀ ਹਾਂ ਅਤੇ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਵਿਚਾਰ ਸਾਡੇ ਸਾਹਮਣੇ ਰੱਖਣ। ਡਾਕਟਰ ਹਰਪਾਲ ਸਿੰਘ ਪੰਨੂ ਜੀ। ਸ਼ੁਕਰਾਨਾ ਮੈਡਮ ਤੁਹਾਡਾ। ਮੈਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੇਰੇ ਬਾਬਤ ਜਾਣਕਾਰੀ ਦੇ ਰਹੇ ਸੀ ਤਾਂ ਮੈਂ ਸੋਚੀ ਜਾਂਦਾ ਸੀ ਕਿ ਮੇਰੇ ਬੋਲਣ ਲਈ ਤੇ ਦੱਸਣ ਲਈ ਹੁਣ ਕੀ ਬਚਣਾ ਬਕਾਇਆ। ਤੁਸੀਂ ਸਾਰਾ ਕੁਝ ਸੁਣ ਚੁੱਕੇ ਹੋ। ਤੋ ਜਿਨ੍ਹਾਂ ਨੇ ਨਹੀਂ ਸੁਣਿਆ, ਤੁਸੀਂ ਦੱਸਿਆ ਮੈਨੂੰ ਕਿ ਛੋਟੇ ਬੱਚੇ ਆਪਣੇ ਇਸ ਮਜਲਿਸ ਦੇ ਵਿੱਚ ਸ਼ਾਮਲ ਨੇ, ਤਾਂ ਉਹਨਾਂ ਨੂੰ ਮੁਖਾਤਬ ਕਰਦੇ ਮੈਂ ਕੁਝ ਇੱਕ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ। ਪਿਆਰੇ ਦਰਸ਼ਕੋ, ਬੱਚਿਓ, ਵੱਡਿਓ, ਹਾਣੀਓ, ਮੇਰਾ ਬਚਪਨ ਕੋਈ ਸੁਖਾਵਾਂ ਨਹੀਂ ਸੀ। ਕਈ ਆਖਦੇ ਨੇ ਨਾ ਮੈਨੂੰ ਆਪਣਾ ਬਚਪਨ ਯਾਦ ਆਉਂਦਾ, ਮੈਨੂੰ ਆਪਣਾ ਪਿੰਡ ਯਾਦ ਆਉਂਦਾ ਹੁਣ। ਉਹਨਾਂ ਦਾ ਬਚਪਨ ਤੇ ਉਹਨਾਂ ਦਾ ਪਿਛੋਕੜ ਸੁਖਾਵਾਂ ਹੋਏਗਾ ਤੇ ਯਾਦ ਆਉਂਦਾ। ਯਾਦ ਮੈਨੂੰ ਵੀ ਆਉਂਦਾ, ਪਰ ਮੈਨੂੰ ਖੁਸ਼ੀ ਨਹੀਂ ਹੁੰਦੀ ਉਹ ਗੱਲਾਂ ਯਾਦ ਕਰਕੇ ਪੁਰਾਣੀਆਂ। ਮੈਨੂੰ 7 ਸਾਲ ਦੀ ਉਮਰ 'ਚ ਬਾਪੂ ਜੀ ਨੇ ਸੋਟੀ ਫੜਾ ਦਿੱਤੀ ਸੀ ਕਿ ਪਸ਼ੂ ਚਾਰਨ ਦਾ ਕੰਮ ਤੇਰੇ ਨੇ। ਪਿੰਡਾਂ 'ਚ ਪੰਜਾਬੀ ਦੀ ਜਿਹੜੀ ਟਰਮੀਨੋਲੋਜੀ ਹੁੰਦੀ ਹੈ, ਉਹ ਵੱਡਿਆਂ ਨੂੰ ਤੇ ਛੋਟਿਆਂ ਨੂੰ 2 ਹਿੱਸਿਆਂ 'ਚ ਵੰਡਿਆ ਜਾਂਦਾ ਕੰਮ ਕਰਨ ਵਾਸਤੇ। ਜਿਹੜੇ ਛੋਟੀ ਉਮਰ ਦੇ ਨੇ, ਤਕਰੀਬਨ 7 ਸਾਲ ਤੋਂ ਲੈ ਕੇ 14-15 ਸਾਲ ਦੀ ਉਮਰ ਤੱਕ, ਉਹ ਹੁੰਦੇ ਨੇ ਪਾਲੀ। ਪਾਲੀ ਮੈਨੇ ਪਸ਼ੂਆਂ ਦਾ ਪਾਲਕ, ਪਸ਼ੂ ਪਾਲਣ ਵਾਲਾ, ਪਸ਼ੂ ਚਰਾਉਣ ਵਾਲਾ। ਤੇ ਜਿਹੜੇ ਵੱਡੇ ਹੋ ਜਾਂਦੇ ਨੇ 15-16 ਸਾਲ ਤੋਂ, ਹਲ ਚਲਾਉਣਾ ਸਿੱਖ ਜਾਂਦੇ ਨੇ, ਉਹ ਹੋ ਜਾਂਦੇ ਨੇ ਹਾਲੀ। ਹਾਲੀ ਮਤਲਬ ਹਲ ਵਾਹੁਣ ਵਾਲਾ, ਬਲਦਾਂ ਨੂੰ ਹੱਕਣ ਵਾਲਾ। ਤੋ ਮੈਨੂੰ 7 ਸਾਲ ਦੀ ਉਮਰ 'ਚ ਪਸ਼ੂ ਚਾਰਨ ਦਾ ਜ਼ਿੰਮਾ ਸੌਂਪਿਆ ਗਿਆ। ਮੈਂ ਸਵੇਰੇ ਪਸ਼ੂ ਖੋਲ੍ਹਦਾ, ਖੇਤਾਂ 'ਚ ਚਾਰਦਾ, ਦੁਪਹਿਰ ਨੂੰ ਥੋੜ੍ਹੇ ਜਿਹੇ ਪਸ਼ੂ ਆਰਾਮ ਕਰਦੇ। ਹੋਇਆ ਕਿ ਮੇਰਾ ਵੱਡਾ ਭਰਾ ਬੜਾ ਚੰਗਾ ਪੜ੍ਹਾਕੂ ਸੀ, 10ਵੀਂ ਜਮਾਤ 'ਚ ਮੈਰਿਟ 'ਚ ਆਇਆ ਸੀ, ਦਾਖਲਾ ਵੀ ਮਿਲ ਗਿਆ ਸੀ ਇੰਜੀਨੀਅਰਿੰਗ ਕਾਲਜ 'ਚ, ਪਰ ਫੀਸ ਭਰਨ ਲਈ ਪੈਸੇ ਨਹੀਂ ਸਨ। ਇਸ ਕਰਕੇ ਏਅਰ ਫੋਰਸ 'ਚ ਸਿਪਾਹੀ ਭਰਤੀ ਹੋ ਗਈ। ਚਿੱਠੀ ਆਉਂਦੀ ਕਦੀ 15 ਦਿਨਾਂ ਬਾਅਦ, ਕਦੀ ਮਹੀਨੇ ਬਾਅਦ। ਬਾਪੂ ਦੀ ਚਿੱਠੀ ਪੜਵਾਉਣ ਵਾਸਤੇ ਬਾਣੀ ਦੀ ਦੁਕਾਨ ਤੇ ਜਾਇਆ ਕਰਦੇ। ਘਰ 'ਚ ਕੋਈ ਚਿੱਠੀ ਨਹੀਂ ਪੜ੍ਹਨ ਜਾਣਦਾ ਸੀ। ਬਾਣੀਆਂ ਚਿੱਠੀ ਪੜ੍ਹ ਕੇ ਸੁਣਾਉਂਦਾ, ਬਾਣੀਆਂ ਚਿੱਠੀ ਦਾ ਜਵਾਬ ਲਿਖਦਾ। ਇਉਂ ਹੁੰਦਾ ਤਾਂ ਇੱਕ ਵਾਰੀ ਮੈਂ ਦੇਖਿਆ ਬਾਪੂ ਜੀ ਬਾਣੀ ਦੀ ਦੁਕਾਨ ਤੋਂ ਚਿੱਠੀ ਪੜਵਾ ਕੇ ਵਾਪਸ ਆਏ। ਹੌਕਾ ਲੈ ਕੇ ਕਹਿੰਦੇ ਮਾਂ ਨੂੰ, ਇੱਕ ਬੱਚਾ ਤਾਂ ਘਰ 'ਚ ਇਸ ਤਰ੍ਹਾਂ ਦਾ ਚਾਹੀਦਾ ਜਿਹਨੂੰ ਚਿੱਠੀ ਪੜ੍ਹਨੀ ਆਉਂਦੀ ਹੋਵੇ, ਜਿਹਨੂੰ ਚਿੱਠੀ ਲਿਖਣੀ ਆਉਂਦੀ ਹੋਵੇ। ਮਾਂ ਕਹਿੰਦੀ ਮੇਰੇ ਵੱਲ ਹੱਥ ਕਰਕੇ, ਫਿਰ ਇਹਨੂੰ ਲਾ ਦਿਓ ਪੜ੍ਹਨ। ਬਾਪੂ ਜੀ ਕਹਿੰਦੇ ਜੇ ਇਹਨੂੰ ਪੜ੍ਹਨ ਲਾ ਦਿੱਤਾ ਫਿਰ ਪਸ਼ੂ ਕੌਣ ਚਾਰੂਗਾ। ਮੈਂ ਕਿਹਾ ਬਾਪੂ ਜੀ ਮੈਨੂੰ ਤੁਸੀਂ ਸਕੂਲ 'ਚ ਦਾਖਲ ਕਰਾ ਦਿਓ, ਮੈਂ ਦੁਪਹਿਰ ਤੱਕ ਸਕੂਲ 'ਚ ਪੜ੍ਹਿਆ ਕਰਾਂਗਾ, ਦੁਪਹਿਰ ਤੋਂ ਬਾਅਦ ਸ਼ਾਮ ਤੱਕ ਫਿਰ ਮੈਂ ਪਸ਼ੂ ਚਾਰਿਆ ਕਰਾਂਗਾ। ਬਾਪੂ ਜੀ ਕਹਿੰਦੇ ਉਹ ਤਾਂ ਕੁਛ ਮਾਸਟਰ ਜੀ ਤਾਂ ਕੁਛ ਘਰ ਵੀ ਕੰਮ ਕਰਨ ਨੂੰ ਦਿੰਦੇ ਹੁੰਦੇ ਨੇ, ਉਹ ਫਿਰ ਮੈਂ ਕਿਹਾ ਮੈਂ ਰਾਤ ਨੂੰ ਕਰ ਲਿਆ ਕਰੂੰਗਾ। ਮੇਰੀ ਗੱਲ ਮੰਨ ਲਈ। ਬਾਪੂ ਜੀ ਨੇ ਦੁਕਾਨ ਤੋਂ ਕੁਛ ਪਤਾਸੇ ਖਰੀਦੇ ਤੇ ਮੱਥਾ ਟੇਕਿਆ ਰਸਤੇ 'ਚ ਗੁਰਦੁਆਰੇ। ਫਿਰ ਮਾਸਟਰ ਜੀ ਕੋਲ ਲੈ ਗਏ। ਮਾਸਟਰ ਜੀ ਕਰ ਲਓ ਇਸ ਬੱਚੇ ਨੂੰ ਦਾਖਲ ਜੀ, ਕੁਛ ਇਹ ਪੜ੍ਹਨਾ ਲਿਖਣਾ ਸਿੱਖ ਜੇ। ਮਾਸਟਰ ਜੀ ਨੇ ਮੇਰਾ ਨਾਂ ਪੁੱਛਿਆ। ਬਾਪੂ ਜੀ ਕਹਿੰਦੇ ਇਹਦਾ ਨਾਂ ਹੈ ਪਾਲ। ਮਾਸਟਰ ਜੀ ਕਹਿੰਦੇ ਪਾਲ ਨਹੀਂ ਕੋਈ ਨਾਂ ਹੁੰਦਾ, ਇਹਦੇ ਅੱਗੇ ਕੁਛ ਹੋਰ ਹੋਇਆ ਕਰਦਾ, ਹਰ, ਜਸ, ਗੁਰ, ਇਸ ਤਰ੍ਹਾਂ ਦੇ ਨਾਂ ਹੁੰਦੇ ਨੇ, ਗੁਰਪਾਲ, ਜਸਪਾਲ। ਪਾਲ ਕੋਈ ਨਾਂ ਨਹੀਂ ਹੁੰਦਾ। ਬਾਪੂ ਜੀ ਕਹਿੰਦੇ ਫਿਰ ਜਿਹੜਾ ਕੁਛ ਲਾਉਣਾ ਤੁਸੀਂ ਲਾ ਦਿਓ, ਮੈਨੂੰ ਤਾਂ ਪਤਾ ਨਹੀਂ ਹੋਰ ਕੀ ਹੁੰਦਾ। ਮਾਸਟਰ ਜੀ ਨੇ ਆਪਣੇ ਨਾਲ ਆਪਣੇ ਕੋਲ ਹੀ ਮੇਰੇ ਨਾਂ ਦੇ ਅੱਗੇ ਹਾਹਾਰਾ ਪਾ ਦਿੱਤਾ, ਤਾਂ ਮੈਂ ਹਰਪਾਲ ਸਿੰਘ ਹੋ ਗਿਆ। ਫਿਰ ਮਾਸਟਰ ਜੀ ਕਹਿੰਦੇ ਉਮਰ ਕਿੰਨੀ ਹੈ? ਬਾਪੂ ਜੀ ਕਹਿੰਦੇ 7 ਸਾਲ। ਮਾਸਟਰ ਜੀ ਕਹਿੰਦੇ 7 ਸਾਲ ਦਾ ਦਿਸਦਾ ਹੈ ਕਿਤੇ? 7 ਸਾਲ ਦਾ ਕਿੱਥੇ, 5 ਸਾਲ ਤੋਂ ਵੱਧ ਨਹੀਂ ਹੋ ਸਕਦਾ। ਬਾਪੂ ਜੀ ਕਹਿੰਦੇ ਅਸੀਂ ਕਿਹੜਾ ਭਾਈ ਕੋਈ ਜਨਮ ਪੱਤਰੀ ਬਣਵਾਉਣੇ ਆ। ਮਾਸਟਰ ਜੀ ਸਾਨੂੰ ਤਾਂ ਇੰਨਾ ਹੀ ਪਤਾ ਵੀ 7 ਸਾਲ ਦਾ, ਤੁਸੀਂ 5 ਸਾਲ ਦਾ ਲਿਖਣਾ, 5 ਸਾਲ ਦਾ ਲਿਖ ਦਿਓ। ਮਾਸਟਰ ਜੀ ਨੇ ਮੈਨੂੰ 5 ਸਾਲ ਦਾ ਲਿਖ ਦਿੱਤਾ। ਮਾਸਟਰ ਜੀ ਮੈਨੂੰ 5 ਸਾਲ ਦੀ ਉਮਰ ਦਾ ਲਿਖ ਕੇ ਕਹਿੰਦੇ ਅੱਜ ਤੇਰੇ ਬਾਪੂ ਨੇ ਤੇਰਾ ਬੜਾ ਨੁਕਸਾਨ ਕਰਾ ਦੇਣਾ ਸੀ, ਜਦੋਂ ਤੂੰ ਅਫਸਰ ਰਿਟਾਇਰ ਹੋਵੇਂਗਾ ਉਦੋਂ ਮੈਨੂੰ ਯਾਦ ਕਰੇਂਗਾ ਤੂੰ, ਮੈਂ ਤੇਰਾ ਬਹੁਤ ਵੱਡਾ ਫਾਇਦਾ ਕੀਤਾ। ਉਹ ਸਾਰੀ ਕਲਾਸ, ਪਹਿਲੀ ਕਲਾਸ ਸੀ ਜਿਹੜੀ, ਸਾਰੀ ਹੱਸ ਪਈ। ਦਾਖਲ ਹੋਣ ਆਇਆ ਇਹ ਅਫਸਰ ਲੱਗੂਗਾ। ਉਹਨਾਂ ਨੇ ਮੇਰੀ ਛੇੜ ਪਾ ਲਈ, ਮੈਨੂੰ ਆਖਿਆ ਕਰਨ ਅਫਸਰ ਤਾਂ ਤੂੰ ਲੱਗੇਂਗਾ, ਸਾਨੂੰ ਕੋਈ ਆਪਣਾ ਤੂੰ ਕਲਰਕ, ਕੋਈ ਆਪਣਾ ਮੁਲਾਜ਼ਮ, ਕੋਈ ਚਾਹ ਪਾਣੀ ਪਿਆਉਣ ਵਾਲਾ ਰੱਖ ਲੇਂਗਾ ਅੱਗੇ।
मैं बड़ा शर्मिंदा ਹੁੰਦਾ ਵੀ ਇਹ ਮਾਸਟਰ ਜੀ ਨੇ ਕੀ ਗੱਲ ਕਰ ਦਿੱਤੀ। ਮੈਨੂੰ 10ਵੀਂ ਜਮਾਤ ਤੱਕ ਮੇਰੀ ਛੇੜਛਾੜ ਇਸ ਤਰ੍ਹਾਂ ਹੁੰਦੀ ਰਹੀ। ਖੈਰ ਮੈਂ ਸਕੂਲ ਜਾਂਦਾ, ਪੜ੍ਹਦਾ, ਦੁਪਹਿਰ ਨੂੰ ਛੁੱਟੀ ਹੁੰਦੀ, ਮੈਂ ਘਰ ਆ ਕੇ ਸਕੂਲ ਦਾ ਬਸਤਾ ਅਜੇ ਜ਼ਮੀਨ 'ਤੇ ਟਿਕਾਇਆ ਹੁੰਦਾ ਸੀ। ਮਾਂ ਮੈਨੂੰ ਪੁੱਛਦੀ, ਰੋਟੀ ਇੱਥੇ ਹੀ ਖਾਏਂਗਾ ਘਰ ਕਿ ਤੇਰੀ ਰੋਟੀ ਵੀ ਤੇਰੇ ਬਾਪੂ ਜੀ ਦੀ ਰੋਟੀ ਦੇ ਵਿੱਚ ਹੀ ਬੰਨ੍ਹਦਿਆਂ ਪੌਣੇ 'ਚ ਖੇਤ ਰੋਟੀ ਲੈ ਕੇ ਜਾਣੀ ਹੁੰਦੀ। ਘਰੋਂ 2 ਕਿਲੋਮੀਟਰ ਸਕੂਲ ਤੇ ਘਰੋਂ 3 ਕਿਲੋਮੀਟਰ ਸਾਡਾ ਖੇਤ। ਸਾਈਕਲ ਖਰੀਦਣ ਲਈ ਪੈਸੇ ਨਹੀਂ ਸਨ, ਪੈਦਲ ਜਾਣਾ ਪੈਂਦਾ ਸੀ। ਸੋ ਰੋਟੀ ਖਾਣੀ ਹੁੰਦੀ ਖਾ ਲੈਂਦਾ, ਬਣਾਉਣੀ ਹੁੰਦੀ ਬਣਾ ਲੈਂਦਾ। ਮੈਂ ਫਾਲਤੂ ਦੀਆਂ ਕਿਤਾਬਾਂ ਕਾਪੀਆਂ ਉਹ ਕੱਢ ਦਿੰਦਾ ਬਸਤੇ 'ਚੋਂ। ਮਾਸਟਰ ਜੀ ਨੇ ਜਿਹੜਾ ਹੋਮਵਰਕ ਦਿੱਤਾ ਹੁੰਦਾ ਸੀ, ਉਹ ਕਾਪੀਆਂ, ਉਹ ਕਿਤਾਬਾਂ, ਸਿਆਹੀ ਦੀ ਦਵਾਤ, ਡੰਕ, ਉਹ ਮੈਂ ਬਸਤੇ 'ਚ ਪਿਆ ਰਹਿਣ ਦਿੰਦਾ ਅਤੇ ਬਸਤਾ ਮੋਢੇ 'ਚ, ਰੋਟੀ ਹੱਥ 'ਚ, ਪੈਦਲ ਜਾ ਰਹੇ ਹਨ। ਰਸਤੇ 'ਚ ਕਦੀ ਕਦੀ ਕਿਸੇ ਦਰੱਖਤ ਦੀ ਛਾਂ ਆ ਜਾਂਦੀ, ਰਤਾ ਰੁਕਦਾ ਆਰਾਮ ਕਰਨ ਵਾਸਤੇ ਅਤੇ ਸੋਚਦਾ ਕਿੰਨੇ ਕਿਸਮਤ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਛਾਵਾਂ ਨਸੀਬ ਹੋ ਜਾਂਦੀਆਂ ਨੇ, ਮੈਨੂੰ ਕਦੀ ਛਾਂ ਮਿਲੇਗੀ। ਜਾ ਕੇ ਖੇਤ ਬਾਪੂ ਜੀ ਨੂੰ ਆਵਾਜ਼ ਮਾਰਦਾ, ਬਾਪੂ ਜੀ ਆ ਜਾਓ ਰੋਟੀ ਖਾ ਲਓ। ਬਾਪੂ ਜੀ ਗਾਹ ਛੇੜਦੇ ਹੁੰਦੇ ਸੀ। ਗਾਹ ਹੁੰਦਾ ਹੈ ਕਿ ਕਣਕ ਦੇ ਬੂਟੇ ਕੱਟ ਕੇ ਗੋਲ ਦਾਇਰੇ 'ਚ ਖਿਲਾਰ ਦਿੱਤੇ ਜਾਂਦੇ ਨੇ, ਫਿਰ ਬਲਦਾਂ ਦੇ ਖੁਰਾਂ ਨਾਲ ਲਤਾੜ ਕੇ ਤੂੜੀ ਵਿੱਚੋਂ ਕਣਕ ਵੱਖ ਕੀਤੀ ਜਾਂਦੀ, ਉਹਨੂੰ ਕਹਿੰਦੇ ਨੇ ਗਾਹ ਚੱਲਣਾ। ਬਾਪੂ ਜੀ ਹੱਥ 'ਚ ਸੋਟੀ ਲਈ ਬਲਦਾਂ ਦੇ ਪਿੱਛੇ ਪਿੱਛੇ ਗਾਹ ਛੇੜਦੇ ਹੁੰਦੇ। ਮੈਨੂੰ ਕਹਿ ਦਿੰਦੇ, ਤੂੰ ਇੱਥੇ ਰੋਟੀ ਤਾਂ ਨਾ ਨਿੰਮ ਦੀ ਟਾਹਣੀ ਨਾਲ ਟੰਗਿਆ, ਆ ਕੇ ਮੇਰੇ ਤੋਂ ਪੁਰਾਣੀ ਫੜ, ਗਾਹ ਨਹੀਂ ਰੁਕਣਾ ਚਾਹੀਦਾ। ਮੈਂ ਬਲਦਾਂ ਦੇ ਪਿੱਛੇ ਪਿੱਛੇ ਹੁੰਦਾ, ਬਾਪੂ ਜੀ ਰੋਟੀ ਖਾਣ ਲੱਗ ਜਾਂਦੇ। ਮੈਂ ਬਲਦਾਂ ਦੇ ਪਿੱਛੇ ਪਿੱਛੇ ਤੁਰਦਾ, ਛੇੜਦਾ ਉਹਨਾਂ ਨੂੰ ਸੋਟੀ ਨਾਲ। ਇਹ ਪਸ਼ੂ ਨੇ, ਇਸ ਕਰਕੇ ਮੈਨੂੰ ਪਤਾ ਹੈ ਵੀ ਪਸ਼ੂਆਂ 'ਚ ਤੇ ਬੰਦਿਆਂ 'ਚ ਕੋਈ ਬਹੁਤਾ ਫਰਕ ਨਹੀਂ ਹੈ। ਇੱਕ ਦਿਨ ਮੈਂ ਬਾਪੂ ਜੀ ਨੂੰ ਚਾਚਿਆਂ ਨਾਲ ਖੁਸ਼ ਮਿਜ਼ਾਜ 'ਚ ਦੇਖਿਆ, ਖੁਸ਼ ਮੂਡ 'ਚ। ਖਿਜੇ ਰਹਿੰਦੇ ਸੀ, ਕੰਮ ਜ਼ਿਆਦਾ ਕਰਨਾ ਪੈਂਦਾ ਸੀ, ਆਮਦਨ ਘੱਟ ਹੁੰਦੀ ਸੀ, ਕਰਜ਼ਾ ਉਤਰਦਾ ਨਹੀਂ ਸੀ। ਮੈਂ ਜਦੋਂ ਉਹਨਾਂ ਨੂੰ ਦੇਖਿਆ ਵੀ ਅੱਜ ਥੋੜ੍ਹਾ ਜਿਹਾ ਇਹਨਾਂ ਦਾ ਮੂਡ ਠੀਕ ਹੈ, ਮੈਨੂੰ ਹੌਸਲਾ ਪਿਆ ਇਹ ਗੱਲ ਕਰਨ ਦਾ। ਮੈਂ ਕਿਹਾ ਬਾਪੂ ਜੀ, ਜੇ ਕਿਤੇ ਮੈਨੂੰ ਉਨਾ ਟਾਈਮ ਮਿਲੇ ਪੜ੍ਹਨ ਦਾ ਜਿੰਨਾ ਮੈਨੂੰ ਚਾਹੀਦਾ, ਤਾਂ ਮੈਂ ਬਾਣੀਆਂ ਦੇ ਬੱਚਿਆਂ ਤੋਂ ਅੱਗੇ ਲੰਘ ਸਕਦਾ। ਉਹ ਸਾਰੇ ਹੱਸ ਪਏ, ਕਹਿੰਦੇ ਜੱਟਾਂ ਨੂੰ ਤਾਂ ਅਕਲ ਨਹੀਂ ਹੁੰਦੀ, ਤੈਨੂੰ ਕਿੱਥੋਂ ਅਕਲ ਆ ਜੂਗੀ? ਬਾਣੀਆਂ ਦੇ ਬੱਚੇ ਨੇ ਜਿਹੜੇ, ਉਹ ਤਾਂ ਜੰਮਦੇ ਹੀ ਹਿਸਾਬ ਕਿਤਾਬ ਸਿੱਖਣ ਲੱਗ ਜਾਂਦੇ ਨੇ। ਜਿਹਨੂੰ ਹਿਸਾਬ ਆਉਂਦਾ ਉਹਨੂੰ ਸਾਰੀਆਂ ਵਿਦਿਆਵਾਂ ਆ ਜਾਂਦੀਆਂ ਨੇ। ਇਸ ਕਰਕੇ ਤੂੰ ਚਿੱਠੀ ਲਿਖਣ ਜੋਗਾ, ਪੜ੍ਹਨ ਜੋਗਾ ਹੋ ਜਾਏ, ਬਸ ਇੰਨਾ ਹੀ ਬਹੁਤ ਹੈ ਸਾਨੂੰ ਤਾਂ, ਹੋਰ ਲੰਮੀਆਂ ਗੱਲਾਂ ਨਹੀਂ ਛੱਡੀ ਦੀ। ਮੈਂ ਕਿਹਾ ਦੇਖੋ, ਦੁਪਹਿਰ ਨੂੰ ਰੋਟੀ ਲੈ ਕੇ ਤਾਂ ਮੈਂ ਆਉਣੀ ਹੈ। ਇਹ ਵੀ ਮੈਨੂੰ ਪਤਾ ਹੈ ਕਿ ਪਸ਼ੂ ਚਾਰਨ ਵਾਸਤੇ ਹੋਰ ਕੋਈ ਨਹੀਂ, ਉਹ ਮੈਂ ਪਸ਼ੂ ਚਾਰਨੇ ਨੇ। ਲੇਕਿਨ ਵਿਚਕਾਰਲਾ ਜਿਹੜਾ ਸਮਾਂ ਹੈ, ਮੈਂ ਜਦੋਂ ਆਪਣਾ ਹੋਮਵਰਕ ਕਰਦਾ ਹੋਵਾਂ, ਲਿਖਾਈਆਂ ਕਰਦਾ ਹੋਵਾਂ, ਉਦੋਂ ਮੈਨੂੰ ਕੋਈ ਟੋਕੇ ਨਾ। ਮੇਰੇ ਚਰਨ ਦੇ ਇਹ ਨਤਾ ਜਾਂਦਾ ਹੈ, ਆਪਾਂ 1 ਸਾਲ ਦੇਖ ਲੈਂਦੇ ਹਾਂ, ਜੇ ਸਾਰਿਆਂ ਤੋਂ ਨਾਲ ਲੰਘਿਆ ਫਿਰ ਆਪਾਂ ਇਹਨੂੰ ਹਟਾ ਲਾਂਗੇ। ਗੱਲ ਨੂੰ ਜੋ ਹੁਣ ਤੱਕ ਯਾਦ ਇਸ ਕਰਕੇ ਹੈ ਕਿ ਮੈਂ ਸੋਚਦਾ ਸੀ ਉਦੋਂ ਵੀ ਤੇ ਅੱਜ ਵੀ, ਕਿ ਜਿਹੜੇ ਬੱਚੇ ਫੇਲ ਹੋਣ ਲੱਗ ਜਾਣ, ਮਾਪੇ ਉਹਨਾਂ ਨੂੰ ਹਟਾਇਆ ਕਰਦੇ ਨੇ ਪੜ੍ਹਨ ਤੋਂ। ਮੇਰੇ ਤੇ ਬੰਦਿਸ਼ ਇਹ ਲੱਗੀ ਕਿ ਇਹਨੂੰ ਪੜ੍ਹਨ ਤੋਂ ਹਟਾ ਲਾਂਗੇ ਜੇ ਬਾਕੀ ਸਾਰਿਆਂ ਤੋਂ ਅੱਗੇ ਨਾ ਲੰਘਿਆ। ਹੁਣ ਤਾਂ ਫਿਰ ਸਰਵਾਈਵਲ ਦਾ ਸਵਾਲ ਸੀ ਨਾ, ਖੇਤਾਂ ਦੀ ਮਿੱਟੀ ਤੋਂ ਟੱਕਰਾਂ ਮਾਰਨ ਦਾ ਬਚਾਅ ਕਿਵੇਂ ਹੋ ਸਕਦਾ ਹੈ? ਇਹ ਕਿਤਾਬ ਨਾਲ ਟੱਕਰਾਂ ਮਾਰੀਆਂ ਜਾਣ ਤਾਂ ਹੋ ਸਕਦਾ। ਮੇਰੀ ਕਿਸਮਤ ਇਸ ਗੱਲੋਂ ਚੰਗੀ, ਆਪਣੇ ਦਰਸ਼ਕਾਂ ਨੂੰ ਮੈਂ ਦੱਸਦੇ ਹਾਂ ਕਿ ਛੋਟੀ ਉਮਰ 'ਚ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਦਿਮਾਗ ਤਿੱਖਾ ਨਹੀਂ ਹੈ। ਮੇਰੇ ਜਮਾਤੀ ਮੇਰੇ ਤੋਂ ਦੁੱਗਣੇ ਵੱਧ ਤੇਜ਼ ਨੇ। ਜੇ ਮੈਂ ਉਹਨਾਂ ਦੇ ਬਰਾਬਰ ਹੋਣਾ ਹੈ ਤਾਂ ਫਿਰ ਮੈਨੂੰ ਉਹਨਾਂ ਤੋਂ ਦੁੱਗਣੀ ਮਿਹਨਤ ਕਰਨੀ ਪਏਗੀ, ਫਿਰ ਮੈਂ ਉਹਨਾਂ ਦੇ ਬਰਾਬਰ ਹੋ ਜਾਵਾਂਗਾ। ਜੇ ਮੈਂ 2.5 ਗੁਣਾ ਵੱਧ ਮਿਹਨਤ ਕਰ ਲਵਾਂ ਤਾਂ ਫਿਰ ਉਹਨਾਂ ਤੋਂ ਅੱਗੇ ਵੀ ਲੰਘ ਸਕਦਾ। ਮੇਰੇ ਕੋਲ ਮਿਹਨਤ ਤੋਂ ਇਲਾਵਾ ਹੋਰ ਕੁਛ ਨਹੀਂ ਹੈ, ਇਸ ਕਰਕੇ ਮਿਹਨਤ ਕਰੀ। ਮੈਂ ਬੜਾ ਜ਼ਬਰਦਸਤ ਰੱਟੇਬਾਜ਼ ਸੀ। ਕਿਤਾਬ ਨੂੰ ਬਾਰ-ਬਾਰ ਪੜ੍ਹਨੋਂ ਵਾਕ ਪੈਰਾ ਪੇਜ ਨਿਰੰਤਰ ਪੜ੍ਹਦਾ ਰਹਿੰਦਾ ਤੇ ਮੇਰੇ ਅਧਿਆਇਆਂ ਦੇ ਅਧਿਆਇ ਜ਼ਬਾਨੀ ਯਾਦ ਹੋ ਜਾਂਦੀ। ਮੇਰੇ ਪਿੰਡ ਦਾ ਸਕੂਲ ਸੀ ਜਿਹੜਾ, ਉਹ ਸੀ 8ਵੀਂ ਦਾ। ਆਲੇ ਦੁਆਲੇ ਛੋਟੇ ਪਿੰਡ, 13 ਪਿੰਡਾਂ 'ਚ ਪ੍ਰਾਇਮਰੀ ਸਕੂਲ। ਅਸੂਲ ਇਹ ਹੋਇਆ ਕਰਦਾ ਸੀ ਕਿ 8ਵੀਂ ਦਾ ਸਕੂਲ ਕੇਂਦਰ ਬਣੇਗਾ ਤੇ ਬਾਕੀ ਦੇ ਸਕੂਲਾਂ ਦੇ ਬੱਚੇ ਨੇ ਜਿਹੜੇ, ਉਹ ਸਾਡੇ ਪਿੰਡ ਇਮਤਿਹਾਨ ਦੇਣ ਆਇਆ ਕਰਨਗੇ। ਦੇਖੋ ਉਹਨਾਂ ਦਿਨਾਂ 'ਚ, ਅੱਜ ਤਾਂ ਮੈਂ ਇਹ ਦੇਖਦਾ ਕਿ 8ਵੀਂ ਤੱਕ ਫੇਲ ਹੀ ਨਹੀਂ ਕਰਨਾ ਕੋਈ ਵਿਦਿਆਰਥੀ, ਇਸ ਤਰ੍ਹਾਂ ਦੀਆਂ ਪਾਲਿਸੀਜ਼ ਚੱਲ ਰਹੀਆਂ ਨੇ। ਸਾਡੇ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਹੁੰਦਾ ਸੀ। ਸਾਡੇ ਵੇਲਿਆਂ 'ਚ
5ਵੀਂ ਦੇ ਕੁਐਸਚਨ ਪੇਪਰਸ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਪਟਿਆਲੇ ਤੋਂ ਛਪ ਕੇ ਆਉਂਦੇ ਹੁੰਦੇ। ਬਾਹਰੋਂ ਸਟਾਫ ਸਾਡਾ ਇਮਤਿਹਾਨ ਲੈਣ ਆਉਂਦਾ ਹੁੰਦਾ। 10 ਦਿਨ ਉਹ ਸਟਾਫ ਉੱਥੇ ਹੀ ਰਹਿੰਦਾ। 5 ਦਿਨ ਸਾਡੇ ਟੈਸਟ ਹੁੰਦੇ, 5 ਦਿਨ ਉਹ ਪੇਪਰ ਦੇਖਦੇ। 10 ਦਿਨਾਂ ਬਾਅਦ ਰਿਜ਼ਲਟ ਡਿਕਲੇਅਰ ਕਰਕੇ ਬਾਹਰਲੇ ਸਟਾਫ ਨੇ ਆਪੋ ਆਪਣੇ ਸਕੂਲਾਂ ਜਾਣਾ ਹੁੰਦਾ ਸੀ। ਜਿਹੜਾ ਸਾਨੂੰ ਟੀਚਰ ਪੜ੍ਹਾਉਂਦੇ ਸੀ ਉਹਨਾਂ ਦੀਆਂ ਡਿਊਟੀਆਂ ਹੋਰਾਂ ਸਕੂਲਾਂ 'ਚ ਲੱਗਦੀਆਂ ਸੀ ਇਮਤਿਹਾਨ ਦੀ। ਤੋ ਇਮਤਿਹਾਨ ਸ਼ੁਰੂ ਹੋਏ, ਪੇਪਰ ਵੰਡੇ ਗਏ। ਲਿਖਿਆ ਹੁੰਦਾ ਸੀ ਹੇਠ ਲਿਖੇ 7 ਸਵਾਲਾਂ ਵਿੱਚੋਂ 5 ਹੱਲ ਕਰੋ। 7 ਦੇ 7 ਹੱਲ ਕਰ ਦਿੰਦਾ। ਕੋਈ ਸਵਾਲ ਇਹੋ ਜਿਹਾ ਹੁੰਦਾ ਹੀ ਨਹੀਂ ਸੀ ਜਿਹੜਾ ਮੈਨੂੰ ਨਾ ਆਉਂਦਾ ਹੁੰਦਾ। 10 ਦਿਨਾਂ ਬਾਅਦ ਯਾਨੀ 5 ਦਿਨ ਪੇਪਰ ਹੋਏ, 5 ਦਿਨਾਂ ਬਾਅਦ ਫਿਰ ਹੋਰ ਅੱਗੋਂ ਰਿਜ਼ਲਟ ਡਿਕਲੇਅਰ ਹੋਇਆ। 14 ਪਿੰਡਾਂ ਚੋਂ ਮੈਂ ਟੌਪ ਕਰ ਗਿਆ। ਮੈਂ ਇੰਨਾ ਖੁਸ਼ ਹੋਇਆ ਕਿ ਘਰ ਜਾਣ ਦੀ ਬਜਾਏ ਸਕੂਲ ਚੋਂ ਸਿੱਧਾ ਖੇਤ ਨੂੰ ਦੌੜਿਆ। ਖੁਸ਼ਖਬਰੀ ਦੱਸਾਂ, ਖੁਸ਼ਖਬਰੀ ਦੱਸੀ, ਸ਼ਾਬਾਸ਼ ਮਿਲੀ, ਸਾਰੇ ਖੁਸ਼ ਹੋਏ। ਬਾਪੂ ਜੀ ਕਹਿੰਦੇ ਅੱਛਾ ਚਲੋ ਠੀਕ ਹੈ, ਤਾਂ ਹੋ ਗਈ ਗੱਲ, ਹੁਣ ਇਹ ਦੱਸ ਰੋਟੀ ਕਿੱਥੇ ਹੈ। ਮੈਂ ਕਿਹਾ ਰੋਟੀ ਤਾਂ ਮੈਂ ਭੁੱਲਿਆ। ਉਹ ਕਹਿੰਦੇ ਤੂੰ ਮਾਰ ਖਾਏਂਗਾ, ਜਾ ਰੋਟੀ ਲੈ ਕੇ ਆ। ਸਕੂਲ ਚੋਂ ਦੌੜਿਆ ਦੌੜਿਆ ਖੇਤ ਗਿਆ, ਖੇਤ ਤੋਂ ਦੌੜਿਆ ਦੌੜਿਆ ਘਰ ਆਇਆ, ਘਰੋਂ ਰੋਟੀ ਚੁੱਕ ਕੇ ਦੌੜਿਆ ਦੌੜਿਆ ਫੇਰ ਖੇਤ ਗਿਆ। ਇਹ 3 ਪੈਂਡੇ ਮੈਂ 3 ਦੌੜਾਂ 'ਚ ਮੁਕਾਏ। ਤੇ ਉਹ ਦੌੜਨ ਦੀ ਆਦਤ ਇਹੋ ਜਿਹੀ ਪਈ ਕਿ ਹੁਣ ਵੀ ਮੈਂ ਹੌਲੀ ਨਹੀਂ ਤੁਰਦਾ। ਮੈਨੂੰ ਲੱਗਦਾ ਵੀ ਕੋਈ ਨਾ ਕੋਈ ਮੈਨੂੰ ਉਡੀਕ ਰਿਹਾ। ਮੈਨੂੰ ਲੱਗਦਾ ਕੋਈ ਨਾ ਕੋਈ ਮੇਰਾ ਕੰਮ ਹੈ, ਕਿਤੇ ਉਹ ਪੈਂਡਿੰਗ ਨਾ ਰਹਿ ਜੇ, ਕਿਤੇ ਉਹ ਪਿੱਛੇ ਨਾ ਰਹਿ ਜੇ। ਤਾਂ 5ਵੀਂ ਜਮਾਤ 'ਚੋਂ ਮੈਨੂੰ ਫਿਰ ਰਿਜ਼ਲਟ ਤੋਂ ਇਹ ਹੌਸਲਾ ਹੋਇਆ ਕਿ ਜਿਹਦਾ ਦਿਮਾਗ ਘੱਟ ਨਹੀਂ ਹੈ, ਜੇ ਉਹ ਵੱਧ ਮਿਹਨਤ ਕਰੇ ਤਾਂ ਰੱਬ ਉਹਨੂੰ ਸਫਲ ਕਰ ਦਿੰਦਾ। ਘਰ ਦਾ ਮਾਹੌਲ ਧਾਰਮਿਕ ਸੀ। ਗੁਰਪੁਰਬ ਵਾਲੇ ਦਿਨ ਮਾਪੇ ਗੁਰਦੁਆਰੇ ਜਾਂਦੇ, ਮੱਥਾ ਟੇਕਦੇ, ਕੀਰਤਨ ਉਪਦੇਸ਼ ਸੁਣਦੇ। ਹੁੰਦਾ ਕਦੀ ਕਦਾਈ ਇਸ ਤਰ੍ਹਾਂ ਕਿ ਨੰਬਰ ਬਥੇਰੇ ਆਉਂਦੇ, ਅਗਲੀ ਕਲਾਸ 'ਚ ਚੜ੍ਹਦੇ, ਨਵੀਆਂ ਕਿਤਾਬਾਂ ਖਰੀਦਣ ਜੋਗੇ ਪੈਸੇ ਨਾ ਹੁੰਦੇ, ਵਰਦੀਆਂ ਸਵਾਉਣ ਜੋਗੇ ਪੈਸੇ ਨਾ ਹੁੰਦੇ, ਫੀਸ ਭਰਨ ਜੋਗੇ ਪੈਸੇ ਨਾ ਹੁੰਦੇ, ਉਦਾਸ ਹੋ ਜਾਂਦੇ। ਮਾਂ ਸਾਨੂੰ ਕਿਹਾ ਕਰਦੀ, ਜਿਹੜਾ ਬੱਚਾ ਫਿਕਰ ਕਰਦਾ ਹੈ ਨਾ, ਮੈਂ ਇਹ ਸਮਝ ਗਿਆ ਕਿ ਉਹ 10ਮ ਪਾਤਸ਼ਾਹ ਹਜ਼ੂਰ 'ਤੇ ਸ਼ੱਕ ਕਰਦਾ। ਤੁਹਾਨੂੰ ਇਹ ਪਤਾ ਨਹੀਂ ਹੈ ਕਿ ਆਪਣੇ ਪਿਤਾ ਕਿੱਡੇ ਅਮੀਰ ਨੇ। ਫਿਰ ਕਹਿੰਦੇ ਦਿਆਲੂ ਵੀ ਨੇ। ਅਮੀਰ ਤਾਂ ਸੰਸਾਰ 'ਚ ਹੋਰ ਵੀ ਬਹੁਤ ਹੈਗੇ, ਪਰ ਦਿਆਲੂ ਨਹੀਂ ਨਾ ਹਰੇਕ ਹੁੰਦਾ। ਸਾਡੇ ਪਿਤਾ 10ਮ ਪਾਤਸ਼ਾਹ ਦਿਆਲੂ ਵੀ ਬਹੁਤ ਨੇ। ਜੇ ਤੁਹਾਨੂੰ ਉਹਨਾਂ ਤੋਂ ਮੰਗਣਾ ਆ ਜੇ ਤਾਂ ਜੋ ਮਰਜ਼ੀ ਮੰਗ ਲਓ, ਉਹਨਾਂ ਕੋਲ ਸਭ ਕੁਛ ਹੈ। ਵਿੱਦਿਆ ਵੀ ਦੇਣਗੇ, ਦੌਲਤ ਵੀ ਦੇਣਗੇ, ਤੁਹਾਨੂੰ ਸ਼ੋਹਰਤ ਵੀ ਦੇਣਗੇ, ਤੁਹਾਨੂੰ ਅੱਗੋਂ ਫਿਰ ਨੌਕਰੀਆਂ ਵੀ ਦੇਣਗੇ, ਪਰ ਤੁਸੀਂ ਪਾਠ ਕਰਿਆ ਕਰੋ ਤੇ ਮੰਗਣਾ ਸਿੱਖੋ। 5ਵੀਂ ਜਮਾਤ ਦੇ ਵਿੱਚ ਮੈਨੂੰ ਜਪਜੀ ਸਾਹਿਬ ਕੰਠ ਹੋ ਗਿਆ ਸੀ। ਮੈਂ ਆਪਣੀ ਮਾਂ ਦੇ ਸੰਦੂਕ ਚੋਂ ਖੇਸ ਕੱਢਣ ਵਾਸਤੇ ਢੱਕਣ ਖੋਲ੍ਹਿਆ। ਉੱਥੇ ਰੁਮਾਲੇ 'ਚ ਵਲੇਟੀ ਕੋਈ ਕਿਤਾਬ ਪਈ ਸੀ। ਮੈਂ ਕਿਤਾਬ ਕੱਢ ਲਈ। ਜਦੋਂ ਗੰਢਾਂ ਖੋਲ੍ਹੀਆਂ ਤਾਂ ਵਿੱਚ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਸੀ। ਮੈਂ ਪੜ੍ਹਨੀ ਸ਼ੁਰੂ ਕੀਤੀ, ਮੈਨੂੰ ਚੰਗੀ ਲੱਗਣ ਲੱਗੀ। ਫਿਰ ਮੈਂ ਬੋਰੀ ਵਿਛਾ ਲੈਂਦਾ। ਬਾਪੂ ਜੀ ਨੇ ਮੈਨੂੰ ਰੇਹਲ ਲਿਆ ਕੇ ਦੇ ਦਿੱਤੀ। ਇੱਕ ਰੇਹਲ ਹੁੰਦਾ ਉਹ ਸਟੈਂਡ ਜਿਹਦੇ ਉੱਪਰ ਕਿਤਾਬ ਰੱਖਦੇ ਹਾਂ ਆਪਾਂ, ਖਾਸ ਕਰਕੇ ਧਾਰਮਿਕ ਪੋਥੀ। ਤੋ ਆਲੇ ਦੁਆਲੇ ਬੱਚੇ ਮੇਰੀ ਕਹਾਣੀ ਸੁਣਨ ਲੱਗ ਜਾਂਦੇ, ਸਾਖੀ ਸੁਣਨ ਲੱਗ ਜਾਂਦੇ। ਉਹ ਥੋੜ੍ਹੀ ਦੇਰ ਬਾਅਦ ਵੱਡੇ ਵੀ ਆ ਕੇ ਸੁਣਨ ਲੱਗ ਜਾਂਦੇ। ਮੈਨੂੰ ਸਾਖੀਆਂ ਇੰਨੀਆਂ ਚੰਗੀਆਂ ਲੱਗਦੀਆਂ ਬਚਪਨ 'ਚ ਕਿ ਮੈਨੂੰ ਬਹੁਤ ਸਾਖੀਆਂ ਯਾਦ ਹੋ ਗਈਆਂ। ਉਹ ਰੁਮਾਲ 'ਚੋਂ ਇੱਕ ਵਾਰੀ ਖੁੱਲ੍ਹੀ ਕਿਤਾਬ ਸਾਖੀ ਦੀ ਬਾਹਰ ਆਈ, ਪਤਾ ਨਹੀਂ ਕਿੰਨਿਆਂ ਸਾਲਾਂ ਬਾਅਦ ਸੰਦੂਕ 'ਚੋਂ, ਫਿਰ ਮੁੜ ਕੇ ਸੰਦੂਕ 'ਚ ਨਹੀਂ ਗਈ। ਫਿਰ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈ ਤੇ ਅੱਜ ਤੱਕ ਬਣੀ ਹੋਈ। ਤੋ ਸਾਖੀ ਸਾਹਿਤ ਨਾਲ ਲਗਨ ਜਿਹੜੀ ਮੈਨੂੰ ਆਪਣੇ ਘਰੋਂ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਤੋਂ ਪਈ। ਫਿਰ ਭੂਆ ਤੋਂ ਕਹਾਣੀਆਂ ਸੁਣਦੇ, ਦਾਦੀ ਤੋਂ ਕਹਾਣੀਆਂ ਸੁਣਦੇ, ਕਹਾਣੀ ਸੁਣਨੀ, ਕਹਾਣੀ ਸੁਣ ਕੇ ਕਹਾਣੀ ਯਾਦ ਹੋ ਜਾਣੀ, ਫਿਰ ਉਹ ਕਹਾਣੀ ਆਪ ਸੁਣਾਉਣੀ ਦੂਸਰਿਆਂ ਨੂੰ। ਪਰੀ ਕਹਾਣੀਆਂ, ਜਨੌਰ ਕਹਾਣੀਆਂ, ਜਿੰਨਾਂ ਦੀਆਂ, ਰਾਜਕੁਮਾਰਾਂ ਦੀਆਂ ਕਹਾਣੀਆਂ। ਇਹ ਕਹਾਣੀ ਦੀ ਜਿਹੜੀ ਵਿਧਾ ਹੈ, ਇਹ ਸਾਡੇ ਪਿੰਡਾਂ 'ਚ ਮੈਨੂੰ ਲੱਗਦਾ ਕਿ ਮੇਰੀ ਉਮਰ ਤੋਂ ਬਾਅਦ ਫਿਰ ਟੈਲੀਵਿਜ਼ਨ ਆ ਗਿਆ ਸੀ। ਟੈਲੀਵਿਜ਼ਨ ਨੇ ਫਿਰ ਉਹ ਸਾਡੀ ਪਰੰਪਰਾ ਤੋੜ ਦਿੱਤੀ। ਰਹਿੰਦੀ ਖੂੰਹਦੀ ਕਸਰ ਫਿਰ ਮੋਬਾਈਲ ਫੋਨਾਂ ਨੇ ਕੱਢ ਦਿੱਤੀ। ਹੁਣ ਕਹਾਣੀ ਸੁਣਨੀ ਤੇ ਕਹਾਣੀ ਸੁਣਾਉਣੀ ਉਹ ਮੈਨੂੰ ਸੁਪਨਾ ਹੀ ਲੱਗਦਾ ਬਸ। ਤੋ ਬਚਪਨ 'ਚ ਇਹ ਹੁੰਦਾ ਸੀ, ਜਦੋਂ ਮੈਂ ਸਕੂਲ ਪੜ੍ਹਨ ਲੱਗ ਗਿਆ ਤਾਂ ਵੱਡਾ ਭਰਾ ਜਦੋਂ ਛੁੱਟੀ ਆਉਂਦਾ, ਉਹਨੂੰ ਸਾਹਿਤ ਪੜ੍ਹਨ ਦਾ ਸ਼ੌਕ ਸੀ। ਉਹਨਾਂ ਦਿਨਾਂ 'ਚ ਇੱਕ ਤਾਂ ਆਰਸੀ ਮੈਗਜ਼ੀਨ ਨਿਕਲਦਾ ਹੁੰਦਾ ਸੀ, ਬੜਾ ਪਿਆਰਾ ਮੈਗਜ਼ੀਨ ਸੀ, ਹੁਣ ਬੰਦ ਹੋ ਚੁੱਕਿਆ। ਦੂਸਰਾ ਪ੍ਰੀਤਲੜੀ ਨਿਕਲਦਾ ਹੁੰਦਾ ਸੀ। ਉਹ ਡਾਕ ਰਾਹੀਂ ਆਰਸੀ ਤੇ ਪ੍ਰੀਤਲੜੀ ਮੰਗਵਾਉਂਦੇ ਹੁੰਦੇ ਸੀ ਤੇ 1 ਸਾਲ ਬਾਅਦ ਫਿਰ 12 ਆਰਸੀਆਂ ਤੇ 12 ਪ੍ਰੀਤਲੜੀਆਂ ਘਰ ਲੈ ਆਉਂਦੇ ਮੇਰੇ ਪੜ੍ਹਨ ਵਾਸਤੇ। ਮੈਨੂੰ ਉਹਨਾਂ ਮੈਗਜ਼ੀਨਾਂ 'ਚੋਂ ਪਤਾ ਲੱਗਿਆ ਕਿ ਕਹਾਣੀਆਂ
ਪਰੀ ਕਹਾਣੀਆਂ ਤੋਂ, ਰਾਜਿਆਂ ਰਾਜਕੁਮਾਰੀਆਂ ਦੀਆਂ ਕਹਾਣੀਆਂ ਤੋਂ ਵੱਖਰੀਆਂ ਵੀ ਹੁੰਦੀਆਂ ਨੇ, ਉਹ ਕਹਾਣੀਆਂ ਵੱਖਰੀਆਂ, ਲੇਕਿਨ ਰਸਦਾਇਕ ਕਹਾਣੀਆਂ ਤਾਂ ਪਰੀ ਕਹਾਣੀ ਹੁੰਦੀਆਂ ਸੀ। ਫਿਰ ਵੀ ਇਹ ਇੰਨੀਆਂ ਖੁਸ਼ਕ ਵੀ ਨਹੀਂ ਸਨ, ਕੁਛ ਨਾ ਕੁਛ ਇਹਨਾਂ ਤੋਂ ਲੱਭਦਾ ਸੀ। ਲੇਕਿਨ ਇਹ ਵੱਖਰੀ ਤਰ੍ਹਾਂ ਦਾ ਸਾਹਿਤ ਹੈ। ਇਹ ਮੇਰੇ ਭਰਾ ਤੋਂ ਮੈਨੂੰ ਪਤਾ ਲੱਗਿਆ। 8ਵੀਂ ਚੋਂ ਬਹੁਤ ਵਧੀਆ ਨੰਬਰ ਆਏ, 10ਵੀਂ ਚੋਂ ਮੈਰਿਟ 'ਚ ਆਇਆ। ਮੈਂ ਬਾਪੂ ਜੀ ਨੂੰ ਕਿਹਾ ਕਿ ਬਹੁਤ ਨੰਬਰ ਆ ਗਏ, ਤੁਸੀਂ ਕਿਹਾ ਕਰਦੇ ਸੀ ਕਿ ਵੱਡੇ ਭਰਾ ਤੋਂ ਵੱਧ ਨੰਬਰ ਲੈ ਲਏਗਾ ਤਾਂ ਫਿਰ ਤੈਨੂੰ ਅਸੀਂ ਕਾਲਜ 'ਚ ਪੜ੍ਹਨ ਲਾ ਦੇਵਾਂਗੇ, ਮੈਨੂੰ ਪੈਸੇ ਦਿਓ। ਪੈਸੇ ਹੈ? ਬਾਪੂ ਜੀ ਕਹਿੰਦੇ ਪੈਸੇ ਕਿੱਥੇ ਨੇ? ਮੈਂ ਕਿਹਾ ਪੈਸੇ ਕਿੱਥੇ ਨੇ, ਇਹ ਥੋੜ੍ਹਾ ਉੱਤਰ ਸੁਣਨਾ ਮੈਂ। ਚੰਗੀ ਗੱਲ ਵਾਸਤੇ, ਚੰਗੇ ਫੈਸਲੇ ਵਾਸਤੇ, ਚੰਗੇ ਮਨੋਰਥ ਵਾਸਤੇ ਪੈਸੇ ਮੰਗਦਾ, ਪੈਸੇ ਦਿਓ। ਬਾਪੂ ਜੀ ਕਹਿੰਦੇ ਤੇਰੀ ਮਾਂ ਦਾ ਕੋਈ ਗਹਿਣਾ ਜੇ ਪਿਆ ਤੈਨੂੰ ਦਿਸਦਾ ਹੈ, ਉਹ ਲੈ ਜਾ ਤੇ ਵੇਚ ਜਾ। ਆਪਣੇ ਘਰ ਪਸ਼ੂ ਨੇ ਥੋੜ੍ਹੇ ਜਿਹੇ, ਇਹਨਾਂ 'ਚ ਜਿਹੜਾ ਤੈਨੂੰ ਫਾਲਤੂ ਲੱਗਦਾ ਉਹ ਲੈ ਜਾ, ਵੇਚ ਜਾ। ਤੀਸਰਾ ਤੇਰੇ ਸਾਹਮਣੇ ਮੈਂ ਬੈਠਾ, ਮੈਨੂੰ ਵੇਚ, ਫਿਰ ਕਿਸੇ ਨਾਲ ਨੌਕਰ ਲਾ ਦੇ ਮੈਨੂੰ। ਮੈਨੂੰ ਕਹਿੰਦੇ ਕਿ ਮੈਨੂੰ ਪਤਾ ਹੈ ਤੂੰ ਪੜ੍ਹ ਸਕਦਾ ਹੈ, ਪਰ ਮੇਰੇ ਕੋਲ ਹੈ ਨਹੀਂ, ਤੈਨੂੰ ਦੇਣ ਨੂੰ ਪੈਸੇ ਨਹੀਂ ਹਨ। ਮੈਂ ਫਿਰ ਆਪਣੇ ਨਾਨਕੇ ਗਿਆ। ਮਾਮਾ ਜੀ ਖੁਸ਼ਹਾਲ ਸਨ, ਉਹਨਾਂ ਨੇ ਮੇਰੀ ਮਦਦ ਕੀਤੀ, ਇਕੱਲੀ ਪੈਸਿਆਂ ਨਾਲ ਮਦਦ ਨਹੀਂ ਕੀਤੀ। ਮੈਨੂੰ ਕਹਿੰਦੇ ਭਾਣਜੇ ਮੈਂ ਤੈਨੂੰ ਇੱਕ ਕਮਰਾ ਵੀ ਦਵਾ ਕੇ ਆਊਂਗਾ, ਮੇਰਾ ਦੋਸਤ ਹੈ ਪਟਿਆਲੇ, ਉਹਦੀ ਬੜੀ ਵੱਡੀ ਹਵੇਲੀ ਹੈ, ਇੱਕ ਉਹਦਾ ਬੇਟਾ ਹੈ ਅਤੇ ਉਹਦਾ ਨਾਂ ਹੈ ਲਾਲੀ ਜੀ, ਪੜ੍ਹਾਕੂ ਹੈ ਬੜਾ, ਨਾਲੇ ਤਾਂ ਤੁਹਾਨੂੰ ਸੰਗਤ ਮਿਲੂਗੀ ਚੰਗੀ ਅਤੇ ਨਾਲੇ ਤੁਹਾਨੂੰ ਛੱਤ ਮਿਲੂਗੀ। ਕਿਸਮਤ ਖੁੱਲ੍ਹ ਗਈ, ਪਟਿਆਲੇ ਮਹਿੰਦਰਾ ਕਾਲਜ 'ਚ ਦਾਖਲ ਹੋ ਗਏ। ਮਹਿੰਦਰਾ ਕਾਲਜ 'ਚ ਥੋੜ੍ਹੀ ਜਿਹੀ ਪੜ੍ਹਾਈ, ਕਿਉਂਕਿ ਮੈਂ ਆਪਣੇ ਆਪ ਹੀ ਆਪਟ ਕੀਤਾ ਸੀ ਕਿ ਮੇਰਾ ਮੀਡੀਅਮ ਇੰਗਲਿਸ਼ ਹੋਏਗਾ। ਵੱਡੇ ਭਾਈ ਸਾਹਿਬ ਮੈਨੂੰ ਕਿਹਾ ਕਰਦੇ ਸਨ ਕਿ ਜੇ ਤੂੰ ਅਫਸਰੀ ਲੈਣੀ ਹੈ, ਅਫਸਰੀ ਚਾਹੇ ਤੂੰ ਏਅਰਫੋਰਸ 'ਚ ਲੈ, ਚਾਹੇ ਡਿਫੈਂਸ ਦੀ ਕਿਸੇ ਹੋਰ ਵਿਧਾ 'ਚ, ਲੇਕਿਨ ਤੇਰੀ ਅੰਗਰੇਜ਼ੀ ਅੱਛੀ ਹੋਣੀ ਚਾਹੀਦੀ ਹੈ। ਫਿਰ ਤੂੰ ਕੰਪੀਟੀਸ਼ਨ ਦੇ ਐਗਜ਼ਾਮ ਵੀ ਕਰੇਂਗਾ ਪਾਸ, BA ਕਰਨ ਤੋਂ ਬਾਅਦ ਉੱਥੇ ਵੀ ਅੰਗਰੇਜ਼ੀ ਦੀ ਲੋੜ ਪਏਗੀ। ਉਹ ਮੈਨੂੰ ਕਿਹਾ ਕਰਦੇ ਤੂੰ ਪੰਜਾਬੀ ਦੇ ਗੀਤ ਨਾ ਸੁਣਿਆ ਕਰ, ਤੂੰ ਪੰਜਾਬੀ ਦੀਆਂ ਕਿਤਾਬਾਂ ਘੱਟ ਪੜ੍ਹਿਆ ਕਰ, ਹਿੰਦੀ ਦੀਆਂ ਇਹਦੇ ਨਾਲ ਚੰਗੀਆਂ ਨੇ, ਅੰਗਰੇਜ਼ੀ ਦੀਆਂ ਤਾਂ ਬਹੁਤ ਵਧੀਆ ਨੇ, ਜੇ ਤੂੰ ਅੰਗਰੇਜ਼ੀ ਨਾਲ ਆਪਣਾ ਰਾਬਤਾ ਰੱਖੇਂਗਾ ਤਾਂ ਤੈਨੂੰ ਅਕਲ ਆਏਗੀ। ਮੈਂ ਸ਼ੁਰੂ ਸੋਚਿਆ ਕਰਦਾ ਵੀ ਇਹ ਗੱਲਾਂ ਫੌਜੀਆਂ ਨੂੰ ਆਉਂਦੀਆਂ ਨੇ, ਇਹੋ ਜਿਹੀ ਗੱਲਾਂ, ਪੰਜਾਬੀ ਤੋਂ ਵਧੀਆ ਹੋਰ ਗੱਲ ਕਾਹਦੇ 'ਚ ਹੋ ਸਕਦੀ ਹੈ। ਮੇਰੇ ਅਕਲ 'ਚ ਆਉਂਦੀ ਨਹੀਂ ਸੀ ਗੱਲ, ਪਰ ਸਹਿਜੇ ਸਹਿਜੇ ਮੈਨੂੰ ਪਤਾ ਲੱਗਿਆ ਵੀ ਇਹ ਗੱਲ ਠੀਕ ਹੈ, ਮੈਨੂੰ ਆਪਣੀ ਅੰਗਰੇਜ਼ੀ ਠੀਕ ਕਰਨੀ ਚਾਹੀਦੀ। ਤੋ BA ਕੀਤੀ, ਯੂਨੀਵਰਸਿਟੀ 'ਚੋਂ ਟੌਪ 'ਤੇ ਰਿਹਾ। MA ਕੀਤੀ, ਰਿਕਾਰਡ ਰਿਵਾਈਜ਼ ਕੀਤਾ ਯੂਨੀਵਰਸਿਟੀ ਦਾ। ਮਹਿੰਦਰਾ ਕਾਲਜ 'ਚ ਪੜ੍ਹਦਿਆਂ ਮੈਂ ਕਦੀ ਕਦਾਈ ਕਵਿਤਾ ਲਿਖਦਾ, ਕਦੀ ਕਦੀ ਕੋਈ ਲੇਖ ਲਿਖਦਾ, ਉਹ ਕਿਸੇ ਅਖਬਾਰ ਨੂੰ ਭੇਜ ਦਿੰਦਾ, ਕਿਸੇ ਰਸਾਲੇ ਨੂੰ ਭੇਜ ਦਿੰਦਾ, ਉਹ ਛਾਪਦੇ ਹੀ ਨਾ। ਮੈਂ ਬੜਾ ਦੁਖੀ ਹੁੰਦਾ ਇਸ ਗੱਲੋਂ ਕਿ ਇਹਨਾਂ ਨੂੰ ਕੀ ਹੋਇਆ, ਇੰਨੀ ਵਧੀਆ ਤਾਂ ਮੇਰੀ ਲਿਖਤ ਹੁੰਦੀ ਹੈ, ਇਹ ਛਾਪਦੇ ਕਿਉਂ ਨਹੀਂ। ਨਾ ਛਾਪਣੀ ਸੀ, ਨਾ ਛਾਪੀ। ਮੈਂ ਆਪਣੇ ਅੰਗਰੇਜ਼ੀ ਦੇ ਪ੍ਰੋਫੈਸਰ ਨਰਿੰਦਰ ਕਾਲੀਆ, ਬਹੁਤ ਵਧੀਆ ਟੀਚਰ, ਉਰਦੂ ਦੇ ਸ਼ਾਇਰ, ਜਾਂ ਅੰਗਰੇਜ਼ੀ ਬੋਲਦੇ ਜਾਂ ਉਰਦੂ, ਮੈਂ ਉਹਨਾਂ ਨੂੰ ਨਾ ਹਿੰਦੀ ਬੋਲਦਿਆਂ ਸੁਣਿਆ ਸੀ, ਨਾ ਕਦੀ ਪੰਜਾਬੀ ਬੋਲਦਿਆਂ ਸੁਣਿਆ। ਮੈਂ ਉਹਨਾਂ ਨੂੰ ਪੁੱਛਿਆ ਕਿ ਮੇਰਾ ਲਿਖਣ ਨੂੰ ਦਿਲ ਕਰਦਾ ਹੈ, ਪਰ ਕਿਉਂਕਿ ਛਾਪਦੇ ਨਹੀਂ ਹਨ ਮੈਨੂੰ, ਇਸ ਕਰਕੇ ਹੋ ਸਕਦਾ ਮੈਨੂੰ ਨਾ ਲਿਖਣਾ ਆਉਂਦਾ ਹੋਵੇ। ਸਰ ਮੈਨੂੰ ਇਹ ਦੱਸੋ ਕਿ ਲਿਖਣ ਨੂੰ ਦਿਲ ਕਰਦਾ ਹੋਵੇ ਪਰ ਲਿਖਣਾ ਆਉਂਦਾ ਨਾ ਹੋਵੇ, ਫਿਰ ਕੀ ਕਰਨਾ ਚਾਹੀਦਾ। ਉਹ ਕਹਿੰਦੇ ਜੇ ਨਾ ਲਿਖਣਾ ਆਉਂਦਾ ਹੋਵੇ, ਲਿਖਣ ਨੂੰ ਦਿਲ ਕਰਦਾ ਹੋਵੇ, ਤਾਂ ਫਿਰ ਪੜ੍ਹਨਾ ਸ਼ੁਰੂ ਕਰੋ। ਜੇ ਇੱਕ ਜਨਮ ਤੁਸੀਂ ਪੜ੍ਹਦੇ ਰਹੋਗੇ ਤਾਂ ਰੱਬ ਮਿਹਰਬਾਨ ਹੋ ਕੇ ਫਿਰ ਅਗਲਾ ਜਨਮ ਲੇਖਕ ਦਾ ਦੇ ਦਿੰਦਾ। ਅਗਲਾ ਵਾਕ ਸੀ ਉਹਨਾਂ ਦਾ, ਜੇ ਤੁਹਾਡਾ ਗਾਉਣ ਨੂੰ ਦਿਲ ਕਰਦਾ ਹੈ, ਗਾਉਣਾ ਨਹੀਂ ਆਉਂਦਾ, ਗਲਾ ਹੋ ਸਕਦਾ ਤੁਹਾਡਾ ਸੁਰ 'ਚ ਨਾ ਹੋਵੇ, ਤੁਹਾਡੇ ਕੰਨ ਤਾਂ ਠੀਕ ਨੇ ਨਾ, ਫਿਰ ਵੱਡੇ ਉਸਤਾਦਾਂ ਨੂੰ ਸੁਣੋ। ਇੱਕ ਜਨਮ ਜੇ ਵੱਡੇ ਉਸਤਾਦਾਂ ਨੂੰ ਸੁਣਦੇ ਰਹੋਗੇ, ਫਿਰ ਅਗਲਾ ਜਨਮ ਰੱਬ ਖੁਸ਼ ਹੋ ਕੇ ਤੁਹਾਨੂੰ ਗਾਇਕ ਦਾ ਦੇਵੇਗਾ। ਇਹ ਵਿਧਾਵਾਂ ਨੇ ਜਿਹੜੀਆਂ, ਲਿਖਣਾ, ਗਾਉਣਾ, ਪੇਂਟਿੰਗ, ਮਿਊਜ਼ਿਕ, ਇਹ ਅਚਾਨਕ ਥੋੜ੍ਹਾ ਆ ਜਾਂਦੀਆਂ ਨੇ। ਕਈ ਜਨਮ ਕੋਇਲ, ਕਈ ਜਨਮ ਬੁਲਬੁਲ, ਕਈ ਜਨਮ ਪਪੀਹਾ, ਉਹਦੇ ਤੋਂ ਬਾਅਦ ਫਿਰ ਗਾਇਕ ਨੂੰ ਸੁਰ ਦਾ ਗਲਾ ਮਿਲਦਾ। ਇਸ ਕਰਕੇ ਤੂੰ ਇਹ ਫੈਸਲਾ ਕਰ ਲੈ ਕਿ ਤੂੰ ਇਸ ਜਨਮ 'ਚ ਪੜ੍ਹੇਂਗਾ। ਲੋ ਜੀ ਠੀਕ ਹੈ, ਫਿਰ ਅਗਲਾ ਜਨਮ ਦੇਖਾਂਗੇ, ਫਿਰ ਅਗਲੇ ਜਨਮ 'ਚ ਲੇਖ ਹੋ ਜਾਂਗੇ, ਇਸ ਜਨਮ 'ਚ ਨਾ ਸਹੀ। ਆਪਾਂ ਪੜ੍ਹਨਾ ਸ਼ੁਰੂ ਕੀਤਾ। ਕੋਰਸ ਦੀਆਂ ਕਿਤਾਬਾਂ ਤਾਂ ਪੜ੍ਹਦੇ ਹੀ ਪੜ੍ਹਦੇ, ਉਹਨਾਂ ਦੇ ਤਾਂ ਕੋਈ ਵਿਵਾਦ ਹੀ ਨਹੀਂ, ਪੜ੍ਹਨੀਆਂ ਨੇ, ਬਹੁਤ ਵਧੀਆ ਨੰਬਰ ਲੈਣੇ ਨੇ, ਲੇਕਿਨ ਕੋਰਸ ਤੋਂ ਵੀ ਇਲਾਵਾ ਕਿਤਾਬਾਂ ਵੀ ਪੜ੍ਹਨੀਆਂ ਸ਼ੁਰੂ ਕੀਤੀਆਂ।
ਸਕੂਲ 'ਚ ਪਹਿਲਾਂ ਇੱਕ ਗੱਲ ਦੱਸਾਂ ਆਪਣੇ ਸਰੋਤਿਆਂ ਨੂੰ ਕਿ ਮਾਸਟਰ ਦੇਵਰਾਜ ਪੰਜਾਬੀ ਦੇ ਪ੍ਰੋਫੈਸਰ ਸਨ, ਪੰਜਾਬੀ ਦੇ ਮਾਸਟਰ ਜੀ, ਤੋਂ ਬਹੁਤ ਮਿਹਨਤ ਕਰਾਉਂਦੇ ਸਨ। ਉਹਨਾਂ ਨੂੰ ਲਾਇਬ੍ਰੇਰੀ ਦਾ ਚਾਰਜ ਵੀ ਦਿੱਤਾ ਹੋਇਆ ਸੀ। ਲਾਇਬ੍ਰੇਰੀਅਨ ਦੀ ਵੱਖਰੀ ਪੋਸਟ ਨਹੀਂ ਸੀ, ਕੋਈ ਵੱਖਰਾ ਲਾਇਬ੍ਰੇਰੀਅਨ ਨਹੀਂ ਸੀ ਸਾਡੇ ਕੋਲ। 4 ਅਲਮਾਰੀਆਂ, ਉਹੀ ਕਿਤਾਬਾਂ ਇਸ਼ੂ ਕਰਦੇ, ਉਹੀ ਕਿਤਾਬਾਂ ਵਾਪਸ ਕਰਦੇ, ਤੇ ਉਹਨਾਂ ਨੂੰ ਇਹ ਕੰਮ ਫਾਲਤੂ ਜਿਹਾ ਲੱਗਦਾ ਸੀ, ਉਹਨਾਂ ਨੂੰ ਪਸੰਦ ਨਹੀਂ ਸੀ ਕਿਉਂਕਿ ਐਕਸਟਰਾ ਡਿਊਟੀ ਸੀ। ਉਹਨਾਂ ਨੇ ਮੈਨੂੰ ਦੇਖਿਆ ਵੀ ਪੜ੍ਹਨ ਨੂੰ ਠੀਕ ਹੈ, ਆਖਾ ਮੰਨਦਾ। ਇੱਕ ਦਿਨ ਮੈਨੂੰ ਬੁਲਾ ਕੇ 4 ਚਾਬੀਆਂ ਦੇ ਦਿੱਤੀਆਂ, 4 ਅਲਮਾਰੀਆਂ ਦੀਆਂ। ਮੈਨੂੰ ਕਹਿੰਦੇ ਇਹਨਾਂ ਦਾ ਇੰਚਾਰਜ ਅੱਜ ਤੋਂ ਤੂੰ ਹੈ, ਆਹ ਰਜਿਸਟਰ ਪਿਆ, ਜਿਹੜਾ ਬੱਚਾ ਕਿਤਾਬ ਲੈਣ ਆਵੇ ਉਹਦਾ ਨਾਂ ਲਿਖੀ, ਕਲਾਸ ਲਿਖੀ, ਰੋਲ ਨੰਬਰ ਲਿਖੀ, ਕਿਤਾਬ ਦਾ ਨਾਂ ਲਿਖੀ, ਫਿਰ ਉਹਦੇ ਦਸਤਖਤ ਕਰਵਾਈ। ਨਾਲੇ ਉਹਨੂੰ ਦੱਸਦੀ ਵੀ 15 ਦਿਨਾਂ ਦੇ ਅੰਦਰ ਜੇ ਨਾ ਮੋੜੀ ਤਾਂ 1 ਆਨਾ ਰੋਜ਼ ਦਾ ਫਿਰ ਇਹਦਾ ਜੁਰਮਾਨਾ ਲੱਗਿਆ ਕਰਨਾ। ਚਲੋ ਡਿਊਟੀ ਤਾਂ ਮੈਨੂੰ ਮਿਲਣੀ ਸੀ, ਜਿਹੜੀ ਮਿਲ ਗਈ, ਮਾੜਾ ਮੋਟਾ ਕੰਮ ਕਰਨ 'ਚ ਹਰਜ ਕੀ ਹੈ, ਕਰਨਾ ਸੀ ਖੁਸ਼ੀ ਦਾ। ਲੇਕਿਨ ਉਹ ਜਿਹੜੀ ਚਾਬੀਆਂ ਮਿਲ ਗਈਆਂ ਮੈਨੂੰ, ਉਹ ਸਮਝੋ ਤੁਸੀਂ ਵੀ ਖਜ਼ਾਨਾ ਮਿਲ ਗਿਆ ਮੈਨੂੰ ਤਾਂ ਮੁਫਤ 'ਚ। ਅੱਗੇ ਇੱਕ ਅੱਧੀ ਕਿਤਾਬ ਮਾਸਟਰ ਜੀ ਮੈਨੂੰ ਤਾਂ ਕਰਵਾ ਕੇ ਦਿੰਦੇ, ਹੁਣ ਮੈਂ ਕਿਤਾਬਾਂ ਦਾ ਮਾਲਕ ਹੋ ਗਿਆ। ਮੈਂ 1 ਅਲਮਾਰੀ ਸ਼ੁਰੂ ਕੀਤੀ, 10ਵੀਂ ਕਰਨ ਤੱਕ ਮੈਂ ਉਹ 4 ਅਲਮਾਰੀਆਂ ਪੜ੍ਹ ਦਿੱਤੀਆਂ। ਕਿਹੜੀ ਪੜ੍ਹਨੀ ਹੈ, ਕਿਹੜੀ ਛੱਡਣੀ ਹੈ, ਇਸ ਗੱਲ ਦੀ ਕੋਈ ਅਕਲ ਨਹੀਂ ਸੀ। ਪਰ ਕਿਤਾਬ ਕਿਤਾਬ ਹੈ, ਕੋਈ ਕਿਤਾਬ ਮਾੜੀ ਹੁੰਦੀ ਨਹੀਂ, ਔਰ ਮਾੜੀ ਕੋਈ ਕਿਤਾਬ ਹੈ ਹੀ ਨਹੀਂ ਸੀ ਉੱਥੇ। ਤੋ ਇਹ ਕਿਤਾਬਾਂ ਉੱਥੋਂ ਪੜ੍ਹਦੇ ਹਾਂ, ਇੱਕ ਕਿਤਾਬ ਮੇਰੇ ਹੱਥ ਲੱਗੀ, ਉਸ ਕਿਤਾਬ ਦਾ ਨਾਂ ਸੀ ਕਠਪੁਤਲਾ। ਕਠਪੁਤਲਾ ਇੱਕ ਬੱਚੇ ਦੀ ਕਹਾਣੀ ਹੈ, ਉਹਦਾ ਨਾਂ ਸੀ ਪਿਨਾਕੀਓ। ਹੁਣ ਤਾਂ ਪਿਨਾਕੀਓ ਬੱਚਿਆਂ ਨੇ ਸ਼ਾਇਦ ਪਿਕਚਰ ਵੀ ਦੇਖ ਲਈ ਹੋਈ। ਦੁਨੀਆ ਦੀ ਹਰੇਕ ਜ਼ੁਬਾਨ 'ਚ ਇਸ ਨਾਵਲ ਦਾ ਅਨੁਵਾਦ ਹੋ ਚੁੱਕਿਆ ਤੇ ਬਹੁਤ ਸਾਰੀਆਂ ਜ਼ੁਬਾਨਾਂ 'ਚ ਇਹਦੀ ਫਿਲਮ ਬਣ ਚੁੱਕੀ ਹੈ। ਪਿਨਾਕੀਓ ਇੱਕ ਸ਼ਰਾਰਤੀ ਬੱਚਾ ਹੈ ਜਿਹੜਾ ਆਪਣੇ ਮਾੜੇ ਸੁਭਾਅ ਸਦਕਾ, ਇਲਤੀ ਸੁਭਾਅ ਸਦਕਾ ਥਾਂ ਥਾਂ 'ਤੇ ਮੁਸੀਬਤਾਂ 'ਚ ਫਸਦਾ ਹੈ, ਫਿਰ ਮੁਸੀਬਤਾਂ 'ਚੋਂ ਨਿਕਲਦਾ ਹੈ। ਮੁਸੀਬਤ 'ਚ ਨਿਕਲਣ ਤੋਂ ਬਾਅਦ ਉਹ ਬਾਰ-ਬਾਰ ਆਪਣੇ ਆਪ ਨੂੰ ਲਾਹਨਤਾਂ ਵੀ ਪਾਉਂਦਾ ਤੇ ਆਖਦਾ ਅੱਗੋਂ ਨੂੰ ਮੈਂ ਠੀਕ ਤਰੀਕੇ ਨਾਲ ਚੱਲਿਆ ਕਰੂੰਗਾ, ਲੇਕਿਨ ਫਿਰ ਨਹੀਂ ਠੀਕ ਹੁੰਦਾ। ਅਖੀਰ ਤੱਕ ਉਲਝਣਾ, ਔਕੜਾਂ, ਮੁਸ਼ਕਲਾਂ ਬੇਅੰਤ ਆਉਂਦੀਆਂ ਨੇ ਤੇ ਫਿਰ ਨਿਕਲਦਾ ਜਾਂਦਾ। ਅਖੀਰ 'ਚ ਫਿਰ ਉਹ ਬਹੁਤ ਸਿਆਣਾ ਤੇ ਲਾਇਕ ਬੱਚਾ ਬਣ ਜਾਂਦਾ। ਇਹ ਕਿਤਾਬ ਹੈ ਜਿਹੜੀ, ਇਹਦਾ ਟਾਈਟਲ ਮੈਨੂੰ ਹੁਣ ਤੱਕ ਯਾਦ ਹੈ, ਹਰੇ ਰੰਗ ਦਾ ਟਾਈਟਲ ਸੀ। ਉੱਪਰ ਲਿਖਿਆ ਹੋਇਆ ਸੀ ਇਟਾਲੀਅਨ ਨਾਵਲ ਪਿਨਾਕੀਓ ਤੋਂ ਪੰਜਾਬੀ ਵਿੱਚ ਸਿੱਧਾ ਅਨੁਵਾਦ। ਹੇਠਾਂ ਲਿਖਿਆ ਹੋਇਆ ਸੀ ਅਨੁਵਾਦਕ ਰਜਿੰਦਰ ਸਿੰਘ ਆਲੂਵਾਲੀ। ਮੈਂ ਮਾਸਟਰ ਜੀ ਨੂੰ ਪੁੱਛਿਆ ਕਿ ਰਜਿੰਦਰ ਸਿੰਘ ਆਲੂਵਾਲੀਆ, ਇਹਦਾ ਮਤਲਬ ਇਟਾਲੀਅਨ ਬੋਲੀ ਵੀ ਜਾਣਦਾ ਹੋਊਗਾ? ਉਹ ਕਹਿੰਦਾ ਹਾਂ ਜਾਣਦਾ ਹੋਊਗਾ, ਫਿਰ ਤਾਂ ਹੀ ਤਾਂ ਲਿਖੇ। ਮੈਂ ਕਿਹਾ ਜੀ ਇਹ ਕੌਣ ਹੈ? ਮਾਸਟਰ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਮੈਂ ਕਾਲਜ 'ਚ ਆ ਕੇ ਪੁੱਛਿਆ ਆਪਣੇ ਟੀਚਰ ਨੂੰ, ਉਹ ਕਹਿੰਦੇ ਵੀ ਇਹ ਨਾਮ ਮਸ਼ਹੂਰ ਬਹੁਤ ਹੈ, ਲੇਕਿਨ ਇਹਦਾ ਇਹ ਵੀ ਮੈਨੂੰ ਪਤਾ ਹੈ ਕਿ ਕਲੌਦੀ ਇਟਾਲੀਅਨ ਲੇਖਕ ਹੈ ਜਿਹੜਾ, ਉਹ ਇਹਦਾ ਨਾਵਲਕਾਰ ਦਾ, ਉਹ ਇਹਦਾ ਨਾਵਲਕਾਰ ਹੈ, ਲੇਖਕ ਹੈ, ਲੇਕਿਨ ਇਟਾਲੀਅਨ 'ਚੋਂ ਪੰਜਾਬੀ 'ਚ ਕੀਤਾ ਉਹਨੇ, ਉਹ ਕਿਸ ਕਪੈਸਿਟੀ 'ਚ ਸੀ ਉੱਥੇ ਜਾਂ ਕਿਵੇਂ ਸਿੱਖੀ ਇਟਾਲੀਅਨ, ਇਹਦਾ ਮੈਨੂੰ ਪਤਾ ਨਹੀਂ। ਫਿਰ ਮੈਂ PhD ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗਿਆ। ਉੱਥੇ ਸਰਦਾਰ ਕਪੂਰ ਸਿੰਘ ICS ਦੀ ਕੋਠੀ ਤਕਰੀਬਨ ਹਰ ਸ਼ਾਮ ਨੂੰ ਜਾਂਦਾ, ਉਹਨਾਂ ਦਾ ਹੁਕਮ ਸੀ ਵੀ ਆਪਾਂ ਇਕੱਠਿਆਂ ਸੈਰ ਕਰਨੀ। ਮੈਂ ਫਿਰ ਉਹਨਾਂ ਨੂੰ ਪੁੱਛਿਆ ਵੀ ਆਹ ਕਿਤਾਬ ਪੜ੍ਹੀ ਸੀ ਮੈਂ, ਤੇ ਇਹ ਨਾਂ ਹੈ ਰਜਿੰਦਰ ਸਿੰਘ ਆਲੂਵਾਲੀ। ਉਹ ਕਹਿੰਦੇ ਮੈਂ ਜਾਣਦਾ ਇਹਨਾਂ ਨੂੰ। ਕਹਿੰਦੇ ਇਹ ਇੰਡੀਅਨ ਅੰਬੈਸੀ ਦੇ ਦਫ਼ਤਰ ਵਿੱਚ ਇਟਲੀ 'ਚ ਦਫ਼ਤਰ ਦਾ ਸੁਪਰਡੈਂਟ ਨਿਯੁਕਤ ਹੋਇਆ ਸੀ, ਉੱਥੇ ਜਾ ਕੇ ਇਹਨੇ ਇਟਾਲੀਅਨ ਸਿੱਖ ਲਈ ਸੀ। ਕਹਿੰਦੇ ਮੈਨੂੰ ਇਹ ਪਤਾ ਲੱਗਿਆ ਕਿ ਇਹਦੀਆਂ 1-2 ਕਿਤਾਬਾਂ ਹੋਰ ਵੀ ਹੈਗੀਆਂ ਅਨੁਵਾਦ ਕੀਤੀਆਂ ਹੋਈਆਂ, ਲੇਕਿਨ ਸਾਨੂੰ ਲੱਭੀਆਂ ਨਹੀਂ ਹਨ ਉਹ। ਤੋ ਇਹ ਕਿਤਾਬ ਮੈਂ ਇਸ ਕਰਕੇ ਜ਼ਿਕਰ ਕੀਤਾ ਕਿ ਇਸ ਕਿਤਾਬ ਨੇ ਮੇਰੇ ਉੱਤੇ ਅਸਰ ਕੀਤਾ ਕਿ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ। ਫਿਰ ਕਾਲਜ 'ਚ ਪੜ੍ਹਦਿਆਂ ਮੈਨੂੰ ਇੱਕ ਲੇਖਕ ਚੰਗਾ ਲੱਗਾ, ਅਲਬਰਟੋ ਮੋਰਾਵੀਆ। ਅਲਬਰਟੋ ਮੋਰਾਵੀਆ ਵੀ ਇਟਾਲੀਅਨ। ਦ ਰੋਮਨ ਟੇਲਸ ਉਹਦੀ ਕਿਤਾਬ, ਇੰਨੀ ਸੋਹਣੀ ਕਿਤਾਬ, ਇੰਨੀ ਡੂੰਘੀ ਕਿਤਾਬ, ਕਹਾਣੀਆਂ ਇੰਨੀਆਂ ਸ਼ਾਨਦਾਰ। ਅੰਗਰੇਜ਼ੀ ਉਹਦੀ ਇਸ ਤਰ੍ਹਾਂ ਦੀ ਜਿਵੇਂ ਪੰਜਾਬੀ ਹੁੰਦੀ ਹੈ। ਉਦੋਂ 2 ਨਾਵਲ ਛਪੇ ਸੀ ਤੇ 2 ਕਹਾਣੀਆਂ ਦੀਆਂ ਕਿਤਾਬਾਂ ਛਪੀਆਂ ਸੀ। ਆਪਣੇ ਅੰਗਰੇਜ਼ੀ ਦੇ ਪ੍ਰੋਫੈਸਰ ਨਰਿੰਦਰ ਕਾਲੀਆ ਨੂੰ ਮੈਂ ਪੁੱਛਿਆ ਕਿ ਸਰ ਇਹ ਬਹੁਤ ਗਜ਼ਬ ਦਾ ਅਥਰ ਹੈ ਅਲਬਰਟੋ ਮੋਰਾਵੀਆ। ਕਹਿੰਦੇ ਚੰਗਾ ਲੱਗਿਆ? ਮੈਂ ਕਿਹਾ ਹਾਂ ਬਹੁਤ ਚੰਗਾ ਲੱਗਿਆ। मैं क्या नोबेल प्राइज मिल गया? वो हंस पे, नोबेल प्राइज खेल होती है क्या? अभी तो बहुत छोटा है ये, बहुत काम करना पड़ेगा, अभी बड़ा लंबा सफ़र है ये, तब कहीं मंजिल नसीब होती है। लेकिन फिर भी इस बात की खुशी हुई कि तुम अच्छे लोगों को पढ़ रहे हो, कंटिन्यू इट, गो ऑन। तो होया कि ये गल्लां होईयां बीतियां,
ਅਜੇ ਗੱਲਾਂ ਦੱਸਾਂਗਾ ਤੁਹਾਨੂੰ ਕਾਲਜ ਦੀਆਂ ਵੀ ਤੇ ਯੂਨੀਵਰਸਿਟੀ ਦੀਆਂ ਵੀ, ਲੇਕਿਨ ਇੱਕ ਗੱਲ ਵਿੱਚੋਂ ਦੀ ਪਹਿਲੋਂ ਦੱਸਣੀ ਜ਼ਰੂਰੀ ਹੈ ਜਿਹੜੀ ਇਸ ਪ੍ਰਸੰਗ ਨਾਲ ਜੁੜਦੀ ਹੈ, ਉਹ ਇਹ ਕਿ ਤਕਰੀਬਨ 10 ਕੁ ਸਾਲ ਬੀਤੇ ਹੋਣਗੇ, ਅਖਬਾਰ ਆਇਆ, ਅਖਬਾਰ ਦੇ ਉੱਪਰ ਇੱਕ ਖਬਰ ਨਾਲ ਫੋਟੋ ਛਪੀ ਹੋਈ, ਅਲਬਰਟੋ ਮਰਾਵੀਆ ਰਿਕਮੈਂਡਡ ਫਾਰ ਨੋਬਲ ਪ੍ਰਾਈਜ਼ ਇਨ ਲਿਟਰੇਚਰ। ਮੇਰਾ ਇੱਕ ਜਮਾਤੀ ਹੁੰਦਾ ਸੀ, ਉਹ ਵੀ ਮੇਰੇ ਨਾਲ ਸੀ ਜਦੋਂ ਅਸੀਂ ਅਲਬਰਟੋ ਮਰਾਵੀਆ ਪੜ੍ਹਿਆ। ਉਹ ਏਅਰ ਫੋਰਸ 'ਚ ਭਰਤੀ ਹੋ ਗਿਆ ਸੀ ਤੇ ਬਤੌਰ ਪਾਇਲਟ ਅਸਾਮ 'ਚ ਨੌਕਰੀ ਕਰ ਰਿਹਾ ਸੀ। ਮੈਨੂੰ ਪੁਰਾਣੀ ਗੱਲ ਯਾਦ ਆਈ ਕਿ ਇਸ ਤਰ੍ਹਾਂ ਦੀ ਇੱਕ ਗੱਲਬਾਤ ਹੋਈ ਸੀ। ਉਹ ਚਲੋ ਹੋ ਜਾਂਦੀਆਂ ਨੇ, ਇਤਫਾਕ ਨੇ ਜ਼ਿੰਦਗੀ। ਘੰਟੇ ਕੁ ਬਾਅਦ ਮੇਰੇ ਕੋਲ ਮੇਰੇ ਇਸ ਦੋਸਤ ਦਾ, ਅਜੀਤ ਸਿੰਘ ਇਹਦਾ ਨਾਂ, ਦੋਸਤ ਦਾ ਫੋਨ ਆ ਗਿਆ। ਕਹਿੰਦਾ ਤੂੰ ਹਰਪਾਲ ਦੇਖੀ ਅੱਜ ਦੀ ਅਖਬਾਰ? ਮੈਂ ਕਿਹਾ ਹਾਂ। ਖਬਰ ਪੜ੍ਹ ਲਈ? ਮੈਂ ਪੜ੍ਹ ਲਈ। ਕਹਿੰਦਾ ਕਿਹਨੇ ਦਵਾਇਆ ਇਹਨੂੰ ਨੋਬਲ ਪ੍ਰਾਈਜ਼? ਮੈਂ ਕਿਹਾ ਆਪਾਂ ਦੋਵਾਂ ਨੇ। ਆਪਾਂ ਤਾਂ ਬਹੁਤ ਛੋਟੇ ਛੋਟੇ ਹੁੰਦੇ ਸੀ ਜਦੋਂ ਭਵਿੱਖਬਾਣੀ ਕਰ ਦਿੱਤੀ ਤੇ ਟੀਚਰ ਨੂੰ ਪੁੱਛਿਆ ਸੀ ਕਿ ਨੋਬਲ ਪ੍ਰਾਈਜ਼ ਮਿਲ ਗਿਆ ਇਹਨੂੰ। ਮੈਂ ਕਿਹਾ ਜੀ ਜਿਹੜਾ ਲੇਖਕ ਸਾਨੂੰ ਚੰਗਾ ਲੱਗਿਆ ਨਾ, ਉਹਦਾ ਨੋਬਲ ਪ੍ਰਾਈਜ਼ ਨਹੀਂ ਰੁਕ ਸਕਦਾ ਫਿਰ ਮੁੜ ਕੇ। ਉਹ ਇਸ ਤਰ੍ਹਾਂ ਦਾ ਪਾਗਲਪਨ ਜਿਹਾ ਹੁੰਦਾ ਸੀ, ਕੁਛ ਫਤੂਰ ਜਿਹਾ ਹੁੰਦਾ ਸੀ ਮਨ 'ਚ ਚੱਲਦਾ ਰਿਹਾ। ਤੋ ਮਹਿੰਦਰਾ ਕਾਲਜ ਚੋਂ BA ਆਨਰਸ ਕੀਤੀ, ਸਕਾਲਰਸ਼ਿਪ ਮਿਲ ਗਿਆ ਮੈਨੂੰ, 110 ਰੁਪਏ ਮਹੀਨਾ ਸਕਾਲਰਸ਼ਿਪ, ਤੇ ਮੇਰੇ ਗੁਜ਼ਾਰੇ ਜੋਗਾ ਕਾਫੀ ਸੀ ਇਹ। ਮੈਨੂੰ ਥੋੜੇ ਪੈਸੇ ਮਿਲਦੇ ਸਨ ਪੜ੍ਹਾਈ ਦੇ ਦੌਰਾਨ, ਲੇਕਿਨ ਸੰਜਮ ਸੀ, ਮੈਂ ਖਰਚ ਕਰਦਾ ਹੀ ਨਹੀਂ ਸੀ ਤੇ ਫੀਸ ਫੂਸ ਮੇਰੀ ਮਾਫ ਕਰ ਦਿੱਤੀ ਇਹ ਦੇਖ ਕੇ ਕਿ ਮੁੰਡਾ ਪੜ੍ਹਨ ਵਾਲਾ। ਹੋਰ ਵੀ ਮਦਦਾਂ ਕਰਦੇ ਸਨ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਸਾਡੇ। ਲੇਕਿਨ ਇਹ ਕਦੇ ਇੱਕ ਦਿਨ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਕਿਹਾ, ਡਾਕਟਰ ਭਗਤ ਸਿੰਘ ਸਨ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ, ਕਹਿੰਦੇ ਦੇਖ ਤੂੰ ਆ ਜਾਣਾ, ਜਿਹੜੀ ਚੀਜ਼ ਤੂੰ ਮੰਗਦਾ ਨਾ ਅਸੀਂ ਮੱਥੇ ਵੱਟ ਨਹੀਂ ਪਾਉਂਦੇ, ਤੈਨੂੰ ਉਹੀ ਦੇ ਦਿੰਦੇ ਹਾਂ। ਮੈਂ ਕਿਹਾ ਹਾਂ ਬਿਲਕੁਲ ਜੀ, ਮੈਂ ਤੁਹਾਡਾ ਸ਼ੁਕਰਗੁਜ਼ਾਰ ਰਹੂੰਗਾ ਸਾਰੀ ਉਮਰ, ਮੈਨੂੰ ਪਤਾ ਤੁਸੀਂ ਮੈਨੂੰ ਕਦੀ ਨਾ ਕੀਤੀ ਨਹੀਂ। ਕਹਿੰਦੇ ਪਰ ਇੱਥੇ ਨਾ ਤੂੰ ਜਿਵੇਂ ਸਕੂਲ 'ਚ ਚੰਗਾ ਸੀ ਪੜ੍ਹਨ ਨੂੰ, ਇਸ ਤਰ੍ਹਾਂ ਇੱਥੇ ਵੀ ਮਿਹਨਤ ਕਰਨੀ ਪੈਣੀ ਹੈ ਤੈਨੂੰ। ਜੇ ਤੂੰ ਮਿਹਨਤ ਘੱਟ ਕੀਤੀ, ਸ਼ਰਾਰਤਾਂ ਕਰਨ ਲੱਗਿਆ, ਫਿਰ ਅਸੀਂ ਘਰ ਚਿੱਠੀ ਵੀ ਲਿਖ ਦਿੰਦੇ ਹੁੰਦੇ ਹਾਂ। ਮੈਂ ਕਿਹਾ ਜੀ ਚਿੱਠੀਆਂ ਤਾਂ ਚਾਹੇ ਦਰਜਨ ਲਿਖ ਦਿਓ ਤੁਸੀਂ, ਪੜ੍ਹ ਕੇ ਤਾਂ ਮੈਂ ਹੀ ਸੁਣਾਊਂਗਾ। ਸਾਡੇ ਘਰ ਹੋਰ ਤਾਂ ਕਿਸੇ ਨੂੰ ਚਿੱਠੀ ਪੜ੍ਹਨੀ ਆਉਂਦੀ ਹੀ ਨਹੀਂ। ਜਦੋਂ ਮੈਂ ਪੜ੍ਹਨ ਲੱਗ ਗਿਆ ਸੀ ਨਾ, ਚਿੱਠੀਆਂ ਪੜ੍ਹਨ ਤੇ ਲਿਖਣ ਲੱਗ ਗਿਆ ਸੀ, ਫਿਰ ਬਾਪੂ ਜੀ ਤੇ ਬੇਬੇ ਜੀ ਕਿਸੇ ਨੂੰ ਚਿੱਠੀ ਪੜ੍ਹਨ ਲਈ ਨਹੀਂ ਦਿੰਦੇ ਹੁੰਦੇ। ਪਤਾ ਨਹੀਂ ਕੀ ਲਿਖਿਆ ਹੋਵੇ, ਘਰ ਦੇ ਪਰਦੇ ਹੁੰਦੇ ਨੇ। ਉਹ ਜੋ ਵੀ ਚਿੱਠੀ ਪੱਤਰ ਆਉਂਦਾ ਮੇਰੇ ਪਟਿਆਲੇ ਤੋਂ ਪਿੰਡ ਜਾਣ ਤੱਕ ਸੰਭਾਲੀ ਰੱਖਦੇ, ਫਿਰ ਸਾਰੇ ਚਿੱਠੀ ਪੱਤਰ ਮੈਂ ਪੜ੍ਹ ਕੇ ਸੁਣਾਉਂਦਾ ਉਹਨਾਂ ਨੂੰ। ਤਾਂ ਇਹ ਇੰਨੀ ਕੁ ਤਾਂ ਹੋਈ ਦਾਸਤਾਨ ਕਾਲਜ ਦੀ। ਕਾਲਜ ਦੇ ਜਿਹੜੇ ਇਹ ਨਰਿੰਦਰ ਕਾਲੀਆ ਸਨ ਪ੍ਰੋਫੈਸਰ ਸਾਹਿਬ ਸਾਡੇ, ਸ਼ਾਇਰ, ਕਿਹੋ ਜਿਹੇ ਸ਼ੇਰ ਸਨ ਇਹਨਾਂ ਦੇ। ਇੱਕ ਸ਼ੇਰ ਮੈਂ ਸੁਣਾ ਵੀ ਦਿੰਦਾ ਆਪਣੇ ਸਰੋਤਿਆਂ ਨੂੰ। ਅੱਜ ਆਪਣੇ ਕਲਚਰ 'ਚ ਇੱਕ ਵਿਸ਼ਵਾਸ ਹੈ, ਜਦੋਂ ਹਿਚਕੀ ਆਵੇ ਨਾ ਸਾਨੂੰ, ਤਾਂ ਅਸੀਂ ਆਖਦੇ ਹਾਂ ਕੋਈ ਸਾਨੂੰ ਜਿਹੜਾ ਸਾਨੂੰ ਪਿਆਰ ਕਰਦਾ ਉਹ ਯਾਦ ਕਰ ਰਿਹਾ। ਕੋਈ ਛੋਟੇ ਹੁੰਦੇ ਭੂਆ ਯਾਦ ਕਰ ਰਹੀ ਹੈ, ਮਾਸੀ ਯਾਦ ਕਰ ਰਹੀ ਹੈ, ਇਸ ਤਰ੍ਹਾਂ ਗੱਲਾਂ ਕਰਦੇ ਹੁੰਦੇ ਅਸੀਂ। शेर है प्रोफेसर नरेंद्र कालिया का, हिचकियों में कैसी उलझन बढ़ा रहे हो, ये हिचकियों में कैसी उलझन बढ़ा रहे हो, तुम याद कर रहे हो कि याद आ रहे हो। इस तरह की सूक्ष्मता सी उन्होंने शायरी। तो वो सानू रिकमेंड कर देंगे किताबां, ये पढ़ो। ਉਹਨਾਂ ਦੀ ਅਗਵਾਈ 'ਚ ਅਸੀਂ ਪੜ੍ਹਦੇ ਰਹੇ। ਜਦੋਂ ਕਿਸੇ ਕਲਾਸ 'ਚੋਂ ਫਸਟਾਂ ਦੇ ਹਾਊਸ ਟੈਸਟਾਂ 'ਚੋਂ, ਤਾਂ ਫਿਰ ਸਾਨੂੰ ਇਨਾਮ ਵਜੋਂ 4 ਕਿਤਾਬਾਂ 5 ਕਿਤਾਬਾਂ ਮਿਲਦੀਆਂ। ਇੱਕ ਦਿਨ ਮੈਂ ਪ੍ਰੋਫੈਸਰ ਕਾਲੀਆ ਨੂੰ ਕਿਹਾ, ਸਰ ਕਿਤਾਬਾਂ ਤੁਸੀਂ ਦਿੰਦੇ ਹੋ, ਇਹ ਤਾਂ ਤੁਸੀਂ ਦਿਓਗੇ ਇਨਾਮ ਵਜੋਂ, ਪਰ ਇੱਕ ਬੇਨਤੀ ਤੁਹਾਡੇ ਕੋਲ ਕਰਨ ਆਇਆ ਮੈਂ, ਉਹ ਇਹ ਕਿ ਕਿਤਾਬਾਂ ਤੁਸੀਂ ਸਾਨੂੰ 50 ਰੁਪਏ ਦੀਆਂ ਦਿਓ ਕਿ 60 ਰੁਪਏ ਦੀਆਂ, ਇਹ ਤਾਂ ਤੁਹਾਡੀ ਮਰਜ਼ੀ, ਪਰ ਕਿਤਾਬਾਂ ਦੇਣ ਦੀ ਥਾਂ ਜੀ ਤੁਸੀਂ ਸਾਨੂੰ ਪੈਸੇ ਦੇ ਦਿਆ ਕਰੋ। ਉਹ ਕਹਿੰਦੇ ਕਿਉਂ? ਮੈਂ ਕਿਹਾ ਜੀ ਜਿਹੜੀਆਂ ਕਿਤਾਬਾਂ ਤੁਸੀਂ ਸਾਨੂੰ ਖਰੀਦ ਕੇ ਦਿੰਦੇ ਹੋ, ਜਾਂ ਤਾਂ ਉਹ ਅਸੀਂ ਪੜ੍ਹੀਆਂ ਹੁੰਦੀਆਂ ਨੇ, ਜਾਂ ਫਿਰ ਉਹ ਬੇਕਾਰ ਹੁੰਦੀਆਂ ਨੇ। ਅਸੀਂ ਕਿਤਾਬਾਂ ਖਰੀਦਾਂਗੇ ਆਪਣੀ ਮਰਜ਼ੀ ਨਾਲ, ਉਨੇ ਪੈਸਿਆਂ ਦੀਆਂ ਜਿੰਨੇ ਤੁਸੀਂ ਦਿਓਗੇ। ਕਿਤਾਬਾਂ ਤੇ ਕਿਤਾਬਾਂ ਦਾ ਬਿੱਲ ਲਿਆ ਕੇ ਤੁਹਾਨੂੰ ਦੇ ਦਿਆ ਕਰਾਂਗੇ। ਉਹ ਕਹਿਣ ਲੱਗੇ ਹਾਂ ਇਸमें तो कोई दिक्कत नहीं है, ये सही है बात। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਇਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ। ਮੈਂ ਆਪਣੇ ਵਿਦਿਆਰਥੀ ਜੀਵਨ ਦੇ ਦੌਰਾਨ ਤੰਗੀਆਂ ਤੁਰਸ਼ੀਆਂ ਦਾ ਜਦੋਂ ਸਮਾਂ ਸੀ, ਉਦੋਂ ਇੰਨੀਆਂ ਕਿਤਾਬਾਂ ਖਰੀਦੀਆਂ ਕਿ ਬਾਕੀ ਦੀ ਸਾਰੀ ਉਮਰ ਹੈ ਜਿਹੜੀ ਉਹਨਾਂ ਨਾਲੋਂ ਘੱਟ ਕਿਤਾਬਾਂ ਖਰੀਦੀਆਂ। ਲਗਭਗ ਲੋੜੀਂਦੀਆਂ ਹਰ ਵਿਸ਼ੇ ਤੇ ਮੇਰੇ ਕੋਲ ਕਿਤਾਬਾਂ ਆਪਣੀ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਹੋ ਗਈਆਂ ਹੋਈਆਂ ਸੀ। ਯੂਨੀਵਰਸਿਟੀ 'ਚ ਦਾਖਲ ਹੋਇਆ। ਯੂਨੀਵਰਸਿਟੀ 'ਚ ਪਹਿਲਾਂ ਤਾਂ ਮੈਂ ਪੰਜਾਬੀ ਦੀ MA ਕੀਤੀ ਸੀ। ਫਿਰ ਮੈਨੂੰ ਖਿਆਲ ਆਇਆ ਵੀ ਸਿੱਖ ਸਟੱਡੀ ਦੇ ਵਿੱਚ ਮੇਰੀ ਰੁਚੀ ਵੀ ਹੈਗੀ, ਅਤੇ ਮੈਨੂੰ ਥੋੜ੍ਹਾ ਜਿਹਾ ਇਹਦੇ 'ਚ ਸ਼ਾਇਦ
ਪੰਜਾਬੀ ਨਾਲੋਂ ਮੈਨੂੰ ਨੌਕਰੀ 'ਚ ਸਹੂਲਤ ਵੱਧ ਮਿਲ ਜੇ। ਮੈਂ ਪੰਜਾਬੀ ਦੇ ਦੱਸ ਦੇਵਾਂ ਪਹਿਲਾਂ ਤਾਂ ਮੈਨੂੰ ਕਿਹੋ ਜਿਹੇ ਟੀਚਰ ਮਿਲੇ। ਮੈਡਮ ਦਲੀਪ ਕੌਰ ਟਿਵਾਣਾ, ਡਾਕਟਰ ਜੀਤ ਸਿੰਘ ਸੀਤਲ, ਪ੍ਰੋਫੈਸਰ ਗੁਲਵੰਤ ਸਿੰਘ, ਨਾਟਕਕਾਰ ਪ੍ਰੋਫੈਸਰ ਹਰਚਰਨ ਸਿੰਘ, ਵਿਜ਼ਿਟਿੰਗ ਪ੍ਰੋਫੈਸਰ ਵਜੋਂ ਬਲਵੰਤ ਗਾਰਗੀ ਆਉਂਦੇ ਹੁੰਦੇ, ਰਸਮਾਂ ਤੇ ਫੰਕਸ਼ਨਾਂ ਤੇ ਕਨਵੋਕੇਸ਼ਨਾਂ ਤੇ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਇਹ ਆਉਂਦੇ ਹੁੰਦੇ। ਤੋ ਪੰਜਾਬੀ ਯੂਨੀਵਰਸਿਟੀ ਦੀ ਮਜਲਿਸ ਸੀ ਜਿਹੜੀ ਉਹ ਪੂਰੀ ਤਰ੍ਹਾਂ ਸਾਹਿਤਕ ਰੰਗ 'ਚ ਰੰਗੀ ਹੀ ਮਜਲਿਸ ਹੁੰਦੀ ਸੀ। ਵੱਡੇ ਤੋਂ ਵੱਡੇ ਦੇਸ਼ ਅੰਦਰਲੇ ਵਿਦੇਸ਼ੀ ਸਾਡੀ ਯੂਨੀਵਰਸਿਟੀ 'ਚ ਵਿਜ਼ਿਟ ਕਰਦੇ ਤੇ ਸਾਡੇ ਅਧਿਆਪਕ ਸਾਹਿਬਾਨ ਉਹਨਾਂ ਨਾਲ ਸਾਨੂੰ ਮਿਲਾਉਂਦੇ। ਫਿਰ ਕੀਤੀ MA ਰਿਲੀਜੀਅਸ ਸਟੱਡੀਜ਼ ਦੀ। ਉਹ ਮਿਹਨਤ ਬਥੇਰੀ ਕੀਤੀ ਤੇ ਯੂਨੀਵਰਸਿਟੀ ਦਾ ਜਿਵੇਂ ਕਿ ਮੈਂ ਹੁਣੀ ਜ਼ਿਕਰ ਕੀਤਾ ਸੀ ਰਿਕਾਰਡ ਰਿਵਾਈਜ਼ ਕੀਤਾ। ਉਹਦੇ ਤੋਂ ਬਾਅਦ ਮੈਨੂੰ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ PhD ਵਾਸਤੇ ਫੈਲੋਸ਼ਿਪ ਮਿਲੀ, ਪਰ ਕਿਸੇ ਵਜ੍ਹਾ ਸਦਕਾ ਮੇਰਾ ਉੱਥੇ ਦਿਲ ਨਹੀਂ ਲੱਗਿਆ। ਉੱਥੇ ਦਾ ਸੁਪਰਵਾਈਜ਼ਰ ਮੈਨੂੰ ਸੁਭਾਅ ਵਜੋਂ ਮੇਰੇ ਅਨੁਕੂਲ ਨਹੀਂ ਜਾਪਿਆ। ਜਿਸ ਤਰ੍ਹਾਂ ਦੀ ਇੰਸਪੀਰੇਸ਼ਨ ਦੀ ਮੈਨੂੰ ਲੋੜ ਸੀ ਉੱਥੋਂ ਮਿਲੀ ਨਹੀਂ। ਮੈਂ ਉੱਥੋਂ ਰਿਜ਼ਾਈਨ ਕਰਕੇ ਪਟਿਆਲੇ ਆ ਗਿਆ। ਪਟਿਆਲੇ ਮੈਨੂੰ ਗੁਰੂ ਗੋਬਿੰਦ ਸਿੰਘ ਭਵਨ ਦੇ ਵਿੱਚ ਫੈਲੋਸ਼ਿਪ PhD ਵਾਸਤੇ ਮਿਲ ਗਈ। ਤੋ ਫਿਰ ਤਾਂ ਚੱਲ ਪੜ੍ਹਾਈ ਆਪਣੇ ਹੱਥ 'ਚ। ਤੇ ਫਿਰ ਯੂਨੀਵਰਸਿਟੀ ਨੇ 500 ਰੁਪਏ ਮਹੀਨਾ ਸਕਾਲਰਸ਼ਿਪ ਦੇ ਦਿੱਤਾ। ਉਹਦੇ ਵਿੱਚੋਂ ਅੱਧੇ ਪੈਸੇ ਤਾਂ ਮੈਂ ਘਰ ਮਾਂ ਨੂੰ ਦੇ ਆਉਂਦਾ ਸੀ। 250 ਰੁਪਈਆਂ ਨਾਲ ਮੇਰਾ ਗੁਜ਼ਾਰਾ, ਖਾਣ ਪੀਣ, ਰਹਿਣ ਸਹਿਣ, ਹੋਸਟਲ ਸਾਰੇ ਖਰਚੇ ਮੇਰੇ ਵਧੀਆ ਨਿਕਲ ਜਾਂਦੇ। ਕਿਤਾਬਾਂ ਵੀ ਮੈਂ 1-2 ਖਰੀਦ ਲੈਂਦਾ ਹਰ ਮਹੀਨੇ। ਇੱਕ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਇੱਕ ਯਾਦ ਹੋਰ ਸਾਂਝੀ ਕਰਨ ਵਾਲੀ ਹੈ। ਮੈਂ ਭਾਈ ਵੀਰ ਸਿੰਘ ਹੋਸਟਲ 'ਚ ਰਹਿੰਦਾ ਸਾਂ, ਕਮਰਾ ਨੰਬਰ 53D। ਰਾਤ ਕਾਫੀ ਹੋ ਗਈ ਸੀ। ਮੇਰੀ ਦਰਵਾਜ਼ੇ ਵੱਲ ਪਿੱਠ ਸੀ। ਖੱਬੇ ਪਾਸਿਓਂ ਇੱਕ ਆਵਾਜ਼ ਆਈ। ਪੁੱਛਿਆ, ਕਾਕਾ ਜੀ ਕਿਹੜਾ ਡਿਪਾਰਟਮੈਂਟ ਹੈ ਤੁਹਾਡਾ? ਮੈਂ ਜਦੋਂ ਖੱਬੇ ਪਾਸੇ ਮੁੜ ਕੇ ਦੇਖਿਆ, ਸਫੈਦ ਕੁੜਤਾ ਪਜਾਮਾ, ਪੈਰਾਂ 'ਚ ਸੈਂਡਲ, ਸਿਰ ਤੇ ਸਫੈਦ ਗੋਲ ਛੋਟੀ ਜਿਹੀ ਪਗੜੀ ਲਪੇਟੀ ਹੋਈ। ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ ਗਲਤੀ ਤਾਂ ਮੇਰੇ ਤੋਂ ਵੀ ਹੋਈ, ਮੈਨੂੰ ਚਿਟਕਣੀ ਬੰਦ ਕਰਕੇ ਬੈਠਣਾ ਚਾਹੀਦਾ ਸੀ। ਫਿਰ ਵੀ ਜੇ ਮੈਂ ਚਿਟਕਣੀ ਬੰਦ ਨਹੀਂ ਕੀਤੀ ਤਾਂ ਇਹ ਤੁਹਾਨੂੰ ਨਹੀਂ ਕਿਸੇ ਨੇ ਦੱਸਿਆ ਕਿ ਦਰਵਾਜ਼ਾ ਪਹਿਲਾਂ ਨੌਕ ਕਰੀਦਾ ਹੁੰਦਾ ਫਿਰ ਅੰਦਰ ਆਈਦਾ ਹੁੰਦਾ? ਉਹ ਬਜ਼ੁਰਗ ਕਹਿੰਦਾ ਸੌਰੀ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਦਰਵਾਜ਼ਾ ਨੌਕ ਕਰਨਾ ਚਾਹੀਦਾ ਸੀ, ਫਿਰ ਮੈਨੂੰ ਅੰਦਰ ਆਉਣਾ ਚਾਹੀਦਾ ਸੀ। ਫਿਰ ਕਹਿੰਦੇ ਤੁਸੀਂ ਕਾਕਾ ਜੀ ਮੈਨੂੰ ਜਾਣਦੇ ਨਹੀਂ, ਮੈਂ ਅਜੇ 10 ਦਿਨ ਤਾਂ ਹੋਏ ਨੇ, ਹੁਣੀ ਜੁਆਇਨ ਕੀਤਾ। ਮੇਰਾ ਨਾਮ ਅਮਰੀਕ ਸਿੰਘ ਹੈ, ਮੈਂ ਤੁਹਾਡੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹਾਂ। ਮੇਰਾ ਪਰਿਵਾਰ ਅਜੇ ਦਿੱਲੀ ਤੋਂ ਆਇਆ ਨਹੀਂ। ਮੈਂ ਅੱਧੀ ਰਾਤ ਤੱਕ ਪਲਸੇਟੇ ਮਾਰਦਾ ਰਿਹਾ, ਮੈਨੂੰ ਨੀਂਦ ਨਹੀਂ ਆਈ। ਫਿਰ ਮੇਰੇ ਮਨ 'ਚ ਖਿਆਲ ਆਇਆ ਕਿ ਇੱਥੇ ਪਾਸੇ ਲੈਣ ਦਾ ਕੀ ਫਾਇਦਾ, ਚਲੋ ਆਪਾਂ ਆਪਣੇ ਹੋਸਟਲ ਦਾ ਰਾਊਂਡ ਲਾਉਂਦੇ ਹਾਂ, ਦੇਖੀਏ ਭਲਾ ਅੱਧੀ ਰਾਤ ਨੂੰ ਕੋਈ ਸਾਡੇ ਬੱਚਾ ਪੜ੍ਹ ਰਿਹਾ। ਮੈਂ ਦੇਖਿਆ ਸਾਰੀਆਂ ਰੋਸ਼ਨੀਆਂ ਬੁਝੀਆਂ ਪਈਆਂ ਸਨ। ਆਹ ਹੁਣ 1:30 ਵੱਜ ਗਿਆ, ਸਿਰਫ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਬੈਠੇ ਪੜ੍ਹ ਰਹੇ ਹੋ। ਤੁਹਾਨੂੰ ਪੜ੍ਹਦਿਆਂ ਦੇਖ ਕੇ ਮੇਰੇ ਮਨ 'ਚ ਇੰਨੀ ਖੁਸ਼ੀ ਹੋਈ, ਮੇਰਾ ਦਿਲ ਕੀਤਾ ਕਿ ਮੈਂ ਤੁਹਾਨੂੰ ਸ਼ਾਬਾਸ਼ ਦੇਵਾਂ। ਫਿਰ ਮੈਂ ਦਰਵਾਜ਼ਾ ਨੌਕ ਕਰਨਾ ਭੁੱਲ ਗਿਆ। ਅੱਗੋਂ ਤੋਂ ਜਦੋਂ ਕਦੀ ਮੈਨੂੰ ਤੁਹਾਡੇ ਤੱਕ ਕੰਮ ਪਏਗਾ ਨਾ, ਮੈਂ ਤੁਹਾਡਾ ਦਰਵਾਜ਼ਾ ਨੌਕ ਕਰਕੇ ਅੰਦਰ ਆਇਆ ਕਰਾਂਗਾ। ਪਰ ਜਦੋਂ ਤੁਹਾਨੂੰ ਮੇਰੇ ਤੱਕ ਕੰਮ ਪਵੇ ਤਾਂ ਮੇਰੇ ਦਫ਼ਤਰ ਦਾ ਦਰਵਾਜ਼ਾ ਨੌਕ ਨਹੀਂ ਕਰਨਾ, ਬਸ ਦਰਵਾਜ਼ਾ ਖੋਲੋ ਤੇ ਅੰਦਰ ਆ ਜਾਓ। ਮੈਨੂੰ ਪੜ੍ਹਾਕੂ ਬੱਚੇ ਬਹੁਤ ਚੰਗੇ ਲੱਗਦੇ। ਦਰਸ਼ਕੋ, ਇਹ ਗੱਲਾਂ ਨੇ ਜਿਹੜੀਆਂ ਮੈਨੂੰ ਚਮਤਕਾਰ ਲੱਗਦੀਆਂ ਨੇ। ਅਨਪੜ੍ਹ ਗਰੀਬ ਬਾਪੂ ਦਾ ਬੇਟਾ ਮਿਹਨਤ ਕਰਦਾ ਕਰਦਾ, ਵਰਕਿਆਂ ਨਾਲ ਟਕਰਾਉਂਦਾ ਸਹਿਜੇ ਯੂਨੀਵਰਸਿਟੀ ਤੱਕ ਪਹੁੰਚ ਗਿਆ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਸ਼ਾਬਾਸ਼ ਦੇ ਇਹ ਲਫ਼ਜ਼ ਮਿਲੇ। ਹੋਰ ਆਪਾਂ ਨੂੰ ਕੀ ਚਾਹੀਦਾ ਸੀ? ਜਦੋਂ ਕਦੀ ਮੈਨੂੰ ਕਿਸੇ ਚੀਜ਼ ਦੀ ਕੋਈ ਲੋੜ ਹੁੰਦੀ, ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਮੈਂ ਉਹਦੀ ਵਾਈਸ ਚਾਂਸਲਰ ਸਾਹਿਬ ਨੂੰ ਮਿਲਦਾ। ਜਿਵੇਂ ਡਾਕਟਰ ਭਗਤ ਸਿੰਘ ਨੇ ਕਦੀ ਮੱਥੇ ਵੱਟ ਨਹੀਂ ਪਾਇਆ ਸੀ, ਉਸੇ ਤਰ੍ਹਾਂ ਡਾਕਟਰ ਅਮਰੀਕ ਸਿੰਘ ਨੇ ਕਦੀ ਮੱਥੇ ਵੱਟ ਨਹੀਂ ਪਾਇਆ। ਬਿਨਾਂ ਕਿਸੇ ਮੁਸ਼ਕਲ ਤੋਂ ਮੈਨੂੰ ਯੂਨੀਵਰਸਿਟੀ ਦੇ ਵਿੱਚ ਨੌਕਰੀ ਮਿਲ ਗਈ ਲੈਕਚਰਰ ਦੀ। ਹੁਣ ਤਾਂ ਅਸਿਸਟੈਂਟ ਪ੍ਰੋਫੈਸਰ ਦਾ ਡੈਜ਼ਿਗਨੇਸ਼ਨ ਦਿੱਤਾ ਗਿਆ ਇਸ ਪੋਸਟ ਨੂੰ। ਉਦੋਂ ਲੈਕਚਰਰ ਹੁੰਦਾ ਸੀ, ਲੈਕਚਰਰ, ਰੀਡਰ ਤੇ ਪ੍ਰੋਫੈਸਰ। ਤੋ ਆਪਾਂ ਪੜ੍ਹਨਾ ਸ਼ੁਰੂ ਕੀਤਾ, PhD ਵਾਸਤੇ ਮਿਹਨਤ ਕੀਤੀ। ਤੇ ਮਿਹਨਤ ਦੇ ਦੌਰਾਨ ਇੱਕ ਗੱਲ ਆਪਣੇ ਦਰਸ਼ਕਾਂ ਨਾਲ ਮੈਂ ਹੋਰ ਸ਼ੇਅਰ ਕਰਾਂ ਜਿਹੜੀ ਕਿ ਮੇਰੇ ਵਾਸਤੇ ਇੰਪੋਰਟੈਂਟ ਹੈ। ਉਹ ਇਹ ਕਿ ਪ੍ਰੋਫੈਸਰ ਲਾਲ ਮਣੀ ਜੋਸ਼ੀ ਬੁੱਧਿਜ਼ਮ ਪੜ੍ਹਾਇਆ ਕਰਦੇ ਸਨ ਗੁਰੂ ਗੋਬਿੰਦ ਸਿੰਘ ਭਵਨ 'ਚ, ਬਿਹਾਰ ਦੇ ਸਨ। ਉਹ ਇੰਨੇ ਮਿਹਨਤੀ, ਕਿਸੇ ਨਾਲ ਫਾਲਤੂ ਗੱਲ ਕਰਦੇ ਹੀ ਨਹੀਂ ਸਨ।
डिपार्टमेंट के हैड सन। जे किसी काम सदका कोई स्टूडेंट जाता, कोई प्रोफैसर जाता, तो फिर अपना लिखना पढ़ना छड्ड के बैठ जाते, हाँ बताइए काम हुंदा, दस दिंदा अगला विजिटर तो वह जवाब दे देंगे, उहदे तो बाद फिर चुप करके बैठ जाते। अपने कोलों गल नहीं वो इनीशिएट करते सी, आउण वाला समझ जाता कि इन्हां कोल समा नहीं, फिर चला जाता। प्यारे दर्शकों, पंजाबी यूनिवर्सिटी ने हिस्टरी ऑफ पंजाब 3 जिल्दां छापी है। पहली जिल्द है एंशेंट पंजाब, दूसरी जिल्द है मेडिवल पंजाब, तीसरी जिल्द है मॉडर्न पंजाब। जिहड़ी पहली जिल्द है एंशेंट पंजाब, पुरातन पंजाब, वो अद्धी इकल्लियां लालमणि जोशी की लिखी हुई है, बौद्ध प्रोफैसर की, बिहार तो आए प्रोफैसर। मैं उन्होंने कहा कि तुहानूं पंजाब की हिस्टरी पढ़न का तो लिखण का शौक किवें होया सर? वो कहते बौद्ध हिस्ट्री में सबसे शानदार युग था जो वही था जब पंजाब बौद्ध पंजाब हुआ करता। ये पंजाब मेरे लिए बहुत रमणीक है। पर इससे पहले हड़प्पा, मोहनजोदारो, इंडस वैली सिविलाइजेशन की बातें वो बड़ी शानदार। उसके बाद फिर यहाँ जैन मत आया, फिर यहाँ वैदिक मत आया, फिर बौद्ध मत आया, गुरमत आया। तो पंजाब की धरती है जो ये बहुत उपजाऊ है, विजडम में भी, इंटेलेक्ट में भी, एकेडमिक्स में भी, एजुकेशन में भी, स्पिरिचुअलिटी में भी। तो पंजाब को जानने का मौका मिला यहाँ आके पंजाब में, तो फिर पढ़ना शुरू किया। एक उन्हां दी होर परंपरा सी, एक मर्यादा निभाउंदे हुंदे हर साल बुद्ध पूर्णिमा। अपने ਸਰੋਤਿਆਂ ਨੂੰ दस दईए कि महात्मा बुद्ध का जन्म पूर्णमाशी ਨੂੰ होया सी। महात्मा बुद्ध ਨੂੰ निर्वाण की प्राप्ति पूर्णमाशी ਨੂੰ होई सी। महात्मा बुद्ध संसार चों विदा पूर्णमाशी के दिन होए सी, तो बुद्ध पूर्णिमा कहा जाता है पूर्णमाशी ਨੂੰ। तो जन्म की पूर्णमासी जिहड़ी जदों आउंदी तां प्रोफैसर जोशी मैनूं कह दिंदे हुंदे, फिर वो याद है ना बात, मैनूं पता सी, उन्होंने 5 सिखां नूं अपने घर भोजन कराना हुंदा सी दोपहर का। सारा परिवार भोजन तैयार करदा, सिर्फ फ्रूट बाहरों खरीद के लियाते हो, नहीं बाकी तो सारिया चीज़ां अपने घर परिवार बड़े प्रेम नाल बनाउंदा ते छकाउंदा सानूं। फिर असीं पिछों उन्हां दी सलामती लई गुरमत दी अरदास करदे। मैं एक दिन पुछया उन्होंने भी थानूं इहदी की लोड़, तुसीं 5 सिखां नूं फुलका क्यों छकाने हो? वो कहंदे देखिए पन्नू, मैं बौद्ध हूँ। अब यहाँ पंजाब में बौद्ध संघ तो है नहीं, लेकिन मुझे यूं लगा करता है कि श्री गुरु खालसा पंथ बौद्ध संघ का मॉडर्न रूप है, मॉडर्न शेप यही है। जो कुछ गौतम सिद्धार्थ कहा करते थे और किया करते थे वही गुरु साहिबान ने किया। वर्ण आश्रम की प्रथा को रद्द किया, संस्कृत ही केवल एक स्पिरिचुअल भाषा होगी इस बात को रद्द किया। तो हरेक बराबर है जो संसार में आया है, जन्म की वजह से ना कोई छोटा होगा ना कोई बड़ा होगा, कर्मों की वजह से होगा छोटा या बड़ा। तो एक भाषा की प्रभु सत्ता के बजाय लोक बोलियों उसका सत्कार गौतम सिद्धार्थ ने किया, सिख गुरु साहिबान ने किया। तो इसलिए मुझे सिख अच्छे लगते हैं और मैं ये समझता हूँ जब आप 5 लोग हमारे घर भोजन करने के लिए आते हो तो हम समझते हैं हमारे घर में बौद्ध संघ ने चरण डाले। इसीलिए आपकी अरदास की हमें जरूरत होती है और पड़ती रहेगी। एक दिन मैं गया, सत श्री अकाल बुलानी सी बस, सर सत श्री अकाल, बैठने लिए नहीं कहा, क्या पढ़ रहे हो आजकल? मैं दस दिता। कहते मिलिंद पन्हा पढ़ी? मैं कहा नहीं जी। मैक्स मूलर ने अंग्रेजी में ट्रांसलेशन किया है इसका, वो सीरीज़ है ना अपनी सेक्रेड बुक्स ऑफ द ईस्ट 50 वॉल्यूम्स, उनमें से 2 वॉल्यूम मिलिंद प्रश्न के हैं। पाली में प्रश्न को पन्ह कहते हैं, तो पाली में इसका ग्रंथ का नाम है मिलिंद पन्ह और हिंदी में इसका कहेंगे हम मिलिंद प्रश्न और अंग्रेजी में क्वेश्चंस ऑफ किंग मिलिंद। ये दोनों वॉल्यूम्स इशू कराओ, बैठकर पढ़ो और जब ये पढ़ लो तो फिर मेरे पास मिलने के लिए आना, मैं सवाल पूछूंगा। 2 इशू करा लिए, पढ़ता गया। प्यारे दर्शकों, विजडम इन्नी डीप होंगी है, इन्नी विचित्र होंगी है, तो 2000 साल पुराना ग्रंथ है। पहली सदी ईसवी च इस ग्रंथ की रचना सियालकोट च हुई सी। ते भिक्खू सी जिहड़ा विद्वान, उहदा नाम सी नागसैन,
ਉਹ ਪੰਜਾਬ ਦਾ ਸੀ। ਇਹ ਗ੍ਰੰਥ ਹੈ ਜਿਹੜਾ ਬਾਦਸ਼ਾਹ ਵਿਦਵਾਨ ਨਾਗਸੈਨ ਤੋਂ ਪ੍ਰਸ਼ਨ ਪੁੱਛਦਾ ਹੈ, ਨਾਗਸੈਨ ਉਹਨਾਂ ਪ੍ਰਸ਼ਨਾਂ ਦੇ ਉੱਤਰ ਦਿੰਦਾ ਹੈ। ਪ੍ਰਸ਼ਨਾਂ ਦਾ ਤੇ ਉੱਤਰਾਂ ਦਾ ਗ੍ਰੰਥ ਹੈ ਇਹ। ਮੈਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਹੁਣ ਤਾਂ ਮੈਂ ਅਜੇ ਛੋਟਾ, ਮੈਂ ਕਰ ਨਹੀਂ ਸਕਦਾ ਇਹ ਵੱਡੇ ਕੰਮ, ਜਦੋਂ ਕਦੀ ਮੈਨੂੰ ਜ਼ਿੰਦਗੀ 'ਚ ਮੌਕਾ ਮਿਲੇਗਾ ਕਦੀ ਇਸ ਤਰ੍ਹਾਂ ਦਾ ਮੁਨਾਸਬ ਕਿ ਮੈਂ ਕਰ ਸਕਾਂ, ਤਾਂ ਇਹ ਗ੍ਰੰਥ ਮੈਂ ਗੁਰਮੁਖੀ ਅੱਖਰਾਂ 'ਚ ਪੰਜਾਬੀ ਜ਼ੁਬਾਨ 'ਚ ਕਰਾਂਗਾ। ਮੈਂ ਦੱਸਾਂਗਾ ਪੰਜਾਬ ਦੇ ਲੋਕਾਂ ਨੂੰ ਸਾਡਾ ਵਿਰਸਾ ਇੰਨਾ ਅਮੀਰ, ਸਾਡੇ ਪੜਦਾਦੇ ਐਡੇ ਵਾਈਜ਼ ਕਿ ਸਾਰੇ 2500 ਸਾਲ ਦੇ ਬੋਧ ਸਾਹਿਤ ਦੇ ਵਿੱਚ ਫਲਸਫੇ ਦਾ ਜਿਹੜਾ ਇਹ ਗ੍ਰੰਥ ਹੈ ਇਹਨੂੰ ਸ਼੍ਰੋਮਣੀ ਮੰਨੇਗੇ। ਬਾਕੀ ਤਾਂ ਤ੍ਰਿਪਿਟਕ ਨੇ, ਉਹ ਤਾਂ ਧਰਮ ਗ੍ਰੰਥ ਨੇ, ਤਿੰਨੇ ਗ੍ਰੰਥ, ਸੁੱਤ ਪਿਟਕ, ਵਿਨੈ ਪਿਟਕ, ਧੰਮ ਪਿਟਕ, ਲੇਕਿਨ ਇਹ ਗ੍ਰੰਥ ਹੈ ਜਿਹੜਾ ਇਹ ਬੋਧ ਫਲਸਫੇ ਦਾ ਗ੍ਰੰਥ ਹੈ ਤੇ 2500 ਸਾਲ ਦੇ ਇਤਿਹਾਸ ਵਿੱਚ ਸ਼੍ਰੋਮਣੀ ਫਲਸਫੇ ਦਾ ਗ੍ਰੰਥ ਹੈ। ਇਹ ਮੌਕਾ ਬਾਅਦ ਦੇ ਵਿੱਚ ਆਇਆ। ਫਿਰ ਮੇਰੇ ਕੋਲ, ਮੈਂ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀ, ਡਿਪਾਰਟਮੈਂਟ ਦਾ ਮੁਖੀ ਸੀ। ਰਾਜੇਸ਼ ਰੰਜਨ ਮੇਰੇ ਕੁਲੀਗ ਸਨ, ਬੁੱਧਿਜ਼ਮ ਦੇ ਪ੍ਰੋਫੈਸਰ। एक दिन मेरे को आए, कहते सर हमारे पास पैसे की कमी है, ये कुछ हमारा सिलसिला हिसाब किताब का ठीक हो सकता है, अगर हम यत्न करें तो हमें सेंटर फॉर बुद्धिस्ट स्टडीज मिल सकता है। मैं कहा रंजन साहब क्या होता है ये सेंटर और कैसे मिलता है? वो उन्होंने कुछ दसियां गल्लां, मैं कहा मैं तो ना ही नहीं सुनिया कभी, तुसी करो फिर। उन्होंने डाउनलोड किए कागज़ पत्र, 2-2.5 महीने मेहनत की, मैनू जिथे आख्या मैं दस्तखत कर दिते, डाक च पा दिता। डाक च पाउण तो 2 महीने बाद साडे कोल चिट्ठी आ गई कि तुसीं सेंटर फॉर बुद्धिस्ट स्टडीज़ मंगे, अपनी मंग नूं डिफेंड करने वास्ते इस तरीक नूं तुसीं दिल्ली आ जाओ। लो जी, असीं दिते सरनामे ते UGC यूनिवर्सिटी ग्रांट्स कमीशन दा दफ्तर सी, असीं उत्थे पहुँच के रंजन साहब नूं मैं नाल लै गया। असीं BA MA MPhil PhD दे सिलेबस नाल लै गए। आप सब, मेरी यूनिवर्सिटी ने बुद्धिज़म दी जिहड़ियां किताबां छापियां सी वो किताबां नाल ले गए। जाके समय सिर असीं हाज़र होए। उत्थे इंटरव्यू लैण वास्ते गेरुए वस्त्रां 'च बोध भिक्खू बैठे सन। असीं भिक्खूआं नूं जाण सार प्रणाम कीती, उन्हां ने बैठण लई कहा, पानी पिआया, चाह पीती। गल्लां करदिआं मैनूं कहण लगे, मैं दस्सिया जी कि BA 'च भी साडा सिलेबस, सारियां क्लासां दे सिलेबस 'च बुद्धिज़म है, लेकिन साडे कोल पैसे की घाट है, ਅਸੀਂ ਕੁਝ ਹੋਰ ਕੀਮਤੀ ਕਿਤਾਬਾਂ ਮੰਗਵਾ ਲਾਂਗੇ, ਅਸੀਂ ਫਿਰ ਇੱਥੇ ਰਿਸਰਚ ਹੋਰ ਕਰਵਾਵਾਂਗੇ ਬੁੱਧਿਸਟ ਸਟੱਡੀਜ਼ 'ਤੇ, ਸਾਨੂੰ ਵਿਜ਼ਿਟਿੰਗ ਪ੍ਰੋਫੈਸਰ ਮਿਲ ਜਾਣਗੇ, ਵਿਜ਼ਿਟਿੰਗ ਫੈਲੋਜ਼ ਮਿਲ ਜਾਣਗੇ, ਤੁਸੀਂ ਜੇ ਸਾਨੂੰ ਸੈਂਟਰ ਦਿਓ ਤਾਂ ਅਸੀਂ ਇਸ ਸੈਂਟਰ ਦੇ ਵਿੱਚ ਭਰਪੂਰ ਮਿਹਨਤ ਕਰਾਂਗੇ। ਇੱਕ ਭਿੱਖੂ ਕਹਿੰਦਾ, सर आपको भी कुछ बौद्ध धर्म में रुचि है? मैं कहा जी बनते, मैं वो खुशकिस्मत सिख हूँ जिसने तीनों पिटकों का पाठ किया हुआ है। वो कहते तीनों पिटकों में से कौन सा सबसे बढ़िया लगा? मैं कहा मेरी धर्म परंपरा ने मुझे ये सिखाया है कि आदमी धर्म ग्रंथों की मेरिट लिस्ट नहीं बनाया करता, धर्म ग्रंथ आदमी की मेरिट बनाएगा। ये अच्छा है, ये बुरा है, ये भला है, ये बद है, ये बातें धर्म ग्रंथ हमें टेस्ट करेगा, ना कि हम कहेंगे ये ग्रंथ बढ़िया है और ये ग्रंथ इससे नीचा है। आपको ये प्रश्न नहीं करना चाहिए था। अगर पूछना ही था तो ये पूछते कि तीनों पिटकों में से कौन सा ग्रंथ सबसे ज़्यादा समझ में आया। जो भी समझ में नहीं आए वो छोटे नहीं है, मेरी अकल छोटी है, अभी और मेहनत करूँगा, बड़ों के चरणों में बैठूंगा, कोशकारी पर ध्यान दूंगा, फिर वो भी समझ में आ जाएंगे। वो कहने लगे हाँ ये आपने बात ठीक कही, मुझे ये प्रश्न नहीं करना चाहिए था भंते, मैं ये प्रश्न वापस लेता हूँ। भंते जो शब्द है ना पाली च भरा नूं कहंदे ने, धर्म की लैंगुएज, जिवें असीं भाई साहब कहिए किसी नूं गुरमत च, उस तरह भंते शब्द जिहड़ा सत्कारयोग है धर्मी लैंगुएज च बोधियां दी। फिर वो कहंदे कि अगर आपको ये सेंटर दे दिया जाए तो सबसे पहले क्या काम करोगे? मैं कहा जी मिलिंद पन्हा, मैं स्टूडेंट था जब मैं मिलिंद पन्हा पढ़ी थी और प्रतिज्ञा की थी कभी भगवान मुझे मौका दे मैं इस ग्रंथ को गुरमुखी अक्षरों में और पंजाबी बोली में करूँगा और बताऊँगा कि मेरा खजाना कम नहीं है किसी से, हम बहुत बड़ों की औलाद है। मैनू कहंदे अच्छा तो मिलिंद प्रश्न में से सुनाओगे कुछ? वो तो मैनू तो मौका मिलना ही चाहिए था सी, मैं तो बहाना लभदा सी, इन्नी वारी पढ़िया सी ग्रंथ ते बथेरियां साखियां इहदे चों, बथेरे सवाल ते बथेरे याद सन मैनू, सॉरी। तो मैं शुरू कर दी सुनानी, ਉਹਦੇ ਵਿੱਚੋਂ ਇੱਕ ਦੋ ਆਪਣੇ ਦਰਸ਼ਕਾਂ ਨੂੰ ਵੀ ਸੁਣਾ ਦਿੰਦੇ ਆ।
ਬਾਦਸ਼ਾਹ ਨੇ ਇੱਕ ਸਵਾਲ ਇਹ ਪੁੱਛਿਆ, ਨਾਗਸੈਨ ਤੁਸੀਂ ਅੱਜ ਦੇ ਸਮੇਂ 'ਚ ਪ੍ਰਸੰਗ ਅਨੁਸਾਰ ਅੱਜ ਦੀਆਂ ਗੱਲਾਂ ਕਰੋ, ਤੁਸੀਂ ਪੁਰਾਣੀਆਂ ਗੱਲਾਂ 5 ਸਦੀਆਂ ਪੁਰਾਣੀਆਂ ਗੱਲਾਂ ਕਿਉਂ ਕਰੀ ਜਾਂਦੇ? ਮਹਾਤਮਾ ਬੁੱਧ ਨੂੰ ਹੋਇਆ 500 ਸਾਲ ਹੋ ਗਏ ਹੁਣ ਤੱਕ। ਸਰੋਤਿਓ, ਉਦੋਂ 500 ਸਾਲ ਹੋਏ ਸੀ ਕਿਉਂਕਿ ਇਹ ਗ੍ਰੰਥ ਅੱਜ ਤੋਂ 2000 ਸਾਲ ਪਹਿਲਾਂ ਦਾ। ਤਾਂ 5 ਸਦੀਆਂ ਪੁਰਾਣੀਆਂ ਗੱਲਾਂ ਕਰਨ ਦਾ ਕੀ ਲਾਭ ਭੰਤੇ? ਅੱਜ ਦੇ ਸਮੇਂ 'ਚ ਅੱਜ ਦੀ ਗੱਲ ਕਰੋ। ਨਾਗਸੈਨ ਨੇ ਕਿਹਾ, ਮਹਾਰਾਜ ਸਾਰਾ ਦਿਨ ਤੁਸੀਂ ਕੰਮ ਕਾਜ ਕਰਦੇ ਰਹੇ, ਸਰਕਾਰ ਚਲਾਉਣੀ ਸੀ ਨਾ, ਫੈਸਲੇ ਕੀਤੇ, ਨਿਆਂ ਦਿੱਤਾ, ਕੰਮਾਂ ਕਾਜਾਂ ਵੱਲ ਧਿਆਨ ਦਿੱਤਾ, ਸ਼ਾਮ ਪਈ ਥੱਕ ਗਏ ਸੀ ਤੁਸੀਂ, ਫਿਰ ਥੋੜ੍ਹਾ ਜਿਹਾ ਆਰਾਮ ਕੀਤਾ, ਫਿਰ ਤੁਸੀਂ ਖਾਣਾ ਖਾਧਾ, ਫਿਰ ਤੁਸੀਂ ਸੌਣ, ਨੀਂਦ ਆਉਣ ਲੱਗੀ, ਤੁਸੀਂ ਆਪਣੇ ਕਮਰੇ ਵਿੱਚ ਸੌਣ ਵਾਸਤੇ ਚਲੇ ਗਏ। ਅਜੇ ਸੁੱਤੇ ਨਹੀਂ ਸੀ, ਤੁਹਾਨੂੰ ਕੋਈ ਗੱਲ ਯਾਦ ਆਈ, ਤੁਸੀਂ ਆਪਣੇ ਮੀਰ ਮੁਨਸ਼ੀ ਨੂੰ ਬੁਲਾਇਆ, ਸਭ ਤੋਂ ਵੱਡਾ ਸਕੱਤਰ। ਮੀਰ ਮੁਨਸ਼ੀ ਨੂੰ ਬੁਲਾ ਕੇ ਤੁਸੀਂ ਕਿਹਾ ਕਿ ਨਾਲ ਦੇ ਗੁਆਂਢੀ ਦੇਸ਼ 'ਚ ਦੇਸ਼ ਦੇ ਬਾਦਸ਼ਾਹ ਕੋਲ ਇੱਕ ਸੁਨੇਹਾ ਜ਼ਰੂਰੀ ਪਹੁੰਚਾਉਣ ਵਾਲਾ ਹੈ, ਲਿਖੋ। ਸੁਨੇਹਾ ਲਿਖਿਆ ਗਿਆ। ਫਿਰ ਬਾਦਸ਼ਾਹ ਨੇ ਕਿਹਾ ਕਿ ਸੂਰਜ ਚੜ੍ਹਨ ਤੋਂ ਪਹਿਲੋਂ ਗੁਆਂਢੀ ਬਾਦਸ਼ਾਹ ਦੇ ਮਹਿਲ ਕੋਲ, ਗੁਆਂਢੀ ਬਾਦਸ਼ਾਹ ਦੇ ਮਹਿਲਾਂ 'ਚ ਇਹ ਮੇਰਾ ਸੁਨੇਹਾ ਪਹੁੰਚਣਾ ਚਾਹੀਦਾ। ਮੀਰ ਮੁਨਸ਼ੀ ਨੇ ਕਿਹਾ, ਹਜ਼ੂਰ ਸੂਰਜ ਚੜ੍ਹਨ ਤੋਂ ਪਹਿਲੋਂ ਤੁਹਾਡਾ ਸੁਨੇਹਾ ਪਹੁੰਚੇਗਾ। ਇਹ ਹੁਕਮ ਦੇ ਕੇ ਮਹਾਰਾਜ ਤੁਸੀਂ ਸੌਣ ਵਾਸਤੇ ਚਲੇ ਗਏ, ਸੌਂ ਗਏ। ਤੁਸੀਂ ਸੌਂ ਗਏ ਮਹਾਰਾਜ, ਤੁਹਾਡਾ ਸੁਨੇਹਾ ਥੋੜ੍ਹਾ ਸੁੱਤਾ, ਤੁਹਾਡਾ ਸੁਨੇਹਾ ਤਾਂ ਚੱਲ ਪਿਆ। ਸੂਰਜ ਚੜ੍ਹਨ ਤੋਂ ਪਹਿਲੋਂ ਉਹਨੇ ਪਹੁੰਚਣਾ ਸੀ ਗੁਆਂਢੀ ਬਾਦਸ਼ਾਹ ਕੋਲ। ਇਸੇ ਤਰ੍ਹਾਂ 5 ਸਦੀਆਂ ਪਹਿਲਾਂ ਤਥਾਗਤ ਗੌਤਮ ਸਿਧਾਰਥ ਨੇ ਸਾਨੂੰ ਭਿੱਖੂਆਂ ਨੂੰ ਕੁਝ ਸੁਨੇਹੇ ਲਿਖਵਾ ਦਿੱਤੇ। ਅਸੀਂ ਉਹ ਸੁਨੇਹੇ ਲਿਖੇ। ਸੁਨੇਹੇ ਲਿਖਵਾਉਣ ਤੋਂ ਬਾਅਦ ਗੌਤਮ ਸਿਧਾਰਥ ਸੌਂ ਗਏ। ਗੌਤਮ ਸਿਧਾਰਥ ਸੌਂ ਗਏ ਮਹਾਰਾਜ, ਉਹਨਾਂ ਦੇ ਸੁਨੇਹੇ ਥੋੜ੍ਹਾ ਸੁੱਤੇ। ਇਹ ਸੁਨੇਹੇ ਚੱਲ ਪਏ ਤੇ ਚੱਲਦੇ ਰਹਿਣਗੇ ਉਦੋਂ ਤੱਕ ਜਦੋਂ ਤੱਕ ਹਰੇਕ ਮਨੁੱਖ ਦੇ ਦਿਲ ਤੱਕ ਨਹੀਂ ਪੜਦੇ। ਅਗਲਾ ਪ੍ਰਸ਼ਨ, ਭੰਤੇ ਵਿਦਿਆ ਤੇ ਗਿਆਨ ਇੱਕੋ ਹੀ ਚੀਜ਼ ਦੇ ਦੋ ਨਾਮ ਨੇ ਕਿ ਵੱਖ-ਵੱਖ ਚੀਜ਼ਾਂ ਨੇ ਇਹ? ਨਾਗਸੈਨ ਨੇ ਕਿਹਾ, ਬਿਲਕੁਲ ਵੱਖ-ਵੱਖ ਨੇ ਮਹਾਰਾਜ, ਵੱਖ-ਵੱਖ। ਸਮਝਾਓ ਭੰਤੇ, ਕਿਵੇਂ ਵੱਖ-ਵੱਖ ਨੇ? ਨਾਗਸੈਨ ਨੇ ਕਿਹਾ, ਮਹਾਰਾਜ ਅੱਖ ਲੂਣ ਦੀ ਡਲੀ ਨੂੰ ਦੇਖ ਤਾਂ ਸਕਦੀ ਹੈ, ਉਹਦਾ ਸਵਾਦ ਨਹੀਂ ਚੱਖ ਸਕਦੀ। ਅੱਖ ਦਾ ਸਵਾਦ ਜੀਭ ਚੱਖੇਗੀ। ਅਸੀਂ ਕਦੀ-ਕਦੀ ਆਖ ਦਿੰਦੇ ਹਾਂ ਕਿ ਬਲਦ ਗੱਡੇ ਵਿੱਚ 10 ਮਣ ਲੂਣ ਖਿੱਚੀ ਜਾ ਰਹੇ ਹਨ। ਮਹਾਰਾਜ ਬਲਦਾਂ ਨੂੰ ਕੋਈ ਪਤਾ ਨਹੀਂ ਕਿ ਗੱਡੇ 'ਚ ਕੀ ਲੱਦਿਆ ਹੈ, ਬਲਦ ਭਾਰ ਢੋ ਰਹੇ ਨੇ। ਇੱਕ ਵਾਕ ਜਿਹੜਾ ਤੁਹਾਡੀ ਜ਼ਿੰਦਗੀ ਬਦਲ ਦੇ ਮਹਾਰਾਜ, ਉਹਨੂੰ ਗਿਆਨ ਆਖਿਆ ਜਾਂਦਾ ਹੈ। ਵਿਦਵਾਨ ਕਿਤਾਬਾਂ ਦਾ ਭਾਰ ਢੋ ਰਹੇ ਨੇ, ਕਿਤਾਬਾਂ 'ਚ ਕੀ ਲਿਖਿਆ ਹੋਇਆ ਉਹਨਾਂ ਨੂੰ ਖੁਦ ਨੂੰ ਨਹੀਂ ਬਹੁਤਿਆਂ ਨੂੰ ਪਤਾ। ਇਹ ਫਰਕ ਹੁੰਦਾ ਹੈ ਵਿਦਿਆ 'ਚ ਤੇ ਗਿਆਨ 'ਚ। ਅਸੀਂ ਬੌਧ ਭਿੱਖੂ ਪ੍ਰਾਰਥਨਾ ਕਰਦੇ ਹੁੰਦੇ ਹਾਂ ਤਥਾਗਤ ਦੇ ਚਰਨਾਂ 'ਚ ਕਿ ਹੇ ਪਿਤਾ, ਸਾਨੂੰ ਵਿਦਿਆ ਤਾਂ ਦੇਈਂ, ਪਰ ਵਿਦਿਆ ਉਪਰੰਤ ਸਾਨੂੰ ਗਿਆਨਵਾਨ ਵੀ ਕਰੀ, ਸਾਡੇ ਹਿਰਦੇ 'ਤੇ ਗਿਆਨ ਦਾ ਪ੍ਰਕਾਸ਼ ਵੀ ਹੋਵੇ। तो मैं सुनाई गया, वो सुनी गए। फिर मैनू कहते, अच्छा ऐसा है, बधाई हो, आपको सेंटर फॉर बुद्धिस्ट स्टडीज़ दिया, अपने नाम की तख्ती के ऊपर डायरेक्टर सेंटर फॉर बुद्धिस्ट स्टडीज़ यूनिवर्सिटी ग्रांट्स कमीशन लिख लो, और ये वादा है ना कि मिलिंद प्रश्न करोगे, तो ये भूलना नहीं। मैं कहा जी वादा तो कोई भी नहीं भूलना चाहिए, ये तो धर्म पुरुषों के सामने धर्म के मुद्दे पर धर्मी वादा किया है, आपसे जाते ही शुरू कर दूँगा। मैं अपने ਸਰੋਤਿਆਂ ਅੱਗੇ ਇਹ ਸਿਫਾਰਿਸ਼ ਕਰਦਾ, ਇਸ ਕਰਕੇ ਨਹੀਂ ਕਿ ਮੇਰੀ ਅਨੁਵਾਦ ਕੀਤੀ ਕਿਤਾਬ ਹੈ, ਇਹ ਬਹੁਤ ਵੱਡਿਆਂ ਦੇ ਬੋਲ ਨੇ, ਇਹ ਸੰਭਾਲਣ ਯੋਗ ਤੇ ਯਾਦ ਰੱਖਣ ਯੋਗ ਬੋਲ ਨੇ। ਤੋ ਆਉਂਦੇ ਆਉਂਦੇ ਮੈਂ ਰਾਜੇਸ਼ ਰੰਜਨ ਬਹੁਤ ਖੁਸ਼, ਮੈਨੂੰ ਕਹਿੰਦੇ ਉੱਥੋਂ ਭਿੱਖੂ ਕਹਿੰਦੇ कि आपको 10 लाख रुपया तो अभी देते हैं, ये पकड़ो चेक, 5 लाख हर साल दिया करेंगे, 2 विजिटिंग प्रोफेसर नियुक्त कर लो और 2 प्रोजेक्ट फेलोज रख लो और अपना काम चलाओ और करके दिखाओ जो आप कह के गए हैं। तो किया। आउंदे रस्ते च प्रोफेसर मेरे कुलीग रंजन साहब बहुत खुश, सर आपकी परफॉर्मेंस बहुत बढ़िया रही, आपने अपनी विद्वता का सिक्का जमा दिया। मैं कहा राजेश रंजन डीयर, मैनू अपनी हैसीयत का पता है, इस तरह की गल नहीं हुई जिहड़ी तुसीं कर रहे हो, होर गल होई। दरअसल जिन्नियां मेरियां गल्लां भिखुआं नाल होईयां, उन्हां तो मैं ये कन्विंस कराउण च उन्हां नूं कामयाब होया कि उन्हां दे वडेरे ते उन्हां दे ग्रंथ
ਮੇਰੇ ਹੱਥਾਂ 'ਚ ਸੁਰੱਖਿਅਤ ਹੋਣਗੇ। ਮੇਰੇ ਹੱਥਾਂ 'ਚ ਵਿਦਿਆਰਥੀ ਆਉਣਗੇ ਤਾਂ ਸਹੀ ਬੋਧ ਮਤ ਪੜ੍ਹਨਗੇ, ਸਹੀ ਬੋਧ ਧਰਮ ਬਾਰੇ ਜਾਣਕਾਰੀ ਹਾਸਲ ਕਰਨਗੇ। ਮੈਂ ਸਿਰਫ ਇਸ ਗੱਲ ਤੇ ਕਨਵਿੰਸ ਕੀਤਾ ਉਹਨਾਂ ਨੂੰ ਕਿ ਮੈਂ ਆਦਰ ਕਰਦਾ ਬੋਧ ਗ੍ਰੰਥਾਂ ਦਾ, ਆਦਰ ਕਰਦਾ ਬੋਧ ਮਹਾਤਮਾਵਾਂ ਦਾ, ਬੋਧ ਵਡੇਰਿਆਂ ਦਾ। ਇੰਨੀ ਸਫਲਤਾ ਆਪਾਂ ਨੂੰ ਮਿਲ ਗਈ, ਇੰਨੀ ਬਹੁਤ ਹੈ। ਮੇਰਾ ਇਹ ਦਾਅਵਾ ਭਾਈ ਨਹੀਂ ਕਿ ਮੈਂ ਬੁੱਧਿਜ਼ਮ ਦਾ ਵਿਦਵਾਨ ਨਾ ਅੱਜ ਹਾਂ, ਨਾ ਕਦੀ ਹੋਣ ਦੀ ਸੰਭਾਵਨਾ। ਮੈਨੂੰ ਥੋੜ੍ਹੀ ਬਹੁਤ ਗੁਰਮਤਿ ਦੀ ਸਮਝ ਆ ਜੇ, ਉਹੀ ਬਥੇਰੀ ਹੈ। ਆਖਿਰ 'ਚ ਸਮਾਂ ਹੁਣ ਨੇੜੇ ਲੱਗਣ ਲੱਗਾ। ਅਖੀਰ 'ਚ ਮੈਂ ਇੰਟਰੋਡਿਊਸ ਕਰਾਉਂਦੇ ਆ, ਮੈਡਮ ਨੇ ਥੋੜ੍ਹਾ ਜਿਹਾ ਪਾਕਿਸਤਾਨ ਦੀ ਯਾਤਰਾ ਬਾਰੇ ਦੱਸਿਆ ਸੀ। ਮੈਂ ਸ਼ੁਰੂ ਦੇ ਵਿੱਚ ਅਰਜ਼ ਕਰ ਚੁੱਕਾ ਕਿ ਆਪਾਂ ਫੈਸਲਾ ਕਰ ਲਿਆ ਸੀ ਕਿ ਲਿਖਣਾ ਜਦੋਂ ਆਉਂਦਾ ਹੀ ਨਹੀਂ ਫਿਰ ਆਪਾਂ ਲਿਖਣਾ ਨਹੀਂ ਹੈ। ਪਾਕਿਸਤਾਨ ਗਏ, ਉੱਥੇ ਰਾਏ ਬੁਲਾਰ ਖਾਨ ਸਾਹਿਬ ਬਾਰੇ ਉਹ ਜਾਣਕਾਰੀ ਮਿਲੀ ਜਿਹੜੀ ਜਾਣਕਾਰੀ ਸਾਡੀਆਂ ਸਾਖੀਆਂ 'ਚ ਨਹੀਂ ਸੀ। ਇਹ ਐਡੀ ਵਿਚਿੱਤਰ ਤੇ ਐਡੀ ਮੁੱਲਵਾਨ ਜਾਣਕਾਰੀ। ਇਹ ਹੁਣ ਆਪਣੇ ਮੈਂ ਸਾਰੀ ਸਾਖੀ ਤੁਹਾਨੂੰ ਸੁਣਾਵਾਂ, ਆਪਣੇ ਕੋਲ ਇੰਨਾ ਹੁਣ ਵਕਤ ਨਹੀਂ ਹੈ। ਮੇਰੀ ਕਿਤਾਬ ਹੈ ਗੌਤਮ ਤੋਂ ਤਾਸਕੀ ਤੱਕ। ਉਹਦੇ ਵਿੱਚ 4 ਲੇਖ ਨੇ ਸਿੱਖਾਂ ਨਾਲ ਸੰਬੰਧਿਤ, ਸਿੱਖ ਵਡੇਰਿਆਂ ਨਾਲ ਸੰਬੰਧਿਤ। ਰਾਏ ਬੁਲਾਰ ਖਾਨ ਸਾਹਿਬ, ਭਾਈ ਮਰਦਾਨਾ ਜੀ, ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ। ਮੈਂ ਦੁਨੀਆ ਦੇ ਨਾਇਕਾਂ ਤੇ ਕਿਤਾਬਾਂ ਲਿਖੀਆਂ ਨੇ। ਇਹ ਮੇਰੀ ਪਹਿਲੀ ਕਿਤਾਬ ਸੀ ਤੇ ਇਹ ਜਿਹੜੇ 4 ਨਾਂ ਤੁਹਾਡੇ ਅੱਗੇ ਲਏ ਨੇ, ਮੈਂ ਇਹਨਾਂ ਨੂੰ ਸਿੱਖਾਂ ਦੇ ਨਾਇਕ ਨਹੀਂ ਸਮਝਦਾ, ਦੁਨੀਆ ਦੇ ਨਾਇਕ ਸਮਝਦਾ। ਇਸ ਕਰਕੇ ਦੁਨੀਆ ਦੇ ਨਾਇਕ ਨੇ ਜਿਹੜੇ 10 ਇਸ ਕਿਤਾਬ 'ਚ, ਉਹਦੇ ਵਿੱਚ 4 ਸਿੱਖ ਨਾਇਕ ਨੇ। ਤੋ ਹੋਇਆ ਕਿ ਮੈਂ ਤਾਂ ਇਹ ਆਖਿਆ ਸੀ ਤੁਹਾਨੂੰ ਕਿ ਆਪਾਂ ਇਸ ਜਨਮ ਦੇ ਵਿੱਚ ਪੜ੍ਹਨਾ, ਇਸ ਜਨਮ 'ਚ ਲਿਖਣਾ। ਜਦੋਂ ਆਉਂਦੇ ਨਹੀਂ ਤਾਂ ਲਿਖਣੀਆਂ ਕਾਹਦੇ ਲਈ? ਹੋਇਆ ਕਿ ਰਾਏ ਬੁਲਾਰ ਖਾਨ ਸਾਹਿਬ ਬਾਬਤ ਮੇਰੇ ਕੋਲ ਜਾਣਕਾਰੀ ਦੀ ਸਮੱਗਰੀ ਇੰਨੀ 20 ਕੇ 22 ਪੰਨਿਆਂ ਦਾ ਲੇਖ ਬਣ ਗਿਆ ਮੇਰਾ। ਉਹ ਲੇਖ ਪਹਿਲਾਂ ਗੁਰਮਤਿ ਪ੍ਰਕਾਸ਼ ਨੇ ਛਾਪਿਆ, ਬਾਅਦ ਦੇ ਵਿੱਚ ਮੈਗਜ਼ੀਨਾਂ ਨੇ ਲੜੀਵਾਰ ਵੀ ਛਾਪਿਆ ਤੇ ਅਖਬਾਰਾਂ ਨੇ ਵੀ ਛਾਪਿਆ। ਮੇਰੇ ਕੋਲ ਫੋਨ ਆਉਣੇ ਸ਼ੁਰੂ ਹੋਏ, ਜੀ ਆ ਗਿਆ ਹੋਏ ਤਾਂ 10,000 ਅਸੀਂ ਛਪਾ ਕੇ ਵੰਡ ਦਈਏ, ਜੇ ਆ ਗਿਆ ਹੋਏ ਤਾਂ 25,000 ਅਸੀਂ ਛਪਾ ਕੇ ਵੰਡ ਦਈਏ। ਇਹ ਲੇਖ ਇੰਨਾ ਪਾਪੂਲਰ ਹੋਇਆ ਤਾਂ ਮੈਨੂੰ ਇਹ ਲੱਗਿਆ ਕਿ ਹੋ ਸਕਦਾ ਹੈ ਮੇਰੀ ਕਲਮ 'ਚ ਕੋਈ ਸੰਭਾਵਨਾ ਬਣੀ ਹੋਵੇ। ਫਿਰ ਇਸ ਲੇਖ ਤੋਂ ਉਤਸ਼ਾਹਿਤ ਹੋ ਕੇ ਦੂਜਾ ਲੇਖ ਜਿਹੜਾ ਮੈਂ ਲਿਖਿਆ ਉਹ ਸੀ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਦੇ ਉੱਤੇ ਲਿਖਿਆ ਲੇਖ ਵੀ ਉਵੇਂ ਪਸੰਦ ਕੀਤਾ ਗਿਆ, ਉਵੇਂ ਤਿਆਰ ਕੀਤਾ ਗਿਆ ਪਾਠਕਾਂ ਵੱਲੋਂ, ਸੰਗਤ ਵੱਲੋਂ, ਸਿੱਖਾਂ ਤੇ ਗੈਰ ਸਿੱਖਾਂ ਵੱਲੋਂ। ਕਿ ਫਿਰ ਮੈਂ ਸੋਚਿਆ ਕਿ ਹੁਣ ਆਪਾਂ ਬਾਬਾ ਬੰਦਾ ਸਿੰਘ ਤੇ ਲਿਖਦੇ ਹਾਂ, ਫਿਰ ਮਹਾਰਾਜਾ ਰਣਜੀਤ ਸਿੰਘ ਤੇ ਲਿਖਿਆ, ਫਿਰ ਦੁਨੀਆ ਦੇ ਵੱਡੇ ਨਾਇਕਾਂ ਤੇ ਲਿਖਿਆ। ਤੇ ਫਿਰ ਪਹਿਲੀ ਕਿਤਾਬ ਮੇਰੀ ਆਈ ਜਿਹੜੀ, ਉਹਦੀਆਂ ਹੁਣ ਤੱਕ 6 ਐਡੀਸ਼ਨਾਂ ਛਪ ਚੁੱਕੀਆਂ ਹੋਈਆਂ ਨੇ, 2 ਪਬਲਿਸ਼ਰ ਵੱਖ-ਵੱਖ ਥਾਵਾਂ ਤੋਂ ਛਾਪ ਰਹੇ ਨੇ। ਤੋ ਗੌਤਮ ਤੋਂ ਤਾਸਕੀ ਤੱਕ ਜੇ ਮੇਰੀ ਕਿਤਾਬ ਤੋਂ ਤੁਸੀਂ ਸ਼ੁਰੂ ਕਰੋ ਪੜ੍ਹਨਾ, ਉਹ ਜੇ ਚੰਗੀ ਲੱਗੇ ਉਹਦੇ ਤੋਂ ਬਾਅਦ ਫਿਰ ਬਾਕੀ ਕਿਤਾਬਾਂ ਪੜ੍ਹਨੀਆਂ ਤੁਹਾਨੂੰ ਯੋਗ ਲੱਗਣ ਤਾਂ ਪੜ੍ਹ ਲਿਓ। ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਹੁਣ ਵੀ ਮੈਂ ਇਹ ਸਮਝਦਾ ਕਿ ਜਿਹੜੀ ਕਿਤਾਬ ਮੈਨੂੰ ਚੰਗੀ ਲੱਗੀ ਉਹ ਕਿਤਾਬ ਮੈਂ ਇੱਕ ਵਾਰੀ ਨਹੀਂ ਪੜ੍ਹੀ, ਫਿਰ ਸ਼ੁਰੂ ਕਰ ਦਿੰਦਾ। ਇਸ ਕਰਕੇ ਕਿ ਮੈਂ ਬਾਰ-ਬਾਰ ਕਿਤਾਬਾਂ ਪੜ੍ਹਦਾ, ਉਹਨਾਂ ਦੇ ਵਿੱਚੋਂ ਲੰਮੇ ਪ੍ਰਸੰਗ ਵੀ ਮੈਨੂੰ ਜ਼ੁਬਾਨੀ ਯਾਦ ਹੋਏ। ਜਦੋਂ ਕਦੀ ਮੇਰੇ ਕੁਲੀਗ ਮੈਨੂੰ ਇਹ ਕਹਿੰਦੇ ਨੇ ਜਾਂ ਕਦੀ ਸਟੂਡੈਂਟ ਵੀ ਕਹਿ ਦਿੰਦੇ ਨੇ ਕਿ ਤੁਹਾਡੀ ਮੈਮਰੀ ਬੜੀ ਸਟਰੋਂਗ ਹੈ, ਤੁਹਾਡੀ ਯਾਦਦਾਸ਼ਤ ਬੜੀ ਸ਼ਾਨਦਾਰ ਹੈ, ਮੈਂ ਉਹਨਾਂ ਨੂੰ ਉਹਦੀ ਕਹਿ ਦਿੰਦਾ ਕਿ ਮੈਨੂੰ ਤਾਂ ਛੋਟੇ ਹੁੰਦਿਆਂ ਪਤਾ ਲੱਗ ਗਿਆ ਸੀ ਕਿ ਮੇਰੀ ਮੈਮਰੀ ਹਿਸਾਬ ਤੋਂ ਘੱਟ ਹੈ। ਮੈਂ ਕਿਉਂਕਿ ਬਾਰ-ਬਾਰ ਪੜ੍ਹਦਾ, ਇਸ ਕਰਕੇ ਇਹ ਮੈਨੂੰ ਯਾਦ ਹੋ ਜਾਂਦੀਆਂ ਨੇ, ਘੱਟ ਇੰਟੈਲੀਜੈਂਸ, ਘੱਟ ਮੈਮਰੀ ਹੋਣ ਦੇ ਬਾਵਜੂਦ। ਤੋ ਵਿਦਿਆਰਥੀਆਂ ਨੂੰ ਮੈਂ ਕਹਿੰਦਾ ਹੁੰਦਾ ਕਿ ਮੇਰੇ ਨਾਲੋਂ ਤਾਂ ਸਾਰਿਆਂ ਦਾ ਤੁਹਾਡਾ ਦਿਮਾਗ ਤਿੱਖਾ ਹੈ। ਤੁਹਾਨੂੰ ਆਹ ਕੰਪਿਊਟਰ ਤੇ ਮੋਬਾਈਲ ਜਿੰਨਾ ਆਪਰੇਟ ਕਰਨੇ ਆਉਂਦੇ ਨੇ, ਜਿਹੜੀਆਂ ਐਪਸ ਤੁਸੀਂ ਵਰਤਦੇ ਹੋ, ਮੈਨੂੰ ਤਾਂ ਸਵਾ ਟੈਲੀਫੋਨ ਸੁਣਨ ਤੋਂ, ਸਵਾ ਟੈਲੀਫੋਨ ਕਰਨ ਤੋਂ ਹੋਰ ਕੁਛ ਆਉਂਦਾ ਹੀ ਨਹੀਂ। ਇਸ ਕਰਕੇ ਸਾਨੂੰ ਆਪਣੀ ਸਮਰੱਥਾ ਦਾ ਪਤਾ ਨਹੀਂ, ਜਦੋਂ ਪਤਾ ਲੱਗ ਜੇ ਤਾਂ ਫਿਰ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਤੋਂ ਇਲਾਵਾ ਕੋਈ ਸਬਸਟੀਟਿਊਟ ਨਹੀਂ ਹੈ। ਉਸਤਾਦ ਬੜੇ ਗੁਲਾਮ ਅਲੀ ਖਾਨ ਦੀ ਗੱਲ ਸੁਣ, ਆਪਣੇ ਵਿਦਿਆਰਥੀਆਂ ਨੂੰ ਕਹਿ ਰਿਆਜ਼ ਕਰੋ। ਰਿਆਜ਼ ਮੈਨੇ ਪ੍ਰੈਕਟਿਸ, ਬਾਰ-ਬਾਰ ਦੁਹਰਾਣਾ। ਬੱਚਿਓ ਰਿਆਜ਼ ਕਰੋ, ਰਿਆਜ਼ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ ਹੈ। ਰਿਆਜ਼ ਕਰਦੇ ਕਰਦੇ ਜਦੋਂ ਤੁਸੀਂ ਸੁਰਮੇ ਜਿੰਨੇ ਬਰੀਕ ਹੋ ਜਾਓਗੇ ਫਿਰ ਕਿਸੇ ਸੋਹਣੀ ਅੱਖ ਦਾ ਸ਼ਿੰਗਾਰ ਬਣੋਗੇ। ਰਿਆਜ਼ ਕਰੋ। ਉਸਤਾਦ ਅੱਲਾ ਰੱਖਾ ਤਬਲਾ ਵਾਦਕ ਸਨ। ਅੱਲਾ ਰੱਖਾ ਨੇ 1 ਦਰਜਨ ਤਬਲਿਆਂ ਦੀਆਂ ਜੋੜੀਆਂ ਆਪਣੇ ਵਿਦਿਆਰਥੀਆਂ ਨੂੰ ਰਿਆਜ਼ ਕਰਾਉਣ ਵਾਸਤੇ ਤਾਂ ਰੱਖੀਆਂ ਹੋਈਆਂ ਸਨ। 1 ਜੋੜੀ ਪੱਥਰ ਦੀ ਬਣਵਾਈ ਹੋਈ ਸੀ, ਪੱਥਰ ਦੀ ਜੋੜੀ ਕਢਵਾਈ ਹੋਈ ਸੀ ਉਹਨਾਂ ਨੇ।
ਤੇ ਵਿਦਿਆਰਥੀਆਂ ਨੂੰ ਕਿਹਾ ਕਰਦੇ ਸੀ ਕਦੀ ਕਦੀ 15 ਮਿੰਟ, ਕਦੀ 20 ਮਿੰਟ, ਜਿੰਨਾ ਕੁ ਸਮਾਂ ਤੁਹਾਡਾ ਦਿਲ ਕਰੇ ਇਸ ਪੱਥਰ ਦੀ ਜੋੜੀ ਤੇ ਵੀ ਰਿਆਜ਼ ਕਰਿਆ ਕਰੋ। ਜਦੋਂ ਪੱਥਰ ਦੀ ਜੋੜੀ ਤੇ ਰਿਆਜ਼ ਕਰਨ ਤੋਂ ਬਾਅਦ ਫਿਰ ਤੁਸੀਂ ਚਮੜੇ ਦੀ ਜੋੜੀ ਉੱਪਰ ਰਿਆਜ਼ ਕਰੋਗੇ, ਤੁਹਾਨੂੰ ਰੇਸ਼ਮ ਵਰਗਾ ਲੱਗੇਗਾ ਚਮੜਾ। ਰਿਆਜ਼ ਕਰੋ। ਸੋ ਹੁਣ ਬਜਾਏ ਇਹਦੇ ਕਿ ਸਵਾਲ ਪੁੱਛੋ ਤੇ ਸਵਾਲਾਂ ਦੇ ਵਿੱਚ ਫਿਰ ਮੈਨੂੰ ਪੁੱਛੋ ਤੁਹਾਡਾ ਮੈਸੇਜ, ਮੈਂ ਮੈਸੇਜ ਆਪਣਾ ਪਹਿਲਾਂ ਹੀ ਦੱਸ ਦਿੰਦਾ ਸਰੋਤਿਆਂ ਨੂੰ, ਛੋਟਿਆਂ ਨੂੰ ਵੀ ਵੱਡਿਆਂ ਨੂੰ ਵੀ, ਵੀ ਸੰਸਾਰ 'ਚ ਰਿਆਜ਼ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ। ਤੇ ਰਿਆਜ਼ ਤੋਂ ਜੇ ਤੁਸੀਂ ਕੰਮ ਮਨ ਚੁਰਾ ਲਿਆ ਫਿਰ ਤੁਹਾਨੂੰ ਹਾਸਲ ਉਹ ਕੁਛ ਨਹੀਂ ਹੋਣਾ ਜਿਹੜਾ ਕੁਛ ਤੁਸੀਂ ਕਰਨ ਦੇ ਇੱਛੁਕ ਹੋ, ਜਿਹੜਾ ਕੁਝ ਤੁਹਾਡੇ ਮਾਪੇ ਚਾਹੁੰਦੇ ਨੇ ਕਿ ਤੁਸੀਂ ਹਾਸਲ ਕਰੋ। ਮੈਨੂੰ ਲੱਗਦਾ ਹੈ ਅੱਜ ਦੀ ਇਸ ਮਜਲਿਸ ਦੇ ਵਿੱਚ ਇੰਨੇ ਕੁ ਬੋਲ ਕਾਫੀ ਹੋਣਗੇ। ਜੇ ਕਿਸੇ ਨੇ ਕੁਝ ਪੁੱਛਣਾ ਹੋਵੇ ਮੋਸਟ ਵੈਲਕਮ, ਮੈਂ ਹਾਜ਼ਰ ਹਾਂ ਤੁਹਾਡੀ ਮਜਲਿਸ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ, ਡਾਕਟਰ ਹਰਪਾਲ ਸਿੰਘ ਪੰਨੂ ਜੀ ਦਾ। ਉਹਨਾਂ ਦਾ ਜੀਵਨ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਔਰ ਉਹਨਾਂ ਦੀ ਸਾਰੀ ਗੱਲਬਾਤ ਤੋਂ ਇਹ ਨਿਚੋੜ ਸਾਫ਼ ਨਿਕਲ ਕੇ ਆਉਂਦਾ ਹੈ ਕਿ ਪ੍ਰੈਕਟਿਸ ਔਰ ਮਿਹਨਤ ਹੀ ਇਨਸਾਨ ਨੂੰ ਕਾਮਯਾਬ ਬਣਾ ਸਕਦਾ ਹੈ। ਜ਼ਰੂਰੀ ਨਹੀਂ ਹੈ ਕਿ ਜਨਮ ਤੋਂ ਹੀ ਤੁਹਾਡੇ ਅੰਦਰ ਕਾਬਲੀਅਤ ਹੋਏ, ਪਰ ਜੇ ਤੁਸੀਂ ਆਪਣੀ ਕਾਬਲੀਅਤ ਨੂੰ ਦੋ ਤਰੀਕੇ ਹਨ। ਇੱਕ ਕਿ ਤੁਸੀਂ ਕੋਈ ਸ਼ੌਂਕ ਰੱਖਦੇ ਹੋ, ਉਸ ਬਾਰੇ ਮਿਹਨਤ ਕਰੋ, ਉਸ ਬਾਰੇ ਪੜ੍ਹੋ, ਉਸਨੂੰ ਸੁਣੋ। ਜਿਵੇਂ ਉਹਨਾਂ ਨੇ ਕਿਹਾ ਕਿ ਅਗਰ ਤੁਹਾਨੂੰ ਮਿਊਜ਼ਿਕ ਦਾ ਸ਼ੌਂਕ ਹੈ, ਤੁਸੀਂ ਬਹੁਤ ਸਾਰੇ ਮਿਊਜ਼ੀਸ਼ੀਅਨਸ ਨੂੰ ਸੁਣੋਗੇ ਤੇ ਤੁਹਾਡੀ ਬਹੁਤ ਸਾਰੀ ਕਲੈਰਿਟੀ ਹੋ ਜਾਏਗੀ ਔਰ ਤੁਸੀਂ ਉਸ ਪ੍ਰੋਫੈਸ਼ਨ ਨੂੰ, ਉਸ ਦੀ ਵਿੱਚ ਕਾਬਲੀਅਤ ਹਾਸਿਲ ਕਰ ਸਕਦੇ ਹੋ। ਦੂਜਾ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਔਰ ਉਸਨੂੰ ਬਹੁਤ, ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਮੈਮਰੀ ਵੀਕ ਹੈ, ਪਰ ਉਹ ਉਸਦਾ ਇਲਾਜ ਉਹਨਾਂ ਨੇ ਕੀ ਕੱਢਿਆ? ਮਿਹਨਤ, ਡਿਲੀਜੈਂਸ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ। ਕਿ ਜਦ ਤੁਸੀਂ ਕਿਸੇ ਚੀਜ਼ ਨੂੰ ਬਹੁਤ ਮਿਹਨਤ ਨਾਲ ਕਰਦੇ ਹੋ ਔਰ ਬਹੁਤ ਇਸ ਇੱਛਾ ਨਾਲ ਕਰਦੇ ਹੋ ਕਿ ਨਹੀਂ ਮੈਨੂੰ ਇਸ ਨੂੰ ਕਰਨਾ ਹੀ ਹੈ। ਕਈ ਲੋਕ ਕਹਿੰਦੇ ਇੱਕ ਵਾਰੀ ਕਿਤਾਬ ਪੜ੍ਹੀ, ਮੈਨੂੰ ਉਸਦਾ ਜਿਸਟ, ਬਿਲਕੁਲ ਉਸਦਾ ਜਿਸਟ ਸਮਝ ਵਿੱਚ ਆ ਗਿਆ। ਬਹੁਤ ਸਾਰੀ ਚੀਜ਼ਾਂ ਉਹ ਇੱਕ ਵਾਰੀ ਪੜ੍ਹਨ ਤੋਂ ਬਾਅਦ ਕੋਟ ਕਰ ਲੈਂਦੇ ਆ ਤੇ ਅਸੀਂ ਆਪਣੇ ਮਨ ਵਿੱਚ ਆਪਣੀ ਸਵੈ ਪੜਚੋਲ ਕਰਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਮੈਨੂੰ ਤੇ ਕੁਝ ਵੀ ਗ੍ਰਾਸਪ ਨਹੀਂ ਹੋਇਆ, ਮੈਂ ਇੱਕ ਵਾਰੀ ਪੜ੍ਹੀ ਸੀ, ਮੈਂ ਇੱਕ ਵੀ ਚੀਜ਼ ਕੋਟ ਕਰਨ ਦੇ ਲਾਇਕ ਨਹੀਂ ਹਾਂ। ਸੋ ਇਹ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਦੀ ਕਾਬਲੀਅਤ ਸੇਮ ਹੋਏ, ਲੇਕਿਨ ਅਗਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਤੇ ਮੈਂ ਉਸਨੂੰ ਬਾਰ-ਬਾਰ ਪੜਾਂਗੀ। ਇੱਕ ਵਾਰੀ ਪੜਾਂਗੀ, ਦੋ ਤੀਸਰੀ ਵਾਰੀ ਜਦ ਮੈਂ ਉਸਨੂੰ ਪੜਾਂਗੀ ਤਾਂ ਮੈਂ ਵੀ ਉਸ ਲਾਇਕ ਹੋ ਜਾਵਾਂਗੀ ਕਿ ਮੈਂ ਉਸ ਵਿੱਚੋਂ ਕੁਝ ਕੋਟ ਕਰ ਸਕਾਂ ਔਰ ਉਨੀ ਮਹਾਰਤ ਮੈਂ ਹਾਸਿਲ ਕਰ ਸਕਾਂ। ਸੋ ਸਾਰੀ ਗੱਲਬਾਤ ਦਾ ਨਿਚੋੜ ਇਹੀ ਹੈ ਕਿ ਮਿਹਨਤ ਕਰੋ, ਜੋ ਡਾਕਟਰ ਸਾਹਿਬ ਨੇ ਕਿਹਾ। ਔਰ ਸਾਡੇ ਬੱਚਿਆਂ ਨੂੰ ਇਹੀ ਇਸ ਤੋਂ ਪ੍ਰੇਰਨਾ ਮਿਲਦੀ ਹੈ ਕਿ ਮਿਹਨਤ ਦਾ ਕੋਈ ਸ਼ਾਰਟਕਟ ਨਹੀਂ ਹੈ। ਅਗਰ ਤੁਹਾਨੂੰ ਜੀਵਨ ਵਿੱਚ ਕੁਝ ਵੀ ਅਚੀਵ ਕਰਨਾ ਹੈ ਤਾਂ ਸਾਨੂੰ ਮਿਹਨਤ ਕਰਨੀ ਹੀ ਪਏਗੀ। ਬਹੁਤ ਸਾਰੇ ਐਗਜ਼ਾਮਪਲਸ ਉਹਨਾਂ ਨੇ ਕੋਟ ਕੀਤੇ ਆਪਣੇ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਅਨੁਵਾਦ ਕੀਤਾ ਬਹੁਤ ਧਰਮ ਦੀ ਇੱਕ ਜਿਹੜੀ ਨਾਗਸੇਨ ਔਰ ਮਿਲਿੰਦ ਦੀ ਵਾਰਤਾਲਾਪ ਹੈ, ਉਸਦਾ ਅਨੁਵਾਦ ਕੀਤਾ। ਔਰ ਮੈਂ ਵੀ ਕੋਸ਼ਿਸ਼ ਕਰਾਂਗੀ, ਮੇਰੀ ਵੀ ਬਹੁਤ ਕਿਉਰਿਓਸਿਟੀ ਜਾਗੀ ਹੈ ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਸਨੂੰ ਜ਼ਰੂਰ ਪੜਾਂ। ਤੇ ਹੁਣ ਮੈਂ ਤੁਹਾਡੇ ਕੋਈ ਪ੍ਰਸ਼ਨ ਨੇ ਤਾਂ ਪਲੀਜ਼ ਆਪਣੇ ਚੈਟ ਬਾਕਸ ਵਿੱਚ ਪਾਓ। ਉਨੀ ਦੇਰ ਤੱਕ ਮੈਂ ਬੇਨਤੀ ਕਰਾਂਗੀ ਹਰਪਾਲ ਸਿੰਘ ਵੀਰ ਜੀ ਨੂੰ ਕਿ ਉਹ ਅੱਜ ਦੇ ਵੈਬੀਨਾਰ ਦੇ ਸਾਥੀਆਂ ਨੂੰ ਸੰਬੋਧਨ ਕਰਨ। ਹਰਪਾਲ ਸਿੰਘ ਵੀਰ ਜੀ, ਆਪਣਾ ਮਾਈਕ ਅਨਮਿਊਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਬਹੁਤ ਆਨੰਦ ਆਇਆ ਤੁਹਾਨੂੰ ਸੁਣ ਕੇ। ਤੁਹਾਨੂੰ ਗੁਰਮਤਿ ਕਾਲਜ ਦੇ ਵਿੱਚ ਸੁਣਦੇ ਸੀ ਜਦੋਂ ਅਸੀਂ ਪੜ੍ਹ ਰਹੇ ਸੀ ਔਰ ਤੁਸੀਂ ਸਾਨੂੰ ਪੜ੍ਹਾਉਣ ਆਉਂਦੇ ਸੀ ਗੁਰਮਤਿ ਕਾਲਜ ਦਿੱਲੀ ਦੇ ਵਿੱਚ। ਅੱਜ ਡਾਕਟਰ ਸਾਹਿਬ ਨੇ ਦੱਸਿਆ ਕਿ ਡਾਕਟਰ ਸਾਹਿਬ ਦੇ ਟੀਚਰਸ ਦੇਖੋ ਕਿੰਨੇ ਕਮਾਲ ਦੇ ਸਨ ਤੇ ਮੈਨੂੰ ਇਹ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਵੀ ਡਾਕਟਰ ਹਰਪਾਲ ਸਿੰਘ ਪੰਨੂ ਦਾ ਵਿਦਿਆਰਥੀ ਰਿਹਾ। ਸਾਡੇ ਟੀਚਰ ਕਿੰਨੇ ਕਮਾਲ ਦੇ। ਮੈਂ ਇੱਕ ਘਟਨਾ ਡਾਕਟਰ ਸਾਹਿਬ ਕੋਲੋਂ ਸੁਣੀ ਸੀ, ਉਹ ਅੱਜ ਤੁਹਾਡੇ ਨਾਲ ਸਾਂਝੀ ਕਰਾਂਗਾ। ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਨਾ ਡਾਕਟਰ ਗੰਡਾ ਸਿੰਘ ਜੀ ਕੋਲ ਪੜ੍ਹਦੇ ਸੀ, ਜਿਹੜੇ ਸਾਡੀ ਕੌਮ ਦੇ ਬੜੇ ਵੱਡੇ ਹਿਸਟੋਰੀਅਨ ਹੋਏ ਨੇ। ਡਾਕਟਰ ਸਾਹਿਬ ਦੱਸਦੇ, ਕਹਿੰਦੇ ਇੱਕ ਵਾਰ ਅਸੀਂ ਡਾਕਟਰ ਗੰਡਾ ਸਿੰਘ ਜੀ ਨੂੰ ਮਿਲਣ ਗਏ ਤੇ ਦੇਖਿਆ ਕਿ ਉਹ ਆਪਣੇ ਕਿਸੇ ਕੰਮ ਦੇ ਵਿੱਚ ਬੜੇ ਰੁੱਝੇ ਹੋਏ ਸਨ। ਉਹਨਾਂ ਦਾ ਧਿਆਨ ਸਾਡੇ ਵੱਲ ਨਹੀਂ ਗਿਆ। ਪੜ੍ਹਨ ਲਿਖਣ ਚ ਕਿਸੇ ਕਿਤਾਬਾਂ ਦੇ ਵਿੱਚ ਛਾਣਬੀਨ ਚ ਕਿਸੇ ਹੋਰ ਤਾਂ ਕੋਈ ਕੰਮ ਹੀ ਨਹੀਂ ਸੀ ਉਹਨਾਂ ਦਾ, ਧਿਆਨ ਉਧਰ ਲੱਗਾ ਹੋਇਆ ਸੀ। ਤੇ ਉਹਨਾਂ ਦਾ ਧਿਆਨ, ਕਹਿੰਦੇ ਅਸੀਂ ਸੋਚਿਆ ਬਸ ਸਾਡੇ ਵੱਲ ਉਹਨਾਂ ਦਾ ਧਿਆਨ ਨਹੀਂ ਗਿਆ, ਇਸ ਕਰਕੇ ਅਸੀਂ ਉਹਨਾਂ ਨੂੰ ਡਿਸਟਰਬ ਕਰਨਾ ਠੀਕ ਨਹੀਂ ਸਮਝਿਆ। ਕਹਿੰਦੇ ਅਸੀਂ ਸਾਈਡ ਤੋਂ ਆਰਾਮ ਨਾਲ ਕੁਰਸੀਆਂ ਚੁੱਕੀਆਂ ਉੱਥੇ ਬੈਠ ਕੇ ਵੇਟ ਕਰਦੇ ਰਹੇ ਵੀ ਜਦੋਂ ਸਾਨੂੰ ਪੁੱਛਣਗੇ ਵੀ ਕਿਵੇਂ ਆਏ ਹੋ ਅਸੀਂ ਦੱਸ ਦਿਆਂਗੇ। ਪਰ ਜਦੋਂ ਦੇਖਿਆ ਵੀ ਉਹ ਆਪਣੇ ਕੰਮ ਵਿੱਚ ਬਹੁਤ ਬਿਜ਼ੀ ਨੇ
ਤੇ ਅਸੀਂ ਉੱਥੋਂ ਉੱਠ ਕੇ ਵਾਪਸ ਜਾਣ ਲੱਗੇ ਤੇ ਨਾਲ ਹੀ ਡਾਕਟਰ ਗੰਡਾ ਸਿੰਘ ਦੀ ਆਵਾਜ਼ ਆ ਗਈ ਵੀ ਜਿੱਥੋਂ ਕੁਰਸੀਆਂ ਚੁੱਕੀਆਂ ਨੇ ਉੱਥੇ ਕੁਰਸੀਆਂ ਤੇ ਵਾਪਸ ਰੱਖਦੇ ਜਾਓ। ਸੋ ਕਹਿਣ ਦਾ ਭਾਵ ਜਿਹੜੇ ਇਹੋ ਜਿਹੇ ਸਕਾਲਰ ਨੇ ਉਹਨਾਂ ਦਾ ਪੂਰਾ ਧਿਆਨ ਇਸ ਤਰੀਕੇ ਨਾਲ ਇਹੋ ਜਿਹੇ ਟੀਚਰਸ ਕੋਲ ਪੜ੍ਹੇ ਨੇ। ਤੇ ਮੈਨੂੰ ਵੀ ਬੜਾ ਪ੍ਰਾਊਡ ਫੀਲ ਹੈ ਕਿ ਡਾਕਟਰ ਸਾਹਿਬ ਦੇ ਕੋਲ ਮੈਂ ਪੜ੍ਹਿਆ ਵਾਂ ਦਿੱਲੀ ਦੇ ਗੁਰਮਤ ਕਾਲਜ ਵਿੱਚ। ਇਹ ਪੜ੍ਹਾਉਣ ਵਾਸਤੇ ਸਾਨੂੰ ਆਉਂਦੇ ਸਨ ਔਰ ਜਿਸ ਤਰ੍ਹਾਂ ਦੀਆਂ ਗੱਲਾਂ ਡਾਕਟਰ ਸਾਹਿਬ ਅੱਜ ਇਹਨਾਂ ਦਾ ਅੰਦਾਜ਼ ਅਸੀਂ ਵੇਖ ਹੀ ਲਿਆ ਸਾਰਿਆਂ ਨੇ, ਇੱਕ ਅਲੱਗ ਅੰਦਾਜ਼ ਦੇ ਨਾਲ ਗੱਲਾਂ ਕਰਦੇ ਨੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਕਿ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਪੁੱਜੇ ਹੋ। ਹੁਣ ਜਿਵੇਂ ਪਵਨਜੀਤ ਕੌਰ ਜੀ ਨੇ ਕਿਹਾ ਕਿ ਅਗਰ ਕਿਸੇ ਦਾ ਕੋਈ ਸਵਾਲ ਹੋਏਗਾ ਤੇ ਉਹ ਤੁਹਾਡੇ ਕੋਲੋਂ ਪੁੱਛਣਗੇ। ਇੱਕ ਵਾਰੀ ਫੇਰ ਸਭ ਦਾ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਡਾਕਟਰ ਸਾਹਿਬ, ਇੱਕ ਪ੍ਰਸ਼ਨ ਸਾਨੂੰ ਆਇਆ ਹੈ, ਈਦੀ ਜੀ ਬਾਰੇ ਕੁਝ ਜਾਣਕਾਰੀ ਦੇਣ ਜੋ ਪਾਕਿਸਤਾਨ ਦੇ ਭਗਤ ਪੂਰਨ ਸਿੰਘ ਜੀ ਹਨ। ਈਦੀ ਜੀ ਬਾਰੇ देखो मेरे नोट कर लें सारे दर्शक कि मेरी वेबसाइट है harpalsinghpannu.com, सारे अखर छोटे स्मॉल harpalsinghpannu.com। जो तुसी गूगल ते क्लिक करोगे तो मेरी साइट खुल जानी है। उत्थे मेरे सारे लेख ते सारी किताबां पईयां ने। ਉਹਦੀ कोई फीस नहीं है, ਉਹਦਾ कोई पासवर्ड नहीं है, सीधा खुलेगा। चाहे तुसी पढ़ लो सीधा, चाहे तुसी प्रिंट कर लो, जिन्नियां मर्जी कापियां प्रिंट करो, सर्कुलेट करो, वंडो। ਉਹਦੇ ਤੇ ਇਹ ਈਦੀ ਲੇਖ ਮੇਰਾ ਪਿਆ। ਈਦੀ ਨੂੰ ਭਗਤ ਪੂਰਨ ਸਿੰਘ ਕਹਿਣਾ, ਭਗਤ ਪੂਰਨ ਸਿੰਘ ਨੂੰ ਈਦੀ ਕਹਿਣਾ, ਇਹਦੀ ਲੋੜ ਨਹੀਂ ਹੁੰਦੀ ਆਪਾਂ ਨੂੰ, ਕਿਉਂਕਿ ਦੋਵੇਂ ਆਪੋ ਆਪਣੇ ਖੇਤਰ 'ਚ, ਦਾਨ ਦੇ ਖੇਤਰ 'ਚ, ਦੀਨ ਦੁਖੀਆਂ ਦੀ ਸੇਵਾ ਦੇ ਖੇਤਰ 'ਚ ਬਹੁਤ ਵੱਡੀਆਂ ਹਸਤੀਆਂ ਸਨ। ਲੇਕਿਨ ਇੱਕ ਦੋ ਗੱਲਾਂ ਸੁਣਾ ਦੇਣਾ ਤੁਹਾਨੂੰ ਹੁਣ, ਕਿਉਂਕਿ ਸਵਾਲ ਆਇਆ ਕਿ ਜਗਿਆਸੂ ਦੀ ਜਗਿਆਸਾ ਪੂਰੀ ਹੋਣੀ ਚਾਹੀਦੀ ਹੈ, ਆਪਣੀ ਵੀ ਇੱਛਾ। ਈਦੀ ਦਰਮਿਆਨੇ ਜਿਹੇ ਪਰਿਵਾਰ 'ਚ ਪੈਦਾ ਹੋਇਆ ਸੀ ਤੇ ਸਕੂਲ ਜਾਂਦੇ ਨੂੰ ਈਦੀ ਖੁਦ ਦੱਸਦਾ ਕਿ ਮਾਂ ਇੱਕ ਆਨਾ ਦਿਆ ਕਰਦੀ ਸੀ ਹਰ ਰੋਜ਼, ਅੱਧੀ ਛੁੱਟੀ ਹੋਏਗੀ ਇਹਦਾ ਕੁਝ ਖਾ ਲਈ, ਤੇ ਇਹ ਕਿਹਾ ਕਰਦੀ ਸੀ ਕਿ ਪੂਰਾ ਆਨਾ ਤੇਰਾ ਨਹੀਂ ਹੈ, ਆਨਾ ਹੁੰਦਾ ਸੀ 4 ਪੈਸਿਆਂ ਦਾ, ਇਹਦੇ ਵਿੱਚੋਂ 2 ਪੈਸੇ ਤੇਰੇ ਨੇ, 2 ਪੈਸੇ ਕਿਸੇ ਲੋੜਵੰਦ ਗਰੀਬ ਵਿਦਿਆਰਥੀ ਨੂੰ ਦੇਈਂ, ਉਹ ਜੋ ਮਰਜ਼ੀ ਖਾਏ। ਉਹ ਕਹਿੰਦਾ ਵੀ ਕਦੀ ਕਦਾਈ ਮੈਂ ਆਨਾ ਸਾਰਾ ਇਕੱਲਾ ਹੀ ਖਾ ਜਾਂਦਾ। ਪਤਾ ਨਹੀਂ ਕਿਵੇਂ ਪਤਾ ਲੱਗਦਾ ਮਾਂ ਨੂੰ। ਉਹ ਮੈਨੂੰ ਆਖਦੀ ਸਾਰਾ ਆਨਾ ਅੱਜ ਤੂੰ ਖੁਦ ਇਕੱਲਾ ਹੀ ਖਾਇਆ। ਮੈਂ ਨੀਵੀਂ ਪਾ ਕੇ ਖਲੋ ਜਾਂਦਾ। ਮੁੱਕਰਨ ਦੀ ਹਿੰਮਤ ਨਹੀਂ ਸੀ। ਫਿਰ ਮਾਂ ਗੁੱਸੇ 'ਚ ਕਿਹਾ ਕਰਦੀ, ਉਹ ਤੂੰ ਨਿੱਕਾ ਜਿਹਾ ਦੂਜਿਆਂ ਦਾ ਹੱਕ ਮਾਰਨ ਲੱਗ ਗਿਆ, ਵੱਡਾ ਹੋ ਕੇ ਤੂੰ ਕੀ ਕਰੇਂਗਾ? ਮੈਨੂੰ ਤਾਂ ਲੱਗਦਾ ਡਾਕੂ ਬਣੇਗਾ ਤੂੰ ਬਹੁਤ ਵੱਡਾ। ਈਦੀ ਕਹਿੰਦਾ ਹੈ ਕਿ ਬਚਪਨ ਦੇ ਇਹ ਬੋਲ ਨੇ ਜਿਹੜੇ, ਇਹ ਮੇਰੇ ਦਿਲ ਦੇ ਦੁਆਲੇ ਚੱਕਰ ਕੱਟਦੇ ਰਹੇ। ਇੱਕ ਦਿਨ ਮੈਂ ਸਕੂਲੋਂ ਆ ਰਿਹਾ ਸੀ, ਸਾਥੀ ਨਾਲ ਸਨ। ਇੱਕ ਪਾਗਲ ਕਿਸੇ ਕੰਧ ਨਾਲ ਬੈਠਾ ਸੀ। ਉਹਨਾਂ ਸਾਥੀਆਂ ਨੇ ਉਹਨੂੰ ਛੇੜਨਾ ਸ਼ੁਰੂ ਕੀਤਾ। ਉਹ ਇੱਕ ਕਾਨਾ ਲੱਭ ਲਿਆ, ਉਹ ਕਾਨਾ ਉਹਦੇ ਗੱਡਿਆ ਕਰਨ, ਉਹ ਚੀਕਿਆ ਕਰੇ ਤੇ ਬੱਸ ਚੱਲੇ ਨਾ। ਕਹਿੰਦਾ ਮੈਂ ਨਾਲ ਦੇ ਬੱਚਿਆਂ ਨੂੰ ਕਿਹਾ ਵੀ ਖਬਰਦਾਰ ਜੀ ਕਿਸੇ ਨੇ ਤੰਗ ਕੀਤਾ ਇਹਨੂੰ, ਹਟੋ। ਕਿਉਂ ਤੰਗ ਕਰਦੇ ਇਹਨੂੰ? ਜਿਹੜਾ ਸਾਡੇ 'ਚ ਸਭ ਤੋਂ ਵੱਧ ਤਕੜਾ ਸੀ ਉਹਨੇ ਮੈਨੂੰ ਫੜ ਲਿਆ ਗਲੋਂ। ਕਹਿੰਦਾ ਪਹਿਲਾਂ ਤਾਂ ਮੈਂ ਤੈਨੂੰ ਦੱਸਦਾ ਵੀ ਤੈਨੂੰ ਥਾਣੇਦਾਰੀ ਕਿਹਨੇ ਦਿੱਤੀ ਹੈ, ਤੂੰ ਕੌਣ ਹੁੰਦਾ ਸਾਨੂੰ ਹਟਾਉਣ ਵਾਲਾ? ਕਹਿੰਦਾ ਜੀ ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਕੁੱਟਿਆ। ਮੈਂ ਘਰ ਜਾ ਕੇ ਮਾਂ ਨੂੰ ਦੱਸਿਆ, ਮਾਂ ਨੇ ਗਲ ਨਾਲ ਲਾਇਆ, ਰੂੰ ਸੇਕ ਕੇ ਮੇਰੇ ਜ਼ਖਮਾਂ ਨੂੰ ਨਿੱਘ ਦਿੱਤਾ। ਨਮ ਅੱਖਾਂ ਨਾਲ ਮਾਂ ਕਹਿੰਦੀ, ਅੱਜ ਮੈਂ ਖੁਸ਼ ਹਾਂ ਤੇਰੇ ਤੇ, ਅੱਲਾ ਪਰਵਰਦਗਾਰ ਤੇਰੇ ਤੇ ਮਿਹਰਬਾਨ ਹੈ ਮੇਰੇ ਬੱਚੇ, ਤੂੰ ਬੇਜ਼ੁਬਾਨਾਂ ਦੀ ਜ਼ੁਬਾਨ ਬਣ ਸਕਦਾ ਵੱਡਾ ਹੋ ਕੇ। ਅੱਜ ਜਿਹਦੇ ਕੋਲ ਜ਼ੁਬਾਨ ਨਹੀਂ ਸੀ, ਅੱਜ ਜਿਹੜਾ ਲਾਚਾਰ ਸੀ, ਤੂੰ ਉਹਦੀ ਮਦਦ ਕੀਤੀ। ਫਿਰ ਕੀ ਹੋਇਆ ਜੇ ਤੈਨੂੰ ਕੁੱਟ ਪਈ ਹੈ? ਤੂੰ ਕਿਸੇ ਨੂੰ ਕੁੱਟ ਖਾਣ ਤੋਂ ਬਚਾਉਣ ਲਈ ਆਪਣੇ ਤੇ ਕੁੱਟ ਖਾਧੀ, ਰੱਬ ਨੂੰ ਪਸੰਦ ਹੈ ਤੂੰ, ਮੈਨੂੰ ਅੱਜ ਤੇਰੇ ਤੇ ਇਤਬਾਰ ਹੋ। ਤੋ ਇਹੋ ਜਿਹੇ ਬੋਲ ਨੇ ਜਿਹੜੇ ਈਦੀ ਦੇ, ਇਹ ਦਿਲਾਂ ਦੇ ਉੱਤੇ ਅਸਰ ਕਰਦੇ ਨੇ ਤੇ ਖੁਣੇ ਜਾਂਦੇ ਨੇ ਦਿਲਾਂ ਦੇ ਉੱਤੇ। ਈਦੀ ਨੂੰ ਕਹਿੰਦੇ ਅਖਬਾਰਾਂ ਵਾਲੇ, ਈਦੀ ਬਾਬਾ ਸਾਨੂੰ ਇਹ ਪਤਾ ਲੱਗਿਆ ਕਿ ਜਦੋਂ ਵੱਡੀ ਕੋਈ ਖੌਫਨਾਕ ਘਟਨਾ ਵਾਪਰਦੀ ਹੈ, ਅੱਗਜ਼ਨੀ ਦੀ, ਤੂਫਾਨ, ਭੁਚਾਲ, ਤਾਂ ਮੁਸਲਮਾਨਾਂ ਨਾਲੋਂ ਪਹਿਲੋਂ ਤੂੰ ਹਿੰਦੂਆਂ ਨੂੰ, ਈਸਾਈਆਂ ਨੂੰ, ਸਿੱਖਾਂ ਨੂੰ ਬਚਾਉਣ ਲੱਗ ਜਾਣਾ। ਸੱਚ ਹੈ ਇਹ ਗੱਲ? ਈਦੀ ਕਹਿੰਦਾ ਭਾਈਓ, ਜਦੋਂ ਰੱਬ ਵੱਲੋਂ ਬਹੁਤ ਵੱਡਾ ਕਹਿਰ ਟੁੱਟਿਆ ਹੋਇਆ ਨਾ ਧਰਤੀ ਤੇ, ਤਾਂ ਉਦੋਂ ਕੋਈ ਆਈਡੈਂਟੀਟੀ ਕਾਰਡ ਨਹੀਂ ਦੇਖਦਾ ਹੁੰਦਾ, ਤੂੰ ਕੌਣ ਹੈ, ਤੂੰ ਕੌਣ ਹੈ। ਉਦੋਂ ਤਾਂ ਜਿਹੜਾ ਦੁਖੀ ਹੈ, ਜਿਹੜਾ ਦਰਦ ਨਾਲ ਕਰਾ ਰਿਹਾ, ਉਹਦੀ ਮਦਦ ਕਰਨੀ ਹੁੰਦੀ ਹੈ। ਇਸ ਕਰਕੇ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਦੇ ਕੀਤੀ। ਲੇਕਿਨ ਜਿਵੇਂ ਤੁਸੀਂ ਦੱਸਿਆ, ਜੇ ਇਸ ਤਰ੍ਹਾਂ ਹੋ ਰਿਹਾ ਕਿ ਮੁਸਲਮਾਨਾਂ ਨਾਲੋਂ ਪਹਿਲੋਂ ਮੈਂ ਦੂਸਰੇ ਧਰਮਾਂ ਦਾ ਫਿਕਰ ਕਰਨ ਲੱਗ ਜਾਣਾ, ਤਾਂ ਫਿਰ ਇਹ ਤਾਂ ਸੋਚੋ ਕਿ ਇਹਦਾ ਮਤਲਬ ਇਹ ਹੋਇਆ ਕਿ ਇਸਲਾਮ ਕਿੰਨਾ ਮਜ਼ਬੂਤ ਹੈ। ਇਸਲਾਮ ਦੀ ਰੱਖਿਆ ਕਰੇਗਾ ਅੱਲਾ ਪਰਵਰਦਗਾਰ, ਤੇ ਬਾਕੀਆਂ ਦੀ ਰੱਖਿਆ ਮੈਂ ਕਰ ਲਾਂਗਾ। ਫਿਰ ਅਗਲਾ ਵਾਕ ਈਦੀ ਦਾ ਅਖਬਾਰਾਂ ਵਾਲਿਆਂ ਨੂੰ ਕਹਿੰਦਾ, ਅਮੀਰ ਲੋਕ
ਕਈ ਰੱਬ ਅਫੋਰਡ ਕਰ ਸਕਦੇ ਨੇ, ਮੈਂ ਤਾਂ ਗਰੀਬ ਮੰਗਤਾ, ਮੈਂ ਤਾਂ ਇੱਕ ਰੱਬ ਅਫੋਰਡ ਕਰ ਸਕਦਾ, ਮੇਰਾ ਤਾਂ ਇੱਕ ਰੱਬ ਹੈ, ਉਸੇ ਦਾ ਸਾਰਾ ਸੰਸਾਰ ਹੈ, ਮੇਰੇ ਸਾਹਮਣੇ ਨਾ ਕੋਈ ਧਰਮ ਦੂਜਾ, ਮੇਰੇ ਸਾਹਮਣੇ ਨਾ ਕੋਈ ਬੰਦਾ ਦੂਜਾ। ਇਸ ਗੱਲ ਤੋਂ ਮੈਨੂੰ ਸਰੋਤਿਓ ਇਹ ਪ੍ਰੇਰਨਾ ਮਿਲੀ ਕਿ ਜਿਹੜੇ ਪ੍ਰਚਾਰਕ ਇਹ ਕਹਿੰਦੇ ਨੇ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਦੂਜੇ ਧਰਮ ਵਾਸਤੇ ਸ਼ਹੀਦੀ ਦਿੱਤੀ, ਉਹ ਮੈਨੂੰ ਸਹੀ ਨਹੀਂ ਲੱਗਦੇ। ਹੁਣ ਗੁਰੂ ਸਾਹਿਬਾਨ ਵਾਸਤੇ ਕੋਈ ਧਰਮ ਦੂਜਾ ਨਹੀਂ ਹੈ, ਕੋਈ ਬੰਦਾ ਦੂਜਾ ਨਹੀਂ ਹੈ। ਉਹਨਾਂ ਨੇ ਆਪਣਿਆਂ ਦੀ ਸ਼ਹਾਦਤ ਦਿੱਤੀ ਸੀ, ਉਹਨਾਂ ਨੇ ਆਪਣਿਆਂ ਦਾ ਧਰਮ ਬਚਾਇਆ ਸੀ। ਸਾਡੇ ਵਾਸਤੇ ਤਾਂ ਕੋਈ ਦੂਜਾ ਤਾਂ ਤੀਜਾ ਹੋ ਸਕਦਾ ਹੈ, ਕਿਉਂਕਿ ਅਸੀਂ ਛੋਟੀ ਮੱਤ ਵਾਲੇ ਹਾਂ। ਗੁਰੂ ਮਹਾਰਾਜ ਦਾ ਸਾਰਾ ਸੰਸਾਰ ਉਹਨਾਂ ਦਾ ਪਰਿਵਾਰ। ਅਗਲਾ ਸਵਾਲ ਜੀ। ਹੈਲੋ ਹੈਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜੋ ਆਰਟੀਕਲ ਦੱਸਿਆ ਜੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਹਾਂਜੀ, ਉਸ ਲੇਖ ਦਾ ਨਾਮ ਕੀ ਹੈ ਜੀ? ਬਾਬਾ ਬੰਦਾ ਸਿੰਘ ਬਹਾਦਰ। ਕਿਤਾਬ ਦਾ ਨਾਮ ਹੈ ਗੌਤਮ ਤੋਂ ਤਾਸਕੀ ਤੱਕ। ਜਿਹੜੀ ਕਿਤਾਬ ਹੈ ਗੌਤਮ ਤੋਂ ਤਾਸਕੀ ਤੱਕ, ਉਹਦੇ ਵਿੱਚ ਇੱਕ ਲੇਖ ਬਾਬਾ ਜੀ ਤੇ। ਇੰਦਰਜੀਤ ਵੀਰ ਜੀ ਕੁਝ ਪੁੱਛਣਾ ਚਾਹ ਰਹੇ ਨੇ ਜੀ। ਹਾਂ, ਡਾਕਟਰ ਸਰ ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਡਾਕਟਰ ਸਾਹਿਬ ਨੂੰ ਕੰਟੈਕਟ ਕਰਕੇ ਅੱਜ ਵਾਸਤੇ ਇੱਥੇ ਲਿਆਂਦਾ, ਉਹਨਾਂ ਦਾ ਵੀ ਧੰਨਵਾਦ ਹੈ। ਇੰਦਰਜੀਤ ਸਿੰਘ ਵੀਰ ਜੀ ਕੋਈ ਗੱਲ ਕਰਨਗੇ? ਹਾਂਜੀ ਇੰਦਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਕਿਉਂਕਿ ਸਾਡੇ ਜਿਹੜੇ ਦਰਸ਼ਕ ਜਿਹੜੇ ਬੱਚੇ ਨੇ, ਮੈਂ ਚਾਹਾਂਗਾ ਕਿ ਚਲਦੇ ਚਲਦੇ ਇੱਕ ਬੇਬੇ ਨਾਨਕੀ ਦਾ ਜਿਹੜਾ ਪਿਆਰ ਸੀ ਬਾਬਾ ਨਾਨਕ ਵਾਸਤੇ, ਜੇ ਕੋਈ ਉਹਦੀ ਇੱਕ ਘਟਨਾ ਬੱਚਿਆਂ ਨਾਲ ਸਾਂਝੀ ਕੀਤੀ ਜਾ ਸਕੇ ਤੇ ਮੇਰੇ ਖਿਆਲ ਨਾਲ ਬੱਚਿਆਂ ਨੂੰ ਚੰਗਾ ਲੱਗੇਗਾ। ਬੱਚਿਆਂ ਨਾਲ ਹੀ ਜੇ ਗੱਲ ਕਰਨੀ ਹੈ ਨਾ, ਤਾਂ ਫਿਰ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਹੈ ਬੱਚਿਆਂ ਨਾਲ। ਤਾਂ ਜਿਵੇਂ ਤੁਸੀਂ ਠੀਕ ਸਮਝੋ ਜੀ। ਹਾਂ, ਜਦੋਂ 2008 ਚ ਦੋ ਵੱਡੇ ਪੁਰਬ ਆਏ। ਇੱਕ ਤਾਂ ਗੁਰਿਆਈ ਮਿਲੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਨਾਂਦੇੜ। ਦੂਸਰਾ ਦਸਮ ਪਾਤਸ਼ਾਹ ਜੋਤੀ ਜੋਤ ਸਮਾਏ ਸੀ। ਤਾਂ ਇਹ ਦੋਵਾਂ ਦੇ 300 ਸਾਲਾ ਆਪਣੇ ਮਨਾਏ ਗਏ ਸਨ ਪੁਰਬ ਸਾਰੀ ਦੁਨੀਆ 'ਚ। ਉੱਥੇ ਕੁਛ ਪ੍ਰੋਫੈਸਰਾਂ ਨੂੰ ਕੈਨੇਡਾ ਤੇ ਅਮਰੀਕਾ ਦੀਆਂ ਸੰਗਤਾਂ ਨੇ ਸੱਦਾ ਦਿੱਤਾ ਸੀ। ਅਸੀਂ ਮਹੀਨੇ ਵਾਸਤੇ ਗਏ ਸਾਂ। ਹਰ ਸੈਟਰਡੇ ਸੰਡੇ ਕਿਸੇ ਨਾ ਕਿਸੇ ਗੁਰਦੁਆਰੇ 'ਚ ਛੋਟੇ ਵੱਡੇ ਇਕੱਠੇ ਹੁੰਦੇ, ਗੁਰੂ ਮਹਾਰਾਜ ਨੂੰ ਯਾਦ ਕਰਦੇ, ਜਸ ਕਰਦੇ। ਸਾਡੇ ਕੋਲ ਇੱਕ ਸਕੂਲ ਦੇ ਟੀਚਰਸ ਆਏ, ਯਹੂਦੀ ਬੱਚਿਆਂ ਦਾ ਸਕੂਲ ਸੀ। ਉਹਨਾਂ ਨੇ ਸਾਨੂੰ ਆ ਕੇ ਕਿਹਾ ਜੀ ਸਾਡੇ ਯਹੂਦੀ ਬੱਚੇ ਨੇ ਜਿਹੜੇ, ਉਹ ਕਦੀ ਕਦੀ ਕਨਫਿਊਜ਼ ਹੋ ਜਾਂਦੇ ਨੇ, ਉਹਨਾਂ ਨੂੰ ਸਿੱਖਾਂ 'ਚ ਤੇ ਮੁਸਲਮਾਨਾਂ 'ਚ ਫਰਕ ਨਹੀਂ ਪਤਾ ਲੱਗਦਾ। ਤੁਸੀਂ ਆਪਣਾ ਕਲਚਰ, ਆਪਣੀ ਹਿਸਟਰੀ ਸੌਖੇ ਥੋੜ੍ਹੇ ਲਫ਼ਜ਼ਾਂ 'ਚ ਜੇ ਦੱਸ ਸਕੋ ਤਾਂ ਤੁਸੀਂ ਇੱਥੇ ਆਏ ਹੋਏ ਹੋ ਵਾਸ਼ਿੰਗਟਨ, ਤੇ ਸਾਡੇ ਸਕੂਲ 'ਚ ਚੱਕਰ ਲਾਓ। 3-4 ਜਣੇ ਅਸੀਂ ਚਲੇ ਗਏ। ਤਾਂ ਮੈਂ ਜਾਂਦੇ ਜਾਂਦੇ ਸੋਚਣ ਲੱਗਿਆ ਕਿ ਛੋਟੇ ਬੱਚੇ ਨੇ, ਤੀਜੀ ਚੌਥੀ ਤੇ ਪੰਜਵੀਂ, 3 ਕਲਾਸਾਂ, 50-50 60-60 ਵਿਦਿਆਰਥੀ, 150 ਟੋਟਲ। ਕੀ ਕਰੀਏ, ਗੱਲ ਕੀ ਕਰੀਏ? ਮੈਂ ਫੈਸਲਾ ਕੀਤਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮਾਪਿਆਂ ਨੂੰ ਪੁੱਛਦਾ ਹੁੰਦਾ ਸੀ ਵੀ ਛੋਟੇ ਹੁੰਦੇ ਤੁਸੀਂ ਕੀ ਕੀ ਕਰਦੇ ਹੁੰਦੇ ਸੀ। ਆਪਣੇ ਸਕੂਲ ਦੇ ਮਾਸਟਰਾਂ ਨੂੰ ਵੀ ਪੁੱਛਦਾ ਹੁੰਦਾ ਸੀ, ਛੋਟੇ ਹੁੰਦੇ ਤੁਸੀਂ ਕਦੀ ਚੋਰੀ ਵੀ ਕਰ ਲੈਂਦੇ ਸੀ? ਛੋਟੇ ਹੁੰਦੇ ਤੁਸੀਂ ਕਦੀ ਝੂਠ ਵੀ ਬੋਲਦੇ ਹੁੰਦੇ ਸੀ? ਕਦੀ ਕਦੀ ਇਹ ਵੀ ਹੁੰਦਾ ਸੀ ਵੀ ਤੁਸੀਂ ਹੋਮਵਰਕ ਨਾ ਕਰਦੇ ਹੋ? ਇਹ ਕਿਉਰਿਓਸਿਟੀ ਹੁੰਦੀ ਸੀ ਜਾਣਨ ਦੀ। ਤਾਂ ਮੈਂ ਸੋਚਿਆ ਵੀ ਆਪਾਂ ਉੱਥੇ ਬੱਚੇ ਨੇ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਸਾਹਿਬਜ਼ਾਦਿਆਂ ਦੀਆਂ ਗੱਲਾਂ ਹੀ ਸੁਣਾਵਾਂਗੇ। ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਈਆਂ। ਦਰਸ਼ਕੋ, ਪਿਨ ਡ੍ਰੌਪ ਸਾਇਲੈਂਸ, ਬਹੁਤ ਧਿਆਨ ਨਾਲ ਗੱਲਾਂ ਸੁਣੀਆਂ। ਫਿਰ ਟੀਚਰ ਨੇ ਕਿਹਾ ਕਿ ਬੱਚੋ ਕੋਈ ਸਵਾਲ ਪੁੱਛਣਾ ਹੋਵੇ। ਇੱਕ ਬੱਚਾ ਖਲੋ ਗਿਆ, ਕਹਿੰਦਾ ਨੋ ਕੁਐਸਚਨ। ਆਈ ਲਿਸਨਡ ਦਿਸ ਡਿਸਕੋਰਸ ਕੇਅਰਫੁਲੀ, ਅਟੈਂਟਿਵਲੀ। I was thinking I should have been one among those young princes bricked alive. ਕੋਈ ਸਵਾਲ ਨਹੀਂ, ਮੈਂ ਬਹੁਤ ਧਿਆਨ ਨਾਲ ਇਹਨਾਂ ਦਾ ਭਾਸ਼ਣ ਸੁਣਦਾ ਰਿਹਾ। ਭਾਸ਼ਣ ਸੁਣਦਿਆਂ ਸੁਣਦਿਆਂ ਮੇਰੇ ਮਨ 'ਚ ਇਹ ਗੱਲ ਬਾਰ-ਬਾਰ ਆਉਂਦੀ ਰਹੀ ਕਿ ਉਹ ਨਿੱਕੇ ਸ਼ਾਹਜ਼ਾਦੇ ਜਿਹੜੇ ਜਿਉਂਦਿਆਂ ਕੰਧਾਂ 'ਚ ਚਿਣੇ ਗਏ ਸਨ, ਉਹਨਾਂ ਵਿੱਚੋਂ ਇੱਕ ਮੈਂ ਹੋਣਾ ਚਾਹੀਦਾ ਸੀ। ਇਹ ਹੈ ਅਸਰ ਸਾਹਿਬਜ਼ਾਦਿਆਂ ਦਾ ਉਹਨਾਂ ਲੋਕਾਂ ਦੇ ਉੱਪਰ ਵੀ ਜਿਹੜੇ ਸਾਨੂੰ ਜਾਣਦੇ ਨਹੀਂ। ਵਾਹ ਜੀ ਵਾਹ। ਇਹਨੂੰ ਕਿਹਾ ਜਾਂਦਾ ਜੀ ਸੁਣਨਾ ਔਰ ਉਹਦੇ ਨੂੰ ਸਮਝਣਾ। ਸੋ ਅੱਜ ਬੱਚਿਆਂ ਨੇ ਡਾਕਟਰ ਸਾਹਿਬ ਨੂੰ ਸੁਣਿਆ। ਸਾਰੇ ਬੱਚਿਆਂ ਨੂੰ ਮੈਨੂੰ ਲੱਗਦਾ ਬਹੁਤ ਚੰਗਾ ਲੱਗਾ ਹੋਵੇਗਾ। ਅਸੀਂ ਤੁਹਾਨੂੰ ਕੱਲ ਪਰਸੋਂ ਦੀ ਜਦੋਂ ਕਲਾਸ ਹੋਏਗੀ ਉਹਦੇ ਵਿੱਚ ਵੀ ਗੱਲ ਕਰਾਂਗੇ ਤੁਹਾਡੇ ਨਾਲ ਡਾਕਟਰ ਸਾਹਿਬ ਦੇ ਇਸ ਲੈਕਚਰ ਦੀ।
ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਇਸ ਸਮਾਗਮ ਦੇ ਵਿੱਚ ਤੁਸੀਂ ਪੁੱਜੇ। ਆਸ ਕਰਦੇ ਹਾਂ ਜਦੋਂ ਅੱਗੇ ਵੀ ਕਦੇ ਯਾਦ ਕਰਾਂਗੇ ਤੇ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰੋਗੇ। ਇੱਕ ਵਾਰੀ ਫੇਰ ਸਭ ਵੱਲੋਂ ਧੰਨਵਾਦ। ਸਾਰੇ ਆਏ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਮੇਰੇ ਵੱਲੋਂ ਵੀ ਸਾਰਿਆਂ ਦਾ ਸ਼ੁਕਰਾਨਾ ਜੀ। ਮੇਰੀ ਫਤਿਹ ਪ੍ਰੋਫੈਸਰ ਬ੍ਰਿਜਪਾਲ ਸਿੰਘ ਜੀ ਨੂੰ, ਇੰਦਰਜੀਤ ਸਿੰਘ ਜੀ ਨੂੰ, ਹਰਪਾਲ ਸਿੰਘ ਜੀ ਨੂੰ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਇਨੀਸ਼ੀਏਟ ਕਰਨ ਦੀਆਂ ਇਹ ਸਿਲਸਿਲੇ ਗੱਲਬਾਤ, ਇਹ ਸੰਵਾਦ, ਇਹਦੇ ਨਾਲ ਵੱਡਿਆਂ ਨੂੰ ਛੋਟਿਆਂ ਨੂੰ ਲਾਭ ਹੋਏਗਾ। ਮੈਂ ਤੁਹਾਡੇ ਸਾਰਿਆਂ ਦਾ ਇਸ ਕਰਕੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਫੁਰਸਤ ਕੱਢੀ, ਮੇਰੀਆਂ ਕੁਝ ਗੱਲਾਂ ਸੁਣੀਆਂ। ਗੁਰੂ ਮਹਾਰਾਜ ਸਾਰਿਆਂ ਤੇ ਸਹਾਈ ਹੋਣ, ਸਾਰੇ ਸੁਖੀ ਵਸਣ, ਬੇਅੰਤ ਖੁਸ਼ੀਆਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਮੀਟਿੰਗ ਦੀ ਸਮਾਪਤੀ ਹੈ ਜੀ। ਕੱਲ ਫਿਰ ਸਾਰਿਆਂ ਨੇ 6 ਵਜੇ ਜੁਆਇਨ ਕਰਨਾ ਹੈ। ਕੱਲ ਸਾਡੇ ਵਿੱਚ ਡਾਕਟਰ ਸਰਬਜਿੰਦਰ ਸਿੰਘ ਜੀ ਨੇ ਹੋਣਾ ਹੈ ਔਰ ਉਹਨਾਂ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਸ਼ਹੀਦੀ ਪੁਰਬ ਆ ਰਿਹਾ 2 ਦਿਨ ਬਾਅਦ, ਉਸ ਪੰਚਮ ਪਾਤਸ਼ਾਹ ਦੀ ਸ਼ਹਾਦਤ ਬਾਰੇ ਗੱਲਾਂ ਕਰਨੀਆਂ ਨੇ। ਤਾਂ ਤੁਸੀਂ ਸਾਰਿਆਂ ਨੇ ਕੱਲ ਦੀ ਕਲਾਸ ਵਿੱਚ ਵੀ ਸ਼ਾਮਲ ਹੋਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।